ਸਤਿ ਸ੍ਰੀ ਅਕਾਲ ਜੀ। ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣਨਾ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਸ਼ੁਰੂ ਕਰਦੇ ਹਾਂ ਕਹਾਣੀ। ਬੰਤੀ ਗੁਸਲਖਾਨੇ ਦੀ ਕੁੰਡੀ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੁੰਡੀ ਤਾਂ ਨਾਂ ਦੀ ਹੀ ਸੀ। ਲੀਰ ਦੇ ਨਾਲ ਕੁੰਡੀ ਬੰਨ੍ਹ ਕੇ ਅਖੀਰ ਅਟਕਾਉਣ ਵਿੱਚ ਬੰਤੀ ਕਾਮਯਾਬ ਹੋ ਗਈ ਸੀ। ਸਿਰਫ ਇੱਕ ਇਹੀ ਥਾਂ ਸੀ ਜਿੱਥੇ ਉਹ ਚੈਨ ਨਾਲ ਸਾਹ ਲੈ ਸਕਦੀ ਸੀ। ਜਦੋਂ ਹਰ ਵਕਤ ਜ਼ਿਹਨ ਤੇ ਇੱਕ ਡਰ ਜਿਹਾ ਸਵਾਰ ਹੋਵੇ ਤਾਂ ਭਲਾ ਕੋਈ ਸ਼ਾਂਤ ਕਿੱਦਾਂ ਰਹਿ ਸਕਦਾ। ਕੁਝ ਇਹੋ ਜਿਹਾ ਹੀ ਹਾਲ ਸੀ ਬੰਤੀ ਦਾ। ਅਮਰੋ, ਬੰਤੀ ਦੀ ਸਕੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ, ਪਰ ਵਿਆਹ ਤੋਂ 5-6 ਸਾਲਾਂ ਮਗਰੋਂ ਹੀ ਉਹ ਰੱਬ ਨੂੰ ਪਿਆਰੀ ਹੋ ਗਈ। ਬੰਤੀ ਉਹਦੀ ਪਹਿਲੇ ਵਿਆਹ ਦੀ ਔਲਾਦ ਸੀ, ਪਰ ਦੂਜੇ ਵਿਆਹ ਤੋਂ ਅਮਰੋ ਨੂੰ ਕੋਈ ਬੱਚਾ ਨਹੀਂ ਹੋਇਆ ਸੀ। ਮੱਘਰ ਸਿਉਂ ਬੰਤੀ ਦਾ ਮਤਰੇਆ ਪਿਓ ਸੀ ਤੇ ਜੈਲਾ ਤੇ ਬੱਗਾ ਉਹਦੇ ਮਤਰੇਏ ਭਰਾ ਸਨ। ਮੱਘਰ ਨੇ ਤੀਸਰਾ ਵਿਆਹ ਵੀ ਰਚਾਇਆ ਸੀ, ਪਰ ਉਹ ਮਹੀਨੇ ਕੋ ਮਗਰੋਂ ਭੱਜ ਗਈ ਸੀ। ਸੋ ਕੁੱਲ ਮਿਲਾ ਕੇ ਇਸ ਘਰ ਵਿੱਚ ਬੰਤੀ ਸਣੇ 4 ਜੀ ਸਨ। 3 ਮਰਦਾਂ ਦੇ ਨਾਲ ਰਹਿੰਦੀ ਬੰਤੀ ਨੂੰ ਹਰ ਵੇਲੇ ਆਪਣੀ ਇੱਜ਼ਤ ਦਾ ਡਰ ਰਹਿੰਦਾ। ਆਪਣਾ ਪਿਓ ਵੀ ਉਸ ਨੂੰ ਇੱਕ ਓਪਰਾ ਜਿਹਾ ਮਰਦ ਹੀ ਦਿਸਦਾ। ਭਾਵੇਂ ਕਿ ਮੱਘਰ ਸਿਉਂ ਨੇ ਕਦੇ ਵੀ ਬੰਤੀ ਨੂੰ ਕੁਝ ਨਹੀਂ ਕਿਹਾ ਸੀ, ਪਰ ਫੇਰ ਵੀ ਇੱਕ ਚੁੱਪ ਜਿਹੀ ਪਸਰੀ ਹੋਈ ਸੀ ਉਹਨਾਂ ਦੇ ਰਿਸ਼ਤੇ 'ਚ। ਕਿੰਨਾ ਚਿਰ ਬੰਤੀ ਗੁਸਲਖਾਨੇ ਤੋਂ ਬਾਹਰ ਨਹੀਂ ਨਿਕਲਦੀ ਸੀ। ਉਹ ਕਿਸੇ ਹੋਰ ਨੇ ਵੀ ਜਾਣਾ ਹੁੰਦਾ। ਜੈਲੇ ਨੇ ਮੁੱਛਾਂ ਤੇ ਹੱਥ ਚੜਾਉਂਦੇ ਹੋਏ ਕਿਹਾ, ਬੰਤੀ ਆਪਣਾ ਆਪ ਸਵਾਰਦੀ ਹੋਈ ਗੁਸਲਖਾਨੇ ਵਿੱਚੋਂ ਬਾਹਰ ਨਿਕਲ ਗਈ। ਇਹ ਤਾਂ ਮੈਨੂੰ ਉੱਕਾ ਹੀ ਚੰਗਾ ਨਹੀਂ ਲੱਗਦਾ, ਬਘਿਆੜ ਜਿਹਾ। ਬੰਤੀ ਆਪਣੇ ਆਪ ਦੇ ਵਿੱਚ ਬੁੜਬੁੜਾਈ ਗੁਸਲਖਾਨੇ ਵਿੱਚੋਂ ਬਾਹਰ ਨਿਕਲੀ ਤੇ ਬੰਤੀ ਪੀਲੇ ਸੂਟ ਵਿੱਚ ਜੈਲੇ ਨੂੰ ਬਹੁਤ ਸੋਹਣੀ ਲੱਗੀ। ਬੱਗਾ ਵੀ ਚੋਰੀ ਅੱਖ ਦੇ ਨਾਲ ਬੰਤੀ ਨੂੰ ਵੇਖ ਲੈਂਦਾ ਸੀ, ਪਰ ਉਹ ਜੈਲੇ ਵਾਂਗ ਬਹੁਤਾ ਝਾਕਾ ਨਹੀਂ ਸੀ ਲੈਂਦਾ। ਬੰਤੀ ਨੇ 10ਵੀਂ ਕਰ ਲਈ ਸੀ। ਅੱਗੇ ਪੜਨ ਦਾ ਬਥੇਰਾ ਮਨ ਸੀ, ਪਰ ਜਦੋਂ ਦਾ ਮੱਘਰ ਸਿਉਂ ਨੇ ਉਹਨੂੰ ਅੱਗੇ ਪੜਨ ਤੋਂ ਵਰਜਿਆ ਸੀ, ਉਦੋਂ ਤਾਂ ਬੰਤੀ ਨੇ ਸਕੂਲ ਜਾਣਾ ਛੱਡਤਾ ਸੀ। ਬੰਤੀ ਘਰ ਦਾ ਸਾਰਾ ਕੰਮਕਾਰ ਕਰ ਲੈਂਦੀ ਤੇ ਸੁਥਰੀ ਵੀ ਸੀ। ਬੰਤੀ ਦਾ ਰੰਗ ਬਦਾਮੀ ਜਿਹਾ ਸੀ, ਲੰਮੀ ਗੁੱਤ ਤੇ 5.5 ਫੁੱਟ ਉਹਦਾ ਕੱਦ ਸੀ। ਕੁੱਲ ਮਿਲਾ ਕੇ ਬੰਤੀ ਬਹੁਤ ਜੱਚਦੀ ਸੀ। ਰੋਟੀ ਪਾਣੀ ਫੜਾਉਣ ਤੋਂ ਇਲਾਵਾ ਬੰਤੀ ਨੇ ਕਦੇ ਕੋਈ ਗੱਲ ਦਿਲ ਦੀ ਆਪਣੇ ਬਾਪੂ ਨਾਲ ਸਾਂਝੀ ਨਹੀਂ ਕੀਤੀ ਸੀ। ਬੱਗੇ ਨੂੰ ਤਾਂ ਭਾਵੇਂ ਉਹ ਰੋਟੀ ਆਪਣੇ ਹੱਥ ਨਾਲ ਪਾ ਕੇ ਫੜਾ ਦਿੰਦੀ ਸੀ, ਪਰ ਜੈਲੇ ਕੰਨਿਓ ਕੰਨੀ ਕਤਰਾਉਂਦੀ ਸੀ। ਜਿਉਂ ਰਾਤ ਪੈਂਦੀ ਬੰਤੀ ਦੇ ਤਾਂ ਭਾਦੀ ਬਣ ਜਾਂਦੀ ਸੀ। ਜੈਲਾ, ਬੱਗਾ ਅਤੇ ਮੱਘਰ ਸਿਉਂ ਵਿਹੜੇ ਵਿੱਚ ਹੀ ਮੰਜੇ ਡਾਹ ਕੇ ਪੈਂਦੇ ਸਨ ਤੇ ਬੰਤੀ ਅੰਦਰਲੀ ਸਵਾਤ ਦੇ ਵਿੱਚ ਚੰਗੀ ਤਰ੍ਹਾਂ ਕੁੰਡਾ ਲਾ ਕੇ ਪੈਂਦੀ ਸੀ। ਉਹਨੂੰ ਹਮੇਸ਼ਾ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਕੋਈ ਅੱਧੀ ਰਾਤ ਕਮਰੇ ਦੇ ਵਿੱਚ ਹੀ ਨਾ ਆਣ ਵੜੇ। ਬੰਤੀ ਦਾ ਡਰ ਵੀ ਸੱਚਾ ਸੀ। ਇੱਕ ਵਾਰੀ ਜੈਲੇ ਨੇ ਖਾਧੀ ਪੀਤੀ ਦੇ ਵਿੱਚ ਬੰਤੀ ਦਾ ਦਰਵਾਜ਼ਾ ਆਣ ਖੜਕਾਇਆ। ਜਦੋਂ ਕਿੰਨੀ ਵਾਰੀ ਬੂਹਾ ਭੰਨਣ ਮਗਰੋਂ ਵੀ ਕੋਈ ਆਵਾਜ਼ ਨਾ ਆਈ ਤਾਂ ਜੈਲਾ ਆਪਣੇ ਮੰਜੇ ਤੇ ਜਾ ਕੇ ਡਿੱਗ ਪਿਆ। ਬੰਤੀ ਨੇ ਦਰਵਾਜ਼ੇ ਦੀਆਂ ਵਿਰਲਾਂ 'ਚੋਂ ਝਾਕਿਆ ਤੇ ਪਤਾ ਲੱਗਿਆ ਕਿ ਇਹ ਜੈਲਾ ਹੀ ਸੀ। ਉਹ ਰਾਤੀ ਬੰਤੀ ਆਪਣੀ ਬੀਬੀ ਨੂੰ ਯਾਦ ਕਰਕੇ ਬਹੁਤ ਰੋਈ। ਮੱਘਰ ਸਿਉਂ ਕੋਲ ਪੈਲੀ ਵਾਹਵਾ ਸੀ, ਇਸ ਲਈ ਘਰ ਦੇ ਵਿੱਚ ਦਾਣੇ ਪਾਣੀ ਦੀ ਕੋਈ ਕਮੀ ਨਹੀਂ ਸੀ। ਮੱਘਰ ਸਿਉਂ ਆਪ ਤੇ ਉਸਦੇ ਦੋਵੇਂ ਪੁੱਤਰ ਖੇਤਾਂ ਦੇ ਵਿੱਚ ਦਿਨ ਰਾਤ ਕੰਮ ਕਰਦੇ ਸਨ। ਜੈਲਾ ਤੇ ਬੱਗਾ ਭਾਵੇਂ ਬਹੁਤਾ ਨਹੀਂ ਸਨ ਪੜ੍ਹੇ, ਪਰ ਗੁਜ਼ਾਰੇ ਜੋਗੇ ਅੱਖਰ ਤਾਂ ਉਠਾਲ ਹੀ ਲੈਂਦੇ ਸਨ। ਕਦੇ ਕਦਾਈ ਜਦ ਕਦੇ ਲਿਖਾ ਪੜ੍ਹੀ ਦੀ ਲੋੜ ਪੈਂਦੀ ਤਾਂ ਮੱਘਰ ਸਿਉਂ ਪਿੰਡ ਦੇ ਲਾਲੇ ਦੀ ਮਦਦ ਲੈ ਲੈਂਦਾ, ਪਰ ਕਦੇ ਵੀ ਆਪਣੀ ਧੀ ਬੰਤੀ ਨੂੰ ਨਹੀਂ ਕਹਿੰਦਾ ਸੀ। ਉਹ ਤਾਂ ਬੰਤੀ ਨੂੰ ਕਦੇ ਨਾਂ ਲੈ ਕੇ ਵੀ ਨਹੀਂ ਬੁਲਾਉਂਦਾ ਸੀ, ਸਗੋਂ ਕੁੜੀਏ ਕਹਿ ਕੇ ਬੁਲਾਉਂਦਾ ਸੀ। ਬੰਤੀ ਵੀ ਘਰ ਦੇ ਵਿੱਚ ਤੁਰੀ ਫਿਰਦੀ ਆਪਣਾ ਕੰਮ ਕਰੀ ਜਾਂਦੀ। ਰੱਬ ਨਾਲ ਉਸਨੇ ਕਦੇ ਵੀ ਕੋਈ ਸ਼ਿਕਵਾ ਨਹੀਂ ਕੀਤਾ। ਬਸ ਸ਼ਿਕਾਇਤ ਸੀ ਤਾਂ ਸਿਰਫ ਇਕੱਲੇਪਣ ਦੀ, ਜੋ ਬੰਤੀ ਨੂੰ ਦਿਨ ਰਾਤ ਵੱਢ ਖਾ ਰਿਹਾ ਸੀ। ਉਹ ਪਰਿਵਾਰ ਦੇ ਵਿੱਚ ਰਹਿ ਕੇ ਵੀ ਪਿਆਰ ਮੁਹੱਬਤ ਦੀ ਸਾਂਝ ਤੋਂ ਸਖਣੀ ਸੀ। ਆਪਣਾ ਘਰ ਹੁੰਦੇ ਹੋਏ ਵੀ ਘਰ ਦੇ ਵਿੱਚ ਓਪਰਿਆਂ ਦੇ ਵਾਂਗ ਤੁਰੀ ਫਿਰਦੀ ਸੀ। ਐਤਕੀ ਦੇ ਹਾੜ ਤੋਂ ਬੰਤੀ ਨੂੰ 17ਵਾਂ ਚੜ ਗਿਆ ਸੀ
ਜਵਾਨੀ ਦੀ ਦਹਲੀਜ਼ ਤੇ ਪੈਰ ਧਰਦਿਆਂ ਬੰਤੀ ਦਾ ਬਚਪਨ ਕਿਤੇ ਖੰਭ ਲਾ ਕੇ ਉੱਡ ਗਿਆ ਸੀ। ਹੁਣ ਗੁੱਡੀਆਂ ਪਟੋਲਿਆਂ ਨਾਲ ਬਹੁਤਾ ਪਿਆਰ ਨਾ ਰਿਹਾ। ਇੱਕ ਅਜੀਬ ਜਿਹੀ ਕਸ਼ਿਸ਼, ਇੱਕ ਖਿੜਾਵ ਦਿਲੋਂ ਦਿਮਾਗ ਤੇ ਛਾਇਆ ਰਹਿੰਦਾ। ਖੌਰੇ ਇਹ ਕੀ ਸੀ? ਬੰਤੀ ਨੂੰ ਦੱਸਣ ਵਾਲਾ ਕੋਈ ਨਹੀਂ ਸੀ। ਉਮਰ ਦੇ ਇਸ ਪੜਾਵ ਤੇ ਸਭ ਤੋਂ ਵੱਧ ਜ਼ਰੂਰਤ ਆਪਣੀ ਮਾਂ ਦੀ ਹੁੰਦੀ ਹੈ, ਜਿਹੜਾ ਇਹਨਾਂ ਅਹਿਸਾਸਾਂ ਨੂੰ ਸਾਂਝੇ ਕਰਦੀ ਹੈ। ਪਰ ਬੰਤੀ ਇਸ ਸਭ ਕਾਸੇ ਤੋਂ ਸੱਖਣੀ ਸੀ। ਅੱਜ ਸੰਗਰਾਂਦ ਦਾ ਦਿਨ ਸੀ। ਗੁਰਦੁਆਰੇ ਵਿੱਚੋਂ ਭਾਈ ਜੀ ਦੇ ਲਈ ਹੋਏ ਪਹਿਲੇ ਵਾਕ ਨਾਲ ਬੰਤੀ ਦਾ ਜੀ ਕੀਤਾ ਕਿ ਅੱਜ ਗੁਰਦੁਆਰੇ ਮੱਥਾ ਟੇਕ ਕੇ ਆਵਾਂ। ਫਟਾਫਟ ਘਰ ਦਾ ਕੰਮ ਮੁਕਾ ਕੇ ਉਹ ਆਪਣੇ ਘਰ ਦੇ ਨਾਲ ਮਹਿੰਦਰ ਚਾਚੀ ਕੋਲ ਗੁਰਦੁਆਰੇ ਜਾਣ ਲਈ ਗਈ। ਬੰਤੀ, ਚਾਚੀ ਅੱਜ ਬਾਬੇ ਦਾ ਦਿਹਾੜਾ ਹੈ, ਚੱਲ ਅੱਜ ਗੁਰੂ ਘਰ ਮੱਥਾ ਟੇਕ ਆਈਏ। ਮਹਿੰਦਰ, ਕੁੜੇ ਤੇਰਾ ਚਾਚਾ ਤਾਂ ਖੇਤ ਗਿਆ ਹੋਇਆ ਹੈ ਤੇ ਮੈਂ ਉਹਦੀ ਹਾਜ਼ਰੀ ਲਾਉਣੀ ਹੈ। ਬੰਤੀ, ਕੋਈ ਨਹੀਂ ਚਾਚੀ, ਮੈਂ ਲਾ ਦਿੰਨੀ ਆ, ਤੂੰ ਆਪਣਾ ਫਟਾਫਟ ਨਹਾਉਣ ਦੀ ਕਰ। ਮਹਿੰਦਰ, ਜਿਉਂਦੀ ਰਹਿ ਧੀਏ, ਰੱਬ ਤੇਰਾ ਕਿਸੇ ਵਧੀਆ ਘਰ ਦੇ ਵਿੱਚ ਸਾਕ ਕਰੇ। ਮਹਿੰਦਰ ਨੇ ਜਦੋਂ ਇਹ ਵਾਲੀ ਅਸੀਸ ਦਿੱਤੀ ਤਾਂ ਬੰਤੀ ਮੁਸ਼ਕੜੀਆ ਹੱਸ ਪਈ। ਮਹਿੰਦਰ ਚਾਚੀ ਤੇ ਮੱਘਰ ਸਿਉਂ ਨੂੰ ਪੂਰਾ ਭਰੋਸਾ ਸੀ, ਇਸ ਕਰਕੇ ਬੰਤੀ ਨੂੰ ਸਿਰਫ ਮਹਿੰਦਰ ਚਾਚੀ ਦੇ ਨਾਲ ਹੀ ਅੰਦਰ ਬਾਹਰ ਜਾਣ ਦੀ ਇਜਾਜ਼ਤ ਸੀ। ਬੰਤੀ ਨੇ ਡੋਲੂ ਵਿੱਚ ਆਟਾ ਪਾਇਆ ਤੇ ਦੋਵੇਂ ਗੁਰੂ ਘਰ ਜਾਣ ਲਈ ਚੱਲ ਪਈਆਂ। ਸੱਥ ਵਿੱਚੋਂ ਲੰਘਦੇ ਹੋਏ ਮਹਿੰਦਰ ਚਾਚੀ ਤੇ ਬੰਤੀ ਵੱਲ ਪਿੰਡ ਦੀ ਮੰਡੀਰ ਬੜੇ ਧਿਆਨ ਨਾਲ ਦੇਖ ਰਹੀ ਸੀ, ਪਰ ਸੱਥ ਵਿੱਚ ਜੈਲੇ ਦੇ ਬੈਠੇ ਹੋਣ ਕਰਕੇ ਕਿਸੇ ਨੇ ਕੋਈ ਮਸ਼ਕਰੀ ਨਹੀਂ ਕੀਤੀ। ਬੰਤੀ ਨੇ ਦੂਰੋਂ ਵੇਖ ਕੇ ਜੈਲੇ ਨੂੰ ਅਣਗੌਲਿਆ ਕਰ ਦਿੱਤਾ। ਅੱਖਾਂ ਬੰਦ ਕਰਕੇ ਬੈਠੀ ਬੰਤੀ ਖੌਰੇ ਰੱਬ ਤੋਂ ਕੀ ਮੰਗ ਰਹੀ ਸੀ। ਪ੍ਰਸ਼ਾਦ ਲੈਣ ਲੱਗੀ ਤਾਂ ਲੰਬੜਾਂ ਦੇ ਮੁੰਡੇ ਨੇ ਅੱਖਾਂ ਹੀ ਅੱਖਾਂ ਵਿੱਚ ਜਿਵੇਂ ਕੋਈ ਮਸ਼ਕਰੀ ਕੀਤੀ ਤੇ ਬੰਤੀ ਝੇਪ ਜਿਹੀ ਗਈ। ਦਿਨ ਢਲ ਚੁੱਕਿਆ ਸੀ। ਬੰਤੀ ਨੇ ਚੁੱਲ੍ਹੇ ਤੇ ਦਾਲ ਧਰੀ। ਮੱਘਰ ਸਿਉਂ ਤੇ ਬੱਗਾ ਖੇਤੋਂ ਮੁੜੇ ਤੇ ਆਉਂਦੇ ਹੀ ਦੀ ਰੋਟੀ ਖਾਣ ਬਹਿ ਗਏ। ਥੋੜੀ ਦੇਰ ਮਗਰੋਂ ਜੈਲਾ ਵੀ ਘਰੇ ਪਹੁੰਚ ਗਿਆ। ਬੰਤੀ ਨੇ ਰੋਟੀ ਥਾਲੀ ਵਿੱਚ ਪਾ ਕੇ ਰੱਖ ਦਿੱਤੀ। ਜੈਲੇ ਦੇ ਕੋਲ ਖੜਦੇ ਦੇ ਬੰਤੀ ਨੂੰ ਸ਼ਰਾਬ ਦੀ ਵੀ ਬੂ ਆਈ। ਜੈਲੇ ਨੂੰ ਬੰਤੀ ਦੀ ਇਹ ਗੱਲ ਬਹੁਤ ਭੈੜੀ ਲੱਗਦੀ। ਥਾਲੀ ਹੱਥ ਵਿੱਚ ਨਾ ਫੜਾਉਣ ਦੀ ਵਜ੍ਹਾ ਕਰਕੇ ਹਰਖ ਦੇ ਮਾਰੇ ਨੇ ਦਾਲ ਦੀ ਕੌਲੀ ਵਗਾ ਕੇ ਮਾਰੀ। ਜੈਲਾ, ਆ ਰੋਜ਼ ਹੀ ਘਾਹ ਫੂਸ ਧਰ ਲੈਨੀ ਹੈ, ਕੋਈ ਹੋਰ ਸਬਜ਼ੀ ਸੁਬਜੀ ਨਹੀਂ ਮਿਲਦੀ ਤੈਨੂੰ? ਬੰਤੀ ਕੁਝ ਨਾ ਬੋਲੀ ਤੇ ਚੁੱਪ ਕਰਕੇ ਰੋਟੀ ਲਾਉਂਦੀ ਰਹੀ। ਮੱਘਰ ਸੀ, ਉਹ ਸਾਰਾ ਕੁਝ ਬੈਠਾ ਸਾਹਮਣੇ ਬੈਠਾ ਦੇਖ ਰਿਹਾ ਸੀ। ਜਦੋਂ ਜੈਲਾ ਬੁੜਬੜਾਉਣ ਤੋਂ ਨਾ ਹਟਿਆ ਤਾਂ ਮੱਘਰ ਸਿਉਂ ਨੇ ਚੁੱਪ ਤੋੜੀ। ਮੱਘਰ ਸਿਉਂ, ਨਾ ਬਾਹਰੋਂ ਡਫਕ ਕੇ ਤਾਂ ਆਇਆ ਤੂੰ, ਹੁਣ ਤੈਨੂੰ ਦਾਲ ਕੀ ਚੰਗੀ ਲੱਗਣੀ ਹੈ? ਜੈਲਾ, ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੁੰਨੇ ਆ, ਫੇਰ ਕੀ ਹੋਇਆ ਜੇ ਭੋਰਾ ਜੀ ਘੁੱਟ ਲਾ ਵੀ ਲਈ? ਮੱਘਰ ਸਿੰਘ, ਉਹ ਤੂੰ ਬਹੁਤਾ ਨਾ ਬੋਲੀ ਮੇਰੇ ਅੱਗੇ। ਇਸ ਤੋਂ ਪਹਿਲਾਂ ਕਿ ਮੱਘਰ ਸਿਉਂ ਕੁਝ ਹੋਰ ਜੈਲੇ ਨੂੰ ਕਹਿੰਦਾ, ਜੈਲਾ ਕਾਹਲੀ ਦੇ ਕਦਮ ਪੁੱਟਦਾ ਹੋਇਆ ਗੇਟ ਚੋਂ ਬਾਹਰ ਨਿਕਲ ਗਿਆ। ਬੱਗਾ ਚੁੱਪਚਾਪ ਆਪਣੀ ਰੋਟੀ ਖਾਈ ਜਾ ਰਿਹਾ ਸੀ। ਉਹ ਸਭ ਕੁਝ ਸੁਣ ਕੇ ਵੀ ਅਣਸੁਣਿਆ ਕਰ ਦਿੰਦਾ ਤੇ ਬੰਤੀ ਸਮਝ ਗਈ ਸੀ ਕਿ ਜੈਲੇ ਨੂੰ ਕਿਹੜੀ ਗੱਲ ਦਾ ਗੁੱਸਾ ਚੜ ਗਿਆ ਸੀ। ਚੁੱਲ੍ਹੇ ਮੋਹਰੇ ਬੈਠੀ ਬੰਤੀ ਦਾ ਪਸੀਨਾ ਚੋ ਚੋ ਕੇ ਉਸਦੇ ਬੰਦ ਗਲਾਵੇਂ ਵਿੱਚ ਨਿਕਲ ਰਿਹਾ ਸੀ। ਬੰਤੀ ਚਾਹੇ ਮੱਘਰ ਸਿਉਂ ਦੀ ਸਕੀ ਔਲਾਦ ਨਹੀਂ ਸੀ, ਪਰ ਫਿਰ ਵੀ ਬੰਤੀ ਦੀ ਚਿੰਤਾ ਮੱਘਰ ਸਿਉਂ ਨੂੰ ਦਿਨ ਰਾਤ ਖਾਂਦੀ ਕਿ ਉਹਦੇ ਜਿਉਂਦੇ ਜੀ ਬੰਤੀ ਦਾ ਕਿਸੇ ਚੰਗੇ ਘਰ ਸਾਕ ਹੋ ਜਾਵੇ। ਦਿਲ ਦੇ ਕਿਸੇ ਕੋਨੇ ਵਿੱਚ ਬੰਤੀ ਲਈ ਮੋਹ ਜ਼ਰੂਰ ਜਾਗਦਾ ਸੀ, ਚਾਹੇ ਉਹ ਬੋਲ ਕੇ ਬਿਆਨ ਨਹੀਂ ਕਰਦਾ ਸੀ। ਉਹਦੀ ਚੋਪੀ ਇਸ ਮੋਹ ਪਿਆਰ ਦਾ ਸਬੂਤ ਸੀ। ਇਹ ਅਲੱਗ ਗੱਲ ਸੀ ਕਿ ਬੰਤੀ ਨੂੰ ਆਪਣੇ ਪਿਓ ਦੀ ਇਹ ਚੁੱਪ ਬਹੁਤ ਖਟਕਦੀ ਸੀ। ਉਸ ਨੂੰ ਆਪਣਾ ਪਿਓ ਵੀ ਦੁਨੀਆ ਦੀ ਭੀੜ 'ਚ ਤੁਰਿਆ ਫਿਰਦਾ ਕੋਈ ਓਪਰਾ ਮਰਦੀ ਜਾਪਦਾ। ਦਿਲ ਬਥੇਰਾ ਕਰਦਾ ਸੀ ਕਿ ਉਹ ਆਪਣੇ ਪਿਓ ਦੇ ਨਾਲ ਕੋਈ ਦਿਲ ਦੀ ਗੱਲ ਕਰ ਸਕੇ, ਪਰ ਪਤਾ ਨਹੀਂ ਕਿਉਂ ਕੁਝ ਸੋਚ ਕੇ ਬੰਤੀ ਚੁੱਪ ਜਿਹਾ ਕਰ ਜਾਂਦੀ। ਪਿਛਲੇ ਕੁਝ ਕੁ ਦਿਨਾਂ ਤੋਂ ਬੰਤੀ ਦੇਖ ਰਹੀ ਸੀ ਕਿ ਮੱਘਰ ਸਿਉਂ ਨੂੰ ਖੰਘ ਬਹੁਤ ਜ਼ਿਆਦਾ ਛਿੜ ਜਾਂਦੀ। ਖੰਘ ਕੇ ਮੱਘਰ ਸਿਉਂ ਦਾ ਮੂੰਹ ਲਾਲ ਹੋ ਜਾਂਦਾ ਤੇ ਸਾਹ ਵੀ ਔਖਾ ਹੀ ਮੁੜਦਾ। ਖੌਰੇ ਕਣਕਾਂ ਦੀਆਂ ਵਾਢੀਆਂ ਕਰਕੇ ਸੀ ਜਾਂ ਕੋਈ ਤੱਤਾ ਠੰਡਾ ਪੀਣ ਕਰਕੇ। ਬੰਤੀ ਅਜਿਹੇ ਸੋਚਾਂ ਦੇ ਘੋੜੇ ਦੜਾਉਂਦੀ, ਫਿਰ ਆਪ ਹੀ ਚੁੱਪ ਕਰ ਜਾਂਦੀ।
ਗਰਮੀ ਦੀਆਂ ਲੰਮੀਆਂ ਸਿਖਰ ਦੁਪਹਿਰਾਂ ਤੇ ਸੁਸਤੀ ਵਾਲੇ ਦਿਨ ਇੱਕ ਬਾਲਿਆਂ ਦੀ ਛੱਤ ਨਾਲ ਲੱਗਿਆ ਹੋਇਆ ਪੱਖਾ ਤੇ ਪੱਖੇ ਦੀ ਘੂੰ ਜਿਵੇਂ ਸੁੱਤੀ ਪਈ ਬੰਤੀ ਨੂੰ ਲੋਰੀ ਦੇ ਰਹੀ ਹੋਵੇ। ਜੈਲਾ ਜਿਵੇਂ ਦੱਬੇ ਪੈਰੀ ਆਇਆ ਹੋਵੇ, ਬੰਤੀ ਦੇ ਮੂੰਹ ਤੇ ਲਈ ਹੋਈ ਚੁੰਨੀ ਨੂੰ ਹੌਲੀ ਥੱਲੇ ਖਸਕਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਉਹਦੀਆਂ ਭੂਰੀਆਂ ਅੱਖਾਂ ਬਹੁਤ ਹੀ ਡਰਾਉਣੀਆਂ ਲੱਗ ਰਹੀਆਂ ਸੀ। ਬੰਤੀ ਭਬਕ ਕੇ ਉੱਠੀ ਤੇ ਮਨੋਂ ਹੀ ਸ਼ੁਕਰ ਕੀਤਾ ਕਿ ਇਹ ਸਿਰਫ ਉਹਦਾ ਵਹਿਮ ਸੀ। ਕਈ ਵਾਰ ਡਰ ਬੰਦੇ ਦੇ ਦਿਲੋਂ ਦਿਮਾਗ ਤੇ ਕੁਝ ਇਸ ਤਰ੍ਹਾਂ ਸਵਾਰ ਹੋ ਜਾਂਦਾ ਕਿ ਉਹ ਚਾਹ ਕੇ ਵੀ ਆਪਣੇ ਆਪ ਨੂੰ ਇਸ ਤੋਂ ਜੁਦਾ ਨਹੀਂ ਕਰ ਸਕਦਾ। ਅਸਲ ਵਿੱਚ ਇਕੱਲਤਾ ਦੇ ਹਨੇਰੇ ਵਿੱਚ ਗਵਾਚਿਆ ਬੰਦਾ ਡਰ ਅਤੇ ਵਹਿਮ ਦੋਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਆਪਣੇ ਨਾਲ ਤੁਰਦਾ ਪਰਛਾਵਾਂ ਵੀ ਉਹਨੂੰ ਕੋਈ ਓਪਰੀ ਸ਼ੈ ਵਰਗਾ ਜਾਪਦਾ। ਕੁਝ ਇਹੋ ਜਿਹਾ ਹੀ ਹਾਲ ਬੰਤੀ ਦਾ ਹੋ ਚੁੱਕਿਆ ਸੀ। ਆਖਰ ਦਿਲ ਦੀ ਗੱਲ ਕਰੇ ਕਿਸ ਦੇ ਨਾਲ ਕਰੇ, ਸੋਚਾਂ ਦੀ ਉਧੇੜ ਬੁਣ ਦੇ ਵਿੱਚ ਫਸੀ ਬੰਤੀ ਉਦੋਂ ਬਾਹਰ ਨਿਕਲੀ ਜਦੋਂ ਵਿਹੜੇ ਵਿੱਚ ਟਰੈਕਟਰ ਦੇ ਖੜਨ ਦੀ ਆਵਾਜ਼ ਆਈ। ਬਾਹਰ ਦੇਖਿਆ ਤਾਂ ਬੱਗਾ ਸੀ। ਟਰੈਕਟਰ ਤੇ ਉੱਚੀ ਆਵਾਜ਼ 'ਚ ਲੱਗੇ ਹੋਏ ਗੀਤ ਬੰਤੀ ਦੇ ਅੰਦਰਲੇ ਸ਼ੋਰ ਨੂੰ ਭੰਗ ਕਰ ਰਹੇ ਸੀ। ਬੰਤੀ ਨੇ ਉੱਠ ਕੇ ਚਾਹ ਧਰੀ ਤਾਂ ਇੰਨੇ ਨੂੰ ਮੱਘਰ ਸਿਉਂ ਵੀ ਆਪਣੇ ਸਾਫੇ ਨਾਲ ਮੁੜਕਾ ਪੂੰਝਦਾ ਹੋਇਆ ਘਰ ਦੇ ਅੰਦਰ ਦਾਖਲ ਹੋਇਆ। ਚਾਹ ਦਾ ਗਲਾਸ ਹੱਥ 'ਚ ਫੜੀ ਬੱਗਾ ਸਾਹਮਣੇ ਵਾਲੇ ਮੰਜੇ ਤੇ ਜਾ ਬੈਠਿਆ। ਮੱਘਰ ਸਿਉਂ ਤੇ ਬੱਗਾ ਆਪਸ ਦੇ ਵਿੱਚ ਖੇਤੀ ਦੀਆਂ ਗੱਲਾਂ ਕਰਨ ਲੱਗੇ ਤੇ ਬੰਤੀ ਸ਼ਾਮ ਦੀ ਰੋਟੀ ਟੁੱਕ ਦੇ ਵਿੱਚ ਰੁੱਝ ਗਈ। ਬੱਗਾ, ਬਾਪੂ ਮੈਂ ਅੱਜ ਸ਼ਾਮ ਨੂੰ ਆਪਣੇ ਦੋਸਤਾਂ ਦੇ ਨਾਲ ਸ਼ਹਿਰ ਜਾਣਾ, ਇਸ ਲਈ ਮੈਂ ਲੇਟ ਹੋ ਜਾਣਾ। ਮੱਘਰ ਸਿਉਂ, ਕਿਉਂ ਉੱਥੇ ਕੀ ਹੈ? ਬੱਗਾ, ਉਦਾਂ ਹੀ ਬਸ ਘੁੰਮ ਫਿਰ ਕੇ ਆਉਣਾ। ਮੱਘਰ ਸਿਉਂ, ਗੱਲ ਸੁਣ, ਆਉਂਦਾ ਹੋਇਆ ਮੇਰੀ ਖੰਘ ਦੀ ਦਵਾਈ ਜ਼ਰੂਰ ਲੈ ਆਈ। ਖੌਰੇ ਗਲੇ ਨੂੰ ਕੀ ਹੋ ਗਿਆ ਹੈ? ਰੋਟੀ ਖਾਣ ਨੂੰ ਵੀ ਭੋਰਾ ਚਿੱਤ ਨਹੀਂ ਕਰਦਾ, ਕੰਮ ਕਰਦੇ ਹੋਏ ਵੀ ਸਰੀਰ ਭਾਰ ਝੱਲਦਾ ਏ। ਮੱਘਰ ਸਿਉਂ ਆਪ ਹੀ ਬੋਲਦਾ ਰਿਹਾ ਪਰ ਬੱਗੇ ਨੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ। ਬੱਗਾ ਮਨ ਹੀ ਮਨ ਆਪਣੇ ਦੋਸਤਾਂ ਦੇ ਨਾਲ ਬਣਾਏ ਹੋਏ ਸਿਨੇਮੇ ਦੇ ਪ੍ਰੋਗਰਾਮ ਦੇ ਉੱਤੇ ਖੁਸ਼ ਹੋ ਰਿਹਾ ਸੀ। ਬੱਗਾ ਕਾਹਲੀ ਨਾਲ ਚਾਹ ਦੀਆਂ 2 ਘੁੱਟਾਂ ਅੰਦਰ ਸਿੱਟ ਕੇ ਫਟਾਫਟ ਨਹਾਉਣ ਵੜ ਗਿਆ ਤੇ ਮੱਘਰ ਸਿਉਂ ਚਾਹ ਦਾ ਗਲਾਸ ਥੱਲੇ ਰੱਖ ਕੇ ਉਹੇ ਮੰਜੇ ਉੱਤੇ ਲੱਤਾਂ ਸਿੱਧੀਆਂ ਕਰਕੇ ਲੇਟ ਗਿਆ। ਸਾਹਮਣੇ ਬੈਠੀ ਸਬਜ਼ੀ ਕੱਟਦੀ ਹੋਈ ਬੰਤੀ ਨੂੰ ਮੱਘਰ ਸਿਉਂ ਬਹੁਤ ਹੀ ਕਮਜ਼ੋਰ ਜਿਹਾ ਲੱਗਿਆ। ਸਬਜ਼ੀ ਕੱਟਦੇ ਹੋਏ ਅਚਾਨਕ ਚਾਕੂ ਬੰਤੀ ਦੇ ਅੰਗੂਠੇ ਤੇ ਜਾ ਵੱਜਿਆ ਪਰ ਬੰਤੀ ਦੀ ਨਿਗਾਹ ਅਜੇ ਵੀ ਸਾਹਮਣੇ ਮੰਜੇ ਤੇ ਪਏ ਮੱਘਰ ਸਿਉਂ ਤੇ ਹੀ ਟਿਕੀ ਹੋਈ ਸੀ। ਮਨ ਕਦੇ ਵੀ ਇੱਕਸਾਰ ਨਹੀਂ ਰਹਿੰਦਾ, ਮਨ ਦੀਆਂ ਤਹਿਾਂ ਵਿੱਚ ਟੁੱਟ ਭੱਜ ਚੱਲਦੀ ਰਹਿੰਦੀ ਹੈ। ਅਸੀਂ ਵੀ ਤਾਂ ਬਦਲਦੇ ਰਹਿੰਦੇ ਹਾਂ, ਪਲ ਪਲ ਬਦਲਦੇ ਹਾਂ। ਇੱਕੋ ਵੇਲੇ ਇੱਕੋ ਜਿਹੇ ਅਸੀਂ ਕਿੱਥੇ ਹੁੰਦੇ ਹਾਂ। ਬੰਤੀ ਵੀ ਇਸੇ ਤਰ੍ਹਾਂ ਬਦਲ ਰਹੀ ਸੀ। ਇੱਕ ਪਲ ਉਸ ਦਾ ਜੀ ਉਡੂ ਕਰਦਾ ਤੇ ਦੂਜੇ ਹੀ ਪਲ ਆਪਣੇ ਪਿਓ ਮੱਘਰ ਸਿਉਂ ਦੀ ਚਿੰਤਾ ਹੋਣ ਲੱਗਦੀ। ਮੱਘਰ ਸਿਉਂ ਵੀ ਦਿਨੋਂ ਦਿਨ ਨਿਢਾਲ ਹੁੰਦਾ ਜਾ ਰਿਹਾ ਸੀ। ਉਹਨੂੰ ਬੰਤੀ ਦੇ ਸਾਕ ਦੀ ਚਿੰਤਾ ਦਿਨ ਰਾਤ ਸਤਾਉਂਦੀ। ਚਾਹੁੰਦਾ ਸੀ ਕਿ ਉਹਦੇ ਜਿਉਂਦੇ ਜੀ ਬੰਤੀ ਆਪਣੇ ਘਰ ਚਲੀ ਜਾਵੇ। ਫੇਰ ਇੱਕ ਦਿਨ ਮੱਘਰ ਸਿਉਂ ਦਾ ਦੂਰੋਂ ਨੇੜਿਓਂ ਦਾ ਕੋਈ ਰਿਸ਼ਤੇਦਾਰ ਮਿਲਣ ਆਇਆ। ਮੱਘਰ ਸਿਉਂ ਨੇ ਬੰਤੀ ਦੇ ਸਾਕ ਦੀ ਗੱਲ ਤੋਰੀ ਤਾਂ ਉਹਨੇ ਕਿਹਾ ਉਹਦੀ ਨਜ਼ਰ 'ਚ ਮੁੰਡਾ ਹੈਗਾ ਏ, 2 ਸਕੇ ਭਰਾ ਨੇ, ਵਧੀਆ ਜ਼ਮੀਨ ਜਾਇਦਾਦ ਹੈ ਪਰ ਮੁੰਡਿਆਂ ਦੀ ਮਾਂ ਨਹੀਂ। ਉਹ ਕਿਸੇ ਚੰਗੀ ਕੁੜੀ ਦੀ ਤਲਾਸ਼ ਵਿੱਚ ਨੇ ਜਿਹੜੀ ਉਹਨਾਂ ਦਾ ਘਰ-ਬਾਰ ਸਾਂਭ ਸਕੇ। ਪਿੰਡੋਂ ਬਾਹਰ ਉਹਨਾਂ ਦੀ ਹਵੇਲੀ ਹੈ। ਮੱਘਰ ਸਿਉਂ ਮੰਨ ਗਿਆ ਤੇ ਉਹਦੀ ਪੁੰਨਿਆਂ ਨੂੰ ਵੇਖ ਵਿਖਾਈ ਦਾ ਦਿਨ ਮਿੱਥ ਲਿਆ ਗਿਆ। ਮੱਘਰ ਸਿਉਂ ਖੁਸ਼ ਸੀ ਕਿ ਚੰਗਾ ਘਰ-ਬਾਰ ਮਿਲ ਗਿਆ ਸੀ, ਪੁੰਨਿਆਂ ਦਾ ਦਿਨ ਵੀ ਆ ਗਿਆ ਸੀ। ਮੱਘਰ ਸਿਉਂ ਨੇ ਮਹਿੰਦਰ ਚਾਚੀ ਨੂੰ ਬੁਲਾ ਲਿਆ ਸੀ ਪਰ ਘਰ ਦੀ ਬੈਠਕ ਨੂੰ ਸਜਾਇਆ ਗਿਆ। ਸਾਰਾ ਕੁਝ ਇੰਨੀ ਜਲਦੀ ਹੋ ਰਿਹਾ ਸੀ ਕਿ ਬੰਤੀ ਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ। ਬੰਤੀ ਨੂੰ ਕੱਚੀ ਉਮਰ ਦੇ ਕੱਚੇ ਪਿੱਲੇ ਜਿਹੇ ਸਾਸਾਂ ਦਾ ਚਾਹ ਹੋ ਰਿਹਾ ਸੀ। ਬੰਤੀ ਨੂੰ ਦੇਖਣ ਮੁੰਡਾ ਤੇ ਉਸ ਦਾ ਪਿਓ ਹੀ ਆਏ। ਹਾਂ ਸੱਚ, ਇੱਕ ਜਨਾਨੀ ਵੀ ਉਹਨਾਂ ਦੇ ਨਾਲ ਸੀ। ਗੱਲਾਂ ਵਿੱਚ ਪਤਾ ਲੱਗਿਆ ਕਿ ਇਹ ਮੁੰਡੇ ਦੀ ਦੂਰੋਂ ਨੇੜਿਓਂ ਭੂਆ ਲੱਗਦੀ ਸੀ। ਬੰਤੀ ਨੇ ਦੇਖਿਆ ਕਿ ਸੰਧੂਰੀ ਰੰਗ ਦੀ ਪੱਗ ਬੰਨੀ ਬੈਠਾ ਮੁੰਡਾ ਉਸ ਨੂੰ ਘੂਰ ਕੇ ਦੇਖ ਰਿਹਾ ਸੀ। ਫਿਰ ਥੋੜੀ ਦੇਰ ਬਾਅਦ ਮਹਿੰਦਰ ਚਾਚੀ ਨੇ ਬੰਤੀ ਨੂੰ ਦੱਸਿਆ ਕਿ ਉਹਨਾਂ ਦੀ ਹਾਂ ਏ ਤੇ ਆਉਂਦੇ ਅੱਸੂ ਦੇ ਪਹਿਲੇ ਨਰਾਤੇ ਵਿਆਹ ਰੱਖ ਦਿੱਤਾ ਗਿਆ। ਮੱਘਰ ਸਿੰਘ ਆਪਣੀ ਚਿੰਤਾ ਤੋਂ ਮੁਕਤ ਹੋ ਗਿਆ
ਜੈਲਾ ਇਹ ਸਭ ਕਾਸੇ ਤੋਂ ਪਰੇ ਰਿਹਾ ਤੇ ਬੱਗਾ ਘਰੇ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੀ ਰਿਹਾ। ਉਹਨੇ ਕੋਈ ਪ੍ਰਤੀਕਿਰਿਆ ਹੀ ਨਹੀਂ ਕੀਤੀ ਤੇ ਇਸ ਸਭ ਕਾਸੇ 'ਚ ਉਲਝੀ ਜਈ ਬੰਤੀ ਵੀ ਤੁਰੀ ਫਿਰਦੀ ਸੀ। ਇੱਕ ਸ਼ਾਹੀ ਫਰਮਾਨ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਉਹਦੀ ਜ਼ਿੰਦਗੀ ਦਾ ਫੈਸਲਾ ਕੁਝ ਆਪਣੇ ਤੇ ਕੁਝ ਅਣਪਛਾਤੇ ਜੇ ਬੰਦਿਆਂ ਵੱਲੋਂ ਲੈ ਲਿਆ ਗਿਆ ਸੀ, ਨਹੀਂ ਸੱਚ ਥੋਪ ਦਿੱਤਾ ਗਿਆ। ਜਿਸ ਦੀ ਨਾਫਰਮਾਨੀ ਕਰਨਾ ਓਡਾ ਹੀ ਗੁਨਾਹ ਗਿਣਿਆ ਜਾਂਦਾ ਹੋਵੇ ਜਿੱਦਾਂ ਕਿਸੇ ਦੇਸ਼ ਦੇ ਸਰਕਾਰੀ ਕਾਨੂੰਨ ਵਰਗਾ। ਹੁਣ ਬੰਤੀ ਆਪਣੇ ਦਿਨ ਰਾਤ ਦੇ ਸੁਪਨੇ ਉਹਦੇ ਨਾਂ ਦੇ ਬੁਣਨ ਲੱਗ ਪਈ ਸੀ। ਖੌਰੇ ਦਿਲ ਦੀ ਫਰੇਮ ਵਿੱਚ ਆਉਣ ਵਾਲੀ ਜ਼ਿੰਦਗੀ ਦੀ ਤਸਵੀਰ ਨੂੰ ਜਿਵੇਂ ਘੜਨ ਦੀ ਕੋਸ਼ਿਸ਼ ਕਰ ਰਹੀ ਹੋਵੇ ਜਾਂ ਫਿਰ ਆਪਣੇ ਆਪ ਨੂੰ ਕਿਸੇ ਦੀ ਹੋਣ ਦੀ ਆਦਤ ਪਾ ਰਹੀ ਹੋਵੇ। ਇੱਕ ਆਦਤ ਨਹੀਂ ਤਾਂ ਜੀ ਰਹੇ ਆ ਆਪਾਂ, ਪਸੰਦ ਨਾ ਪਸੰਦ ਤਾਂ ਬਹੁਤ ਦੂਰ ਦੀ ਗੱਲ ਹੈ। ਬੰਤੀ ਦੇ ਵਿਆਹ ਦੇ ਦਿਨ ਵਾਹੋ ਦਾਹੀ ਭੱਜੇ ਆ ਰਹੇ ਸਨ। ਮਹਿੰਦਰ ਚਾਚੀ ਨੇ ਨਾਲ ਹੋ ਕੇ ਵਿਆਹ ਦੀ ਸਾਰੀ ਤਿਆਰੀ ਕਰਵਾਈ, ਭਾਵੇਂ ਕਿ ਅਗਲਿਆਂ ਨੇ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਕੁਝ ਨਹੀਂ ਚਾਹੀਦਾ, ਪਰ ਫੇਰ ਵੀ ਜਿੰਨਾ ਕੁ ਹੋ ਸਕਦਾ ਕੱਪੜਾ ਲੀੜਾ ਦਾਜ ਦਹੇਜ ਦਾ ਥੋੜਾ ਬਹੁਤਾ ਤਿਆਰ ਕੀਤਾ ਗਿਆ। ਮਹਿੰਦਰ ਚਾਚੀ ਦੇਖਿਆ ਕੁੜੇ, ਮੈਂ ਕਿਹਾ ਸੀ ਨਾ ਰਾਜ ਕਰੇਂਗੀ ਰਾਜ। ਮਹਿੰਦਰ ਚਾਚੀ ਬੰਤੀ ਦੀ ਕਿਸਮਤ ਤੇ ਰਸ਼ਕ ਕਰ ਰਹੀ ਸੀ। ਮੱਘਰ ਸਿਉਂ ਤੇ ਬੱਗਾ ਵੀ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਸਨ, ਪਰ ਜੈਲੇ ਨੇ ਕੋਈ ਦਿਲਚਸਪੀ ਨਾ ਦਿਖਾਈ। ਉਹ ਕਾਫੀ ਦੇਰ ਖੇਤ ਗਿਆ, ਮੁੜਿਆ ਹੀ ਨਹੀਂ ਸੀ। ਮੱਘਰ ਸਿਉਂ ਤਾਂ ਚਾਹੁੰਦਾ ਸੀ ਕਿ ਬੰਤੀ ਦੇ ਵਿਆਹ ਤੋਂ ਪਹਿਲਾਂ ਜੈਲੇ ਜਾਂ ਬੱਗੇ ਦਾ ਦੋਹਾਂ ਚੋਂ ਕਿਸੇ ਦਾ ਇੱਕ ਦਾ ਵਿਆਹ ਹੋ ਜਾਵੇ ਤਾਂ ਜੋ ਰੋਟੀ ਪੱਕਦੀ ਹੋ ਜਾਵੇ, ਪਰ ਮੁੰਡਿਆਂ ਦਾ ਅਜੇ ਕੋਈ ਵੀ ਰਿਸ਼ਤਾ ਨਹੀਂ ਸੀ ਉੱਠ ਰਿਹਾ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆ ਰਹੇ ਸੀ, ਬੰਤੀ ਦੇ ਦਿਲ ਦੇ ਚਾਅ ਅੰਗੜਾਈਆਂ ਲੈ ਰਹੇ ਸੀ, ਪਰ ਨਾਲ ਹੀ ਇੱਕ ਡਰ ਜਿਹਾ ਵੀ ਅੰਦਰੋਂ ਖਾਈ ਜਾ ਰਿਹਾ ਸੀ ਕਿ ਇੰਨੇ ਵੱਡੇ ਤੇ ਅਮੀਰ ਲੋਕਾਂ ਦੀ ਪਸੰਦ ਸਿਰਫ ਉਸੇ ਤੇ ਜਾ ਕੇ ਕਿਉਂ ਮੁੱਕ ਗਈ ਸੀ। ਬੰਤੀ ਦੀ ਸੋਚ ਕਈ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਘਿਰੀ ਰਹਿੰਦੀ। ਆਖਰ ਨੂੰ ਉਹ ਦਿਨ ਵੀ ਆ ਗਿਆ ਜਿਸ ਦਾ ਬੰਤੀ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਬੰਤੀ ਨੂੰ ਰੱਜ ਕੇ ਰੂਪ ਚੜਿਆ ਸੀ। ਲਾਲ ਸੂਟ ਲਾਲ ਚੂੜੇ ਦੇ ਵਿੱਚ ਬੰਤੀ ਬਹੁਤ ਜੱਚ ਰਹੀ ਸੀ। ਬੰਤੀ ਨੂੰ ਦੇਖ ਕੇ ਮੱਘਰ ਸਿਉਂ ਨੂੰ ਇੱਕ ਵਾਰੀ ਤਾਂ ਭੁਲੇਖਾ ਅਮਰੋ ਦਾ ਹੀ ਪੈ ਗਿਆ, ਨਿਰੀ ਪੁਰੀ ਆਪਣੀ ਮਾਂ ਵਰਗੀ। ਮਹਿੰਦਰ ਚਾਚੀ, ਕੁੜੇ ਬੜੀ ਸੋਹਣੀ ਲੱਗ ਰਹੀ ਐ। ਬੰਤੀ ਨੇ ਹੱਸ ਕੇ ਨੀਵੀਂ ਪਾ ਲਈ। ਮਹਿੰਦਰ ਚਾਚੀ ਨੇ ਬੰਤੀ ਦੀ ਨਜ਼ਰ ਉਤਾਰੀ ਤੇ ਮਾਂ ਬਣ ਕੇ ਸਾਰੇ ਫਰਜ਼ ਪੂਰੇ ਕੀਤੇ। ਸੁਖਜੀਤ ਬੰਤੀ ਦਾ ਘਰ ਵਾਲਾ, ਉਸਨੇ ਵੀ ਲਾਲ ਪੱਗ ਬੰਨੀ ਹੋਈ ਸੀ। ਪਿੰਡ ਦੀਆਂ ਕੁੜੀਆਂ ਚੋਰੀ-ਚੋਰੀ ਸੁਖਜੀਤ ਵੱਲ ਦੇਖ ਰਹੀਆਂ ਸਨ। ਆਖਰ ਦੋਹਾਂ ਦੀ ਜੋੜੀ ਜੱਚ ਰਹੀ ਸੀ। ਵਿਆਹ ਹੋ ਗਿਆ। ਫੁੱਲਾਂ ਨਾਲ ਸੱਜੀ ਹੋਈ ਇੱਕ ਅੰਬੈਸਡਰ ਕਾਰ ਦੇ ਵਿੱਚ ਬੈਠੀ ਬੰਤੀ ਇੱਕ ਨਵੇਂ ਸਫ਼ਰ ਦੇ ਲਈ ਚੱਲ ਪਈ। ਪਿੰਡ ਦੀਆਂ ਗਲੀਆਂ, ਉਹ ਕੱਚੇ ਰਾਹ, ਮਹਿੰਦਰ ਚਾਚੀ, ਜੈਲਾ, ਬੱਗਾ, ਮੱਘਰ ਸਿਉਂ ਜਿਵੇਂ ਸਭ ਕਿਤੇ ਪਿੱਛੇ ਛੁੱਟਦੇ ਜਾ ਰਹੇ ਸੀ। ਇੱਕ ਵੱਡੀ ਸਾਰੀ ਹਵੇਲੀ ਦੇ ਅੱਗੇ ਗੱਡੀ ਰੁਕੀ। ਸੁਖਜੀਤ ਦੀ ਭੂਆ ਨੇ ਸਾਰੇ ਸ਼ਗਨ ਵਿਹਾਰ ਕੀਤੇ ਤੇ ਬੰਤੀ ਨੂੰ ਅੰਦਰ ਹਵੇਲੀ ਦੇ ਅੰਦਰ ਲੈ ਆਈ। ਨੀਵੀਂ ਪਾਈ ਬੰਤੀ ਨੇ ਇਸ ਹਵੇਲੀ ਦੇ ਵਿੱਚ ਆਪਣਾ ਪਹਿਲਾ ਕਦਮ ਰੱਖਿਆ, ਪਰ ਸਵੇਰ ਦੀਆਂ ਵਿਆਹ ਦੀਆਂ ਰਸਮਾਂ ਤੋਂ ਲੈ ਕੇ ਹੁਣ ਤੱਕ ਬੰਤੀ ਨੇ ਇੱਕ ਵਾਰ ਵੀ ਸੁਖਜੀਤ ਵੱਲ ਵੇਖਿਆ ਨਹੀਂ ਸੀ। ਉਹਦੇ ਦਿਲ ਦੇ ਚਾਅ ਅੰਗੜਾਈਆਂ ਲੈ ਰਹੇ ਸੀ ਤੇ ਸੁਖਜੀਤ ਨੂੰ ਦੇਖਣ ਦੇ ਲਈ ਕਾਹਲੇ ਸਨ, ਪਰ ਗੱਡੀ ਉਤਰਦੇ ਹੀ ਸੁਖਜੀਤ ਪਤਾ ਨਹੀਂ ਕਿੱਧਰ ਚਲਾ ਗਿਆ ਸੀ। ਭੂਆ, ਲੈ ਕੁੜੇ, ਆ ਇਹ ਤੇਰਾ ਕਮਰਾ ਹੁਣ, ਤੇ ਆ ਸਾਂਭਣਾ ਇਹ ਕਮਰਾ ਵੀ ਤੇ ਸੁਖਜੀਤ ਵੀ। ਬੰਤੀ ਭੂਆ ਦੀ ਗੱਲ ਸੁਣ ਕੇ ਸ਼ਰਮਾ ਗਈ ਤੇ ਨੀਵੀਂ ਪਾ ਲਈ। ਭੂਆ ਇੰਨਾ ਕਹਿ ਕੇ ਕਮਰੇ ਚੋਂ ਬਾਹਰ ਨਿਕਲ ਗਈ। ਇੱਕ ਵੱਡਾ ਸਾਰਾ ਹਾਲ ਜਿਹਾ ਕਮਰਾ, ਕਮਰੇ ਦੇ ਵਿੱਚ ਲੱਗੀਆਂ ਹੋਈਆਂ ਤਰ੍ਹਾਂ ਤਰ੍ਹਾਂ ਦੀਆਂ ਤਸਵੀਰਾਂ, ਇੱਕ ਵੱਡਾ ਝੂਮਰ ਤੇ ਇਸ ਸਭ ਕਾਸੇ ਦੇ ਸਮਾਨ ਦੀ ਤਰ੍ਹਾਂ ਬੰਤੀ ਵੀ ਇਸ ਸਮਾਨ 'ਚ ਆ ਕੇ ਟਿਕ ਗਈ ਸੀ। ਆਪਣੀ ਪੋਲੇ ਪੋਲੇ ਕਦਮਾਂ ਦੇ ਨਾਲ ਤੁਰਦੀ ਹੋਈ ਉਹ ਇਸ ਕਮਰੇ ਨੂੰ ਘੁੰਮ ਫਿਰ ਕੇ ਦੇਖ ਰਹੀ ਸੀ। ਉਹ ਜਿੰਨਾ ਵੀ ਚੁਫੇਰਿਓਂ ਨਜ਼ਰ ਦੜਾਉਂਦੀ ਓਨਾ ਹੀ ਹੈਰਾਨ ਹੁੰਦੀ ਜਾਂਦੀ। ਅਰਮਾਨਾਂ ਦੇ ਨਾਲ ਲੱਦੀ ਹੋਈ ਬੰਤੀ ਨੂੰ ਕਦੋਂ ਨੀਂਦ ਨੇ ਘੇਰਾ ਪਾ ਲਿਆ ਉਸ ਨੂੰ ਪਤਾ ਹੀ ਨਹੀਂ ਚੱਲਿਆ।
ਕਮਰੇ ਦੇ ਵਿੱਚ ਨਾ ਕੋਈ ਗਿਆ ਤੇ ਨਾ ਕੋਈ ਆਇਆ। ਬੰਤੀ ਦੇ ਨਾਲ ਉਸਦੇ ਦਿਲ ਵਿੱਚ ਧੜਕਦੇ ਹੋਏ ਨਵੇਂ ਚਾਅ, ਨਵੇਂ ਅਰਮਾਨ ਵੀ ਸੌ ਰਹੇ ਸੀ ਤੇ ਤਲੀਆਂ ਤੇ ਲੱਗੀ ਹੋਈ ਮਹਿੰਦੀ ਰਾਤੋਂ ਰਾਤ ਹੋਰ ਗੂੜੀ ਹੁੰਦੀ ਜਾ ਰਹੀ ਸੀ। ਪਰ ਜਿਹਦੇ ਨਾਂ ਦੀ ਇਹ ਮਹਿੰਦੀ ਬੰਤੀ ਨੇ ਆਪਣੇ ਹੱਥਾਂ ਤੇ ਰਚਾਈ ਸੀ, ਉਹ ਕਿੱਥੇ ਸੀ? ਉਧਰ ਸੁਖਜੀਤ ਘਰ ਨਹੀਂ ਮੁੜਿਆ, ਆਪਣੇ ਕਿਸੇ ਚਾਹਣ ਵਾਲੇ ਨਾਲ ਸਮਾਂ ਬਿਤਾ ਰਿਹਾ ਸੀ। ਹਕੀਕਤ ਅੱਜ ਵੀ ਇੱਥੇ ਸੁਖਜੀਤ ਅੱਜ ਦੀ ਰਾਤ ਤਾਂ ਉਸਦਾ ਦਿਲ ਰੱਖ ਲੈਂਦੇ। ਸੁਖਜੀਤ, ਤੈਨੂੰ ਤਾਂ ਪਤਾ ਹੀ ਹੈ, ਮੈਨੂੰ ਸਕੂਨ ਸਿਰਫ ਤੇਰੇ ਕੋਲ ਆ ਕੇ ਹੀ ਮਿਲਦਾ ਹੈ। ਮੇਰੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਹੋਇਆ। ਹਕੀਕਤ ਆਪਣੀ ਮਰਜ਼ੀ ਦੇ ਵਿੱਚ ਵੀ ਮਰਜ਼ੀ ਨਹੀਂ ਹੁੰਦੀ ਸੁਖਜੀਤ। ਬਸ ਬੰਨੇ ਰੁੰਨੇ ਆਪਾਂ ਤਾਂ ਜ਼ਿੰਦਗੀ ਹੀ ਜੀ ਰਹੇ ਹਾਂ, ਪਰ ਮੇਰੇ ਖਿਆਲ ਵਿੱਚ ਤੈਨੂੰ ਅੱਜ ਉਸਦੇ ਕੋਲ ਹੋਣਾ ਚਾਹੀਦਾ ਸੀ। ਸੁਖਜੀਤ, ਕਮਲ ਦੇ ਚਲੇ ਜਾਣ ਤੋਂ ਬਾਅਦ ਮੈਂ ਕਿਸੇ ਨੂੰ ਵੀ ਦਿਲ ਦੇ ਫਰੇਮ ਵਿੱਚ ਜੜ ਹੀ ਨਹੀਂ ਸਕਿਆ। ਇਹ ਤਾਂ ਚੰਗੀ ਤਰ੍ਹਾਂ ਜਾਣਦੀ ਹੈ ਨਾ ਤੂੰ। ਜੇ ਅੱਜ ਕਮਲ ਜਿਉਂਦੀ ਹੁੰਦੀ ਤਾਂ ਸ਼ਾਇਦ ਮੈਂ ਤੇਰੇ ਕੋਲ ਵੀ ਕਦੇ ਨਾ ਆਉਂਦਾ। ਸੁਖਜੀਤ ਨੇ ਪਾਣੀ ਦਾ ਗਲਾਸ ਸਾਹਮਣੇ ਮੇਜ਼ ਤੇ ਰੱਖਦੇ ਹੋਏ ਕਿਹਾ। ਹਕੀਕਤ, ਹਾਂ ਮੈਂ ਜਾਣਦੀ ਹਾਂ। ਇਹਨਾਂ ਬਦਨਾਮ ਗਲੀਆਂ ਦੇ ਵਿੱਚ ਲੋਕ ਆਪਣੇ ਆਪ ਨੂੰ ਭੁਲਾਉਣ ਦੇ ਲਈ ਹੀ ਤਾਂ ਆਉਂਦੇ ਨੇ। ਤੂੰ ਵੀ ਕਿਤੇ ਭੁੱਲਿਆ ਅਟਕਿਆ ਹੀ ਮੈਨੂੰ ਇੱਥੇ ਮਿਲਿਆ ਏ। ਜੇ ਪੂਰੇ ਹੋਸ਼ ਹਵਾਸ 'ਚ ਹੁੰਦਾ ਫਿਰ ਤੂੰ ਕਿੱਥੇ ਆਉਣਾ ਸੀ? ਹਕੀਕਤ ਨੇ ਆਪਣੀ ਲੰਮੇ ਵਾਲਾਂ ਦੇ ਵਿੱਚ ਹੱਥ ਫੇਰਦੇ ਹੋਏ ਕਿਹਾ। ਸੁਖਜੀਤ, ਤੇਰੀਆਂ ਇਹੋ ਗੱਲਾਂ ਤਾਂ ਮੈਨੂੰ ਮੋਹ ਲੈਂਦੀਆਂ ਨੇ। ਸੁਖਜੀਤ ਨੇ ਹਕੀਕਤ ਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ। ਫਿਰ ਦੋਵੇਂ ਰਾਤ ਦੀ ਗਹਿਰਾਈ ਵਾਂਗ ਇੱਕ ਦੂਜੇ ਵਿੱਚ ਖੋ ਗਏ। ਸਵੇਰ ਹੋਈ ਤਾਂ ਗਹਿਣਿਆਂ ਨਾਲ ਲੱਦੀ ਬੰਤੀ ਭਬਕ ਕੇ ਉੱਠੀ ਕਿ ਅਜੇ ਤਾਂ ਉਸਨੇ ਚੁੱਲ੍ਹੇ ਵਿੱਚ ਅੱਗ ਬਾਲਣੀ ਹੈ, ਚਾਹ ਧਰਨੀ ਹੈ। ਪਰ ਅਚਾਨਕ ਚਫੇਰਿਓਂ ਨਿਗਾਹ ਮਾਰੀ ਤਾਂ ਉਸ ਨੂੰ ਚੇਤਾ ਆਇਆ ਕਿ ਉਹ ਤਾਂ ਕਿਸੇ ਹੋਰ ਹੀ ਦੇਸ਼ ਦੇ ਵਿੱਚ ਬੈਠੀ ਹੈ। ਉਹਦਾ ਆਪਣਾ ਦੇਸ਼ ਤਾਂ ਕਿਤੇ ਪਿੱਛੇ ਰਹਿ ਗਿਆ ਸੀ। ਇੰਨੇ ਨੂੰ ਇੱਕ ਦਰਮਿਆਨੇ ਕੱਦ ਵਾਲੀ ਔਰਤ ਕਮਰੇ ਦੇ ਅੰਦਰ ਦਾਖਲ ਹੁੰਦੀ ਹੈ। ਸਲਮਾ, ਬੀਬੀ ਜੀ ਤੁਹਾਡਾ ਨਾਸ਼ਤਾ। ਇੱਕ ਵੱਡੀ ਸਾਰੀ ਥਾਲੀ ਦੇ ਵਿੱਚ ਭਾਂਤ-ਭਾਂਤ ਦੇ ਭੋਜਨ ਸਜਾ ਕੇ ਰੱਖੇ ਹੋਏ ਸੀ, ਜਿਸ ਨੂੰ ਔਰਤ ਨੇ ਵੱਡੇ ਸਾਰੇ ਮੇਜ਼ ਤੇ ਰੱਖ ਦਿੱਤਾ। ਬੰਤੀ ਹੈਰਾਨ ਹੋ ਕੇ ਕਦੇ ਉਸ ਥਾਲੀ ਵੱਲ ਦੇਖਦੀ ਤੇ ਕਦੇ ਉਸ ਔਰਤ ਦੇ ਵੱਲ। ਸਲਮਾ, ਬੀਬੀ ਜੀ ਹੈਰਾਨ ਨਾ ਹੋਵੋ, ਹਵੇਲੀ ਦਾ ਸਾਰਾ ਕੰਮ ਮੇਰੇ ਜ਼ਿੰਮੇ ਹੈ। ਜੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਲੋੜ ਹੋਵੇ ਤਾਂ ਤੁਸੀਂ ਮੈਨੂੰ ਸੱਦ ਲਿਆ ਕਰੋ। ਬੰਤੀ, ਜੀ ਠੀਕ ਹੈ। ਸਲਮਾ ਉੱਚੀ ਉੱਚੀ ਹੱਸਣ ਲੱਗ ਪਈ। ਬੰਤੀ, ਕੀ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ? ਸਲਮਾ, ਤੁਸੀਂ ਘਰ ਦੇ ਨੌਕਰਾਂ ਨੂੰ ਜੀ ਕਹਿ ਕੇ ਬੁਲਾ ਰਹੇ ਹੋ, ਇਸ ਲਈ ਮੇਰਾ ਹਾਸਾ ਨਿਕਲ ਗਿਆ। ਚੰਗਾ ਬੀਬੀ ਜੀ, ਮੈਂ ਚੱਲਦੀ ਆਂ। ਹੁਣ ਮੈਂ ਵੱਡੇ ਸਾਹਿਬ ਨੂੰ ਵੀ ਚਾਹ ਪਾਣੀ ਦੇ ਕੇ ਆਉਣਾ ਏ। ਬੰਤੀ ਨੂੰ ਆਪਣੀ ਕਿਸਮਤ ਤੇ ਹੈਰਾਨੀ ਹੋ ਰਹੀ ਸੀ ਕਿ ਉਸਨੇ ਐਡਾ ਵੱਡਾ ਸਫ਼ਰ ਇੱਕ ਰਾਤ ਵਿੱਚ ਕਿੱਦਾਂ ਤੈਅ ਕਰ ਲਿਆ। ਪਿੰਡ ਦੀ ਇੱਕ ਸਧਾਰਨ ਚੁੱਲ੍ਹਾ ਚੌਂਕਾ ਕਰਨ ਵਾਲੀ ਕੁੜੀ ਤੋਂ ਉਹ ਇੱਕ ਹਵੇਲੀ ਦੀ ਰਾਣੀ ਬਣ ਗਈ ਸੀ। ਉਹ ਰਾਣੀਆਂ ਜਿਨ੍ਹਾਂ ਦੇ ਰਾਜੇ ਉਹਨਾਂ ਨੂੰ ਸੁੱਤੇ ਪਏ ਛੱਡ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਤੁਰ ਪੈਂਦੇ ਨੇ ਤੇ ਜੰਗਲ ਦੇ ਵਿੱਚ ਕਿਸੇ ਸਾਧੂ ਸੰਤ ਦੀ ਸੇਵਾ ਕਰਦੇ ਹੋਏ ਰਾਜ ਭਾਗ ਨੂੰ ਤਿਆਗ ਕੇ ਕੰਨੀ ਮੁੰਦਰਾ ਪਾ ਲੈਂਦੇ ਨੇ। ਜਾਂ ਫਿਰ ਉਹ ਰਾਣੀਆਂ ਜਿਹੜੀਆਂ ਸਿਰਫ ਰਾਜੇ ਦਾ ਦਿਲ ਬਹਿਲਾਉਣ ਲਈ ਹੀ ਰਾਣੀਆਂ ਬਣੀਆਂ ਨੇ। ਬੰਤੀ ਚਾਹੁੰਦੀ ਹੋਈ ਵੀ ਖੁਸ਼ ਨਹੀਂ ਸੀ ਦਿਖ ਰਹੀ, ਕਿਉਂਕਿ ਉਹਦੀਆਂ ਅੱਖਾਂ ਤਾਂ ਸੁਖਜੀਤ ਨੂੰ ਲੱਭ ਰਹੀਆਂ ਸਨ, ਪਰ ਸੁਖਜੀਤ ਉਸ ਨੂੰ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ ਸੀ। ਬੰਤੀ ਦੇ ਮਨ ਵਿੱਚ ਕਿੰਨੇ ਹੀ ਸਵਾਲ ਖੜੇ ਹੋ ਰਹੇ ਸਨ ਕਿ ਸੁਖਜੀਤ ਆਖਰ ਪਿਛਲੀ ਰਾਤ ਘਰ ਕਿਉਂ ਨਹੀਂ ਮੁੜਿਆ। ਕੀ ਪਤਾ ਉਹ ਹਵੇਲੀ ਵਿੱਚ ਹੀ ਹੋਵੇ। ਹਵੇਲੀ ਕਿਹੜਾ ਉਸਨੇ ਅਜੇ ਪੂਰੀ ਤਰ੍ਹਾਂ ਦੇਖੀ ਹੈ। ਬੰਤੀ ਮਨ ਹੀ ਮਨ ਸਵਾਲ ਘੜਦੀ ਹੈ ਤੇ ਆਪ ਹੀ ਉੱਤਰ ਲੱਭਣ ਦੀ ਕੋਸ਼ਿਸ਼ ਕਰਦੀ। ਬੰਤੀ ਨਹਾ ਕੇ ਨਾਸ਼ਤਾ ਕਰਨ ਲੱਗਦੀ ਹੈ ਤਾਂ ਇੰਨੇ ਨੂੰ ਸੁਖਜੀਤ ਕਮਰੇ ਦੇ ਅੰਦਰ ਦਾਖਲ ਹੁੰਦਾ ਹੈ। ਭੁਲੇਖੇ ਪੈਣਾ ਆਮ ਗੱਲ ਹੈ, ਪਰ ਭੁਲੇਖਾ ਜਦੋਂ ਕਿਸੇ ਆਪਣੇ ਦਾ ਪੈਂਦਾ ਹੈ ਤਾਂ ਦਿਲ ਦੀਆਂ ਬਰੂਹਾਂ ਤੇ ਇੱਕ ਧੁਕ-ਧੁਕੀ ਜਿਹੀ ਪੈਂਦੀ ਹੈ ਤੇ ਪੂਰਾ ਸਰੀਰ ਹੂ ਬਹੂ ਇੱਕ ਤਸਵੀਰ ਖਿੱਚਣ ਦਾ ਪੂਰਾ ਤਸਵਰ ਕਰਦਾ ਹੈ। ਸੁਖਜੀਤ ਨੇ ਵੀ ਇਸੇ ਤਰ੍ਹਾਂ ਕੀਤਾ। ਉਹ ਜਿਉਂ ਹੀ ਕਮਰੇ ਦੇ ਅੰਦਰ ਦਾਖਲ ਹੋਇਆ, ਉਸ ਨੂੰ ਲੱਗਿਆ ਕਿ ਕਮਲ ਉਸੇ ਤਰ੍ਹਾਂ ਸੱਜ ਧੱਜ ਕੇ ਸਾਹਮਣੇ ਪਲੰਘ ਤੇ ਬੈਠੀ ਹੈ। ਉਹੀ ਲੰਮੇ ਖੁੱਲੇ ਵਾਲ, ਬਦਾਮੀ ਜਿਹਾ ਰੰਗ, ਤਿੱਖੇ ਤਿੱਖੇ ਨੈਣ ਨਕਸ਼, ਮੋਟੀਆਂ ਤੇ ਗਹਿਰੀਆਂ ਅੱਖਾਂ ਤੇ ਅੱਖਾਂ 'ਚ ਤਰਦਾ ਪਾਣੀ। ਪਰ ਇਹ ਕਮਲ ਤਾਂ ਨਹੀਂ ਨਾ। ਕਮਲ ਤਾਂ ਉਸ ਨੂੰ ਛੱਡ ਕੇ ਜਾ ਚੁੱਕੀ ਹੈ।
ਪੂਰੇ 2 ਸਾਲ ਹੋ ਚੁੱਕੇ ਨੇ ਉਸ ਦੇ ਐਕਸੀਡੈਂਟ ਹੋਏ ਨੂੰ। ਸੁਖਜੀਤ ਬੰਤੀ ਨੂੰ ਪੂਰੀ ਰੀਝ ਨਾਲ ਦੇਖ ਰਿਹਾ ਸੀ। ਬੰਤੀ, ਮੈਂ ਕੁਝ ਲੈ ਕੇ ਆਉਣੀ ਆ। ਬੰਤੀ ਸੁਖਜੀਤ ਨੂੰ ਕਮਰੇ ਦੇ ਵਿੱਚ ਅਚਾਨਕ ਦੇਖ ਕੇ ਘਬਰਾ ਜਈ ਗਈ। ਉਸ ਨੂੰ ਸਮਝ ਨਹੀਂ ਲੱਗੀ ਕਿ ਉਹ ਸੁਖਜੀਤ ਨੂੰ ਕੀ ਆਖੇ। ਕੁਦਰਤ ਨੇ ਵੀ ਕੀ ਮਜ਼ਾਕ ਕੀਤਾ ਮੇਰੇ ਨਾਲ। ਇਹ ਕੱਲ ਦੀ ਕੁੜੀ ਨਿਰੀ ਪੂਰੀ ਕਮਲ ਵਰਗੀ, ਇਹ ਕਮਲ ਵਰਗੀ ਹੈ ਪਰ ਕਮਲ ਤੇ ਹੈ ਨਹੀਂ ਨਾ। ਕਮਲ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਸੁਖਜੀਤ ਮਨ ਹੀ ਮਨ ਸੋਚ ਰਿਹਾ ਸੀ। ਉਸ ਨੇ ਬੰਤੀ ਦੀ ਕਿਸੇ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਸੁਖਜੀਤ ਨੇ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢੇ ਤੇ ਬਿਨਾਂ ਕੋਈ ਧਿਆਨ ਦਿੱਤੇ ਬਾਹਰ ਚਲਿਆ ਗਿਆ। ਬੰਤੀ ਸੁਖਜੀਤ ਨੂੰ ਦੇਖਦੀ ਹੀ ਰਹਿ ਗਈ। ਮਨ ਹੀ ਮਨ ਸੋਚਣ ਲੱਗੀ ਕਿ ਉਸਨੇ ਕੋਈ ਗੱਲ ਕਿਉਂ ਨਹੀਂ ਕੀਤੀ, ਉਸਨੇ ਕੋਈ ਚੁੱਪ ਕਿਉਂ ਨਹੀਂ ਤੋੜੀ। ਨਾਸ਼ਤਾ ਕਰਦੀ ਬੰਤੀ ਦੀ ਬੁਰਕੀ ਸੰਗ ਵਿੱਚ ਹੀ ਅਟਕ ਗਈ। ਮਿੰਦਰ ਚਾਚੀ ਕਹਿੰਦੀ ਸੀ ਕਿ ਬਹੁਤ ਵੱਡੇ ਲੋਕ ਨੇ, ਵੱਡੀਆਂ ਜ਼ਮੀਨਾਂ ਜਾਇਦਾਦਾਂ ਵਾਲੇ, ਕਾਰਾਂ ਬੱਗੀਆਂ ਦੇ ਮਾਲਕ, ਪਰ ਕੀ ਵੱਡੇ ਲੋਕ ਗੱਲਾਂ ਨਹੀਂ ਕਰਦੇ? ਹੋ ਸਕਦਾ ਹੈ ਕਿ ਇਹਨਾਂ ਨੂੰ ਕਿਸੇ ਕੰਮ ਦੀ ਕਾਹਲ ਹੋਵੇ ਤਾਂ ਹੀ ਕਾਹਲੀ ਵਿੱਚ ਬਾਹਰ ਨਿਕਲ ਗਏ। ਜਿਵੇਂ ਬਾਪੂ ਸੰਦੇਹਾ ਹੀ ਖੇਤ ਲਈ ਨਿਕਲ ਜਾਇਆ ਕਰਦਾ ਸੀ ਤੇ ਵੱਡੇ ਤੜਕੇ ਕੰਮ ਕਰਕੇ ਮੁੜ ਕੇ ਛੇਤੀ ਆਉਂਦਾ ਸੀ, ਪਰ ਉਹੀ ਬੀਬੀ ਨੂੰ ਚਾਹ ਧਰਨੀ ਲਈ ਤਾਂ ਬੁਲਾਉਂਦਾ ਸੀ। ਏਦਾਂ ਤਾਂ ਉਸਨੇ ਕਦੇ ਨਹੀਂ ਕੀਤਾ। ਬੰਤੀ ਮਨ ਹੀ ਮਨ ਘੜਤਾ ਮੜਤਾ ਨਾਲ ਆਪਣਾ ਮਨ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੋਈ ਤਸੱਲੀ ਬਖਸ਼ ਧਰਵਾਸ ਨਹੀਂ ਸੀ ਦੇ ਪਾ ਰਹੀ। ਦਿਨ ਰਾਤ ਦੇ ਢਲਦੇ ਪਰਛਾਵਿਆਂ ਦੇ ਨਾਲ ਸਮਾਂ ਆਪਣੀ ਚਾਲ ਚੱਲ ਰਿਹਾ ਸੀ। 1 ਹਫ਼ਤਾ ਬੀਤ ਗਿਆ ਸੀ, ਪਰ ਸੁਖਜੀਤ ਨੇ ਬੰਤੀ ਨਾਲ ਇੱਕ ਬੋਲ ਵੀ ਸਾਂਝਾ ਨਹੀਂ ਸੀ ਕੀਤਾ। ਬੰਤੀ ਨੂੰ ਹਵੇਲੀ ਨਹੀਂ, ਇੱਕ ਜੇਲ੍ਹਖਾਨਾ ਜਾਪਣ ਲੱਗ ਪਈ ਸੀ। ਆਖਰ ਕਰੇ ਵੀ ਤਾਂ ਕੀ ਕਰੇ। ਫੇਰ ਇੱਕ ਦਿਨ ਠਾਕਰ ਸਿੰਘ, ਸੁਖਜੀਤ ਦਾ ਪਿਤਾ, ਬੰਤੀ ਦੇ ਕਮਰੇ ਦੇ ਵਿੱਚ ਆਇਆ। ਠਾਕਰ ਸਿੰਘ, ਧੀਏ, ਮੈਂ ਸਮਝ ਸਕਦਾ ਕਿ ਤੈਨੂੰ ਇੱਥੇ ਥੋੜਾ ਬਹੁਤਾ ਤਾਂ ਔਖਾ ਲੱਗ ਰਿਹਾ ਹੋਵੇਗਾ, ਕਿਉਂਕਿ ਜੋ ਤੇਰਾ ਪਿਛੋਕੜ ਇੱਕ ਸਧਾਰਨ ਪਰਿਵਾਰ ਵਿੱਚੋਂ ਹੈ, ਪਰ ਤੂੰ ਮੈਨੂੰ ਪਹਿਲੀ ਨਜ਼ਰੇ ਹੀ ਜੱਚ ਗਈ ਸੀ। ਮੈਂ ਚਾਹੁੰਦਾ ਹਾਂ ਕਿ ਤੂੰ ਹਵੇਲੀ ਨੂੰ ਚੰਗੀ ਤਰ੍ਹਾਂ ਸਾਂਭੇ ਤੇ ਆਪਣੇ ਘਰ ਵਾਂਗ ਪਿਆਰ ਦੇਵੇਂ। ਮੈਂ ਇਹ ਵੀ ਜਾਣਦਾ ਹਾਂ ਕਿ ਪੇਕੇ ਧੀਆਂ ਦੀਆਂ ਜੜ੍ਹਾਂ ਹੁੰਦੇ ਨੇ ਤੇ ਜੜ੍ਹਾਂ ਤੋਂ ਟੁੱਟਣਾ ਬਹੁਤ ਔਖਾ ਏ, ਪਰ ਧੀਏ ਤੈਨੂੰ ਇਹ ਸਭ ਕਰਨਾ ਪੈਣਾ ਏ। ਹਾਂ ਸੱਚ, ਇੱਕ ਗੱਲ ਹੋਰ, ਅੱਜ ਤੋਂ ਤੇਰਾ ਨਾਂ ਬੰਤੀ ਨਹੀਂ, ਬਸੰਤ ਕੌਰ ਹੀ ਹੋਵੇਗਾ। ਬੰਤੀ ਜੀ। ਤੇ ਇਸ ਤਰ੍ਹਾਂ ਬੰਤੀ ਤੋਂ ਬਸੰਤ ਕੌਰ ਬਣ ਗਈ। ਠਾਕਰ ਸਿੰਘ ਦੀਆਂ ਗੱਲਾਂ ਸਾਰੀਆਂ ਚੁੱਪਚਾਪ ਸੁਣਦੀ ਰਹੀ। ਸੁਖਜੀਤ ਦੇਰ ਤਾਈਂ ਘਰ ਆਉਂਦਾ ਤੇ ਨਸ਼ੇ 'ਚ ਚੂਰ ਹੋਇਆ ਮੂੰਹ ਬਿਸਤਰੇ ਤੇ ਜਾ ਡਿੱਗਦਾ ਤੇ ਬਸੰਤ ਕੌਰ ਦਾ ਕਮਰਾ ਸਾਰਾ ਨਸ਼ੇ ਦੀ ਹਵਾੜ ਨਾਲ ਭਰ ਜਾਂਦਾ। ਰੋਜ਼ ਇਸੇ ਤਰ੍ਹਾਂ ਹੋਣ ਲੱਗ ਪਿਆ ਸੀ। ਹੁਣ ਤਾਂ ਬਸੰਤ ਕੌਰ ਵੀ ਇਸ ਹਵਾੜ ਦੀ ਆਦੀ ਹੋ ਗਈ ਸੀ। ਖੁੱਲੀ ਹਵਾ ਵਿੱਚ ਸਾਹ ਲੈਣਾ ਕੀ ਹੁੰਦਾ ਸ਼ਾਇਦ ਉਹ ਭੁੱਲ ਗਈ ਸੀ। 3 ਮਹੀਨੇ ਗੁਜ਼ਰ ਚੁੱਕੇ ਸਨ। ਇਹਨਾਂ 3 ਮਹੀਨਿਆਂ ਵਿੱਚ ਸੁਖਜੀਤ ਦੇ ਬਸੰਤ ਕੌਰ ਦਾ ਰਿਸ਼ਤਾ ਸਿਰਫ ਨਾਂ ਦਾ ਹੀ ਸੀ। ਫੇਰ ਇੱਕ ਦਿਨ ਬਸੰਤ ਕੌਰ ਹਵੇਲੀ ਦੇ ਹੀ ਬਾਗ ਦੇ ਵਿੱਚ ਟਹਿਲ ਰਹੀ ਸੀ। ਠੰਡੀ ਠੰਡੀ ਹਵਾ ਚੱਲ ਰਹੀ ਸੀ। ਅਚਾਨਕ ਪਿੱਛੋਂ ਕਿਸੇ ਮਰਦਾਵੀ ਆਵਾਜ਼ ਨੇ ਬਸੰਤ ਕੌਰ ਦਾ ਧਿਆਨ ਖਿੱਚਿਆ। ਇਹ ਹਰਬੀਰ ਸੀ, ਸੁਖਜੀਤ ਦਾ ਛੋਟਾ ਭਰਾ। ਹਰਬੀਰ, ਮੋਹਤਰਮਾ, ਤੁਸੀਂ ਕੌਣ ਅਤੇ ਇੱਥੇ ਕੀ ਕਰ ਰਹੇ ਹੋ? ਬਸੰਤ ਕੌਰ ਨੇ ਵੀ ਜਿਉਂ ਹੀ ਆਪਣਾ ਧਿਆਨ ਹਰਬੀਰ ਵੱਲ ਕੀਤਾ ਤਾਂ ਹਰਬੀਰ ਬਸੰਤ ਕੌਰ ਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੂੰ ਬਸੰਤ ਕੌਰ ਨਿਰੀ ਤਸਵੀਰ ਜਿਹੀ ਲੱਗੀ। ਉਹਦੇ ਦਿਲ ਦੀ ਧੜਕਨ ਨੇ ਇੱਕਦਮ ਰਫ਼ਤਾਰ ਫੜ ਲਈ। ਇਸ ਤੋਂ ਪਹਿਲਾਂ ਕਿ ਬਸੰਤ ਕੌਰ ਕੁਝ ਬੋਲਦੀ, ਇੰਨੇ ਨੂੰ ਉੱਥੇ ਸਲਮਾ ਆ ਪਹੁੰਚੀ। ਸਲਮਾ ਜੀ, ਇਹ ਆਪਣੇ ਵੱਡੇ ਸਰਦਾਰ ਸੁਖਜੀਤ ਦੇ ਘਰ ਵਾਲੀ ਨੇ, ਬੀਬੀ ਬਸੰਤ ਕੌਰ, ਤੇ ਬੀਬੀ ਜੀ ਇਹ ਆਪਣੇ ਛੋਟੇ ਸਾਹਿਬ ਹਰਬੀਰ ਨੇ। ਕੁਝ ਜ਼ਮੀਨੀ ਮਸਲਿਆਂ ਕਰਕੇ ਘਰ ਤੋਂ ਬਾਹਰ ਸਨ। ਬਸੰਤ ਕੌਰ, ਸਤਿ ਸ਼੍ਰੀ ਅਕਾਲ। ਹਰਬੀਰ, ਸਤਿ ਸ਼੍ਰੀ ਅਕਾਲ ਜੀ। ਬਸੰਤ ਕੌਰ ਨੇ ਹਰਬੀਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਅੰਦਰ ਚਲੀ ਗਈ, ਪਰ ਹਰਬੀਰ ਕਿੰਨਾ ਚਿਰ ਬਸੰਤ ਕੌਰ ਨੂੰ ਪਿੱਛੋਂ ਤੁਰੀ ਜਾਂਦੀ ਨੂੰ ਦੇਖਦਾ ਰਿਹਾ। ਮੁਹੱਬਤ ਇੱਕ ਖੂਬਸੂਰਤ ਸ਼ੈ, ਕਿਸੇ ਅਦਮੋਏ ਬੰਦੇ 'ਚ ਵੀ ਜਾਨ ਪਾਉਣ ਦੀ ਸਮਰੱਥਾ ਰੱਖਣ ਵਾਲੀ, ਕੁਦਰਤੀ ਝਰਨਿਆਂ ਵਾਂਗ ਵਹਿੰਦੀ ਹੋਈ, ਫੁੱਲਾਂ ਦੀ ਖੁਸ਼ਬੂਆਂ ਵਰਗੀ ਮੁਹੱਬਤ।
ਮੁਹੱਬਤ ਤੜਫਣਾ ਸਿਖਾਉਂਦੀ ਹੈ। ਮੁਹੱਬਤ ਮਿੱਠੇ ਮਿੱਠੇ ਦਰਦ ਦਾ ਅਹਿਸਾਸ ਕਰਵਾਉਂਦੀ ਹੈ, ਕਿਸੇ ਲਈ ਕੁਰਬਾਨ ਹੋਣਾ ਸਿਖਾਉਂਦੀ ਹੈ। ਪਰ ਜਦੋਂ ਇਹੀ ਮੁਹੱਬਤ ਇੱਕ ਤਰਫਾ ਹੁੰਦੀ ਹੈ ਤਾਂ ਸੀਨੇ 'ਚ ਸੁਲਗਦੀ ਅੱਗ ਵਰਗੀ ਹੁੰਦੀ ਹੈ। ਫਿਰ ਇਸੇ ਅੱਗ ਨੂੰ ਸੇਕਦਿਆਂ ਸ਼ੁਰੂ ਹੁੰਦੀ ਹੈ ਕਬਜ਼ਾ ਜਮਾਉਣ ਦੀ ਪ੍ਰਵਿਰਤੀ। ਤੇ ਇਸ ਤਰ੍ਹਾਂ ਮੁਹੱਬਤ ਕਰਨ ਵਾਲਾ ਇਸ ਦੇ ਅਸਲੀ ਅਰਥ ਗਵਾ ਬੈਠਦਾ ਏ। ਕੁਝ ਇਸ ਤਰ੍ਹਾਂ ਹੀ ਚੱਲ ਰਿਹਾ ਸੀ ਹਰਬੀਰ ਦੇ ਦਿਮਾਗ 'ਚ ਵੀ। ਜਦੋਂ ਦਾ ਬਸੰਤ ਕੌਰ ਨੂੰ ਦੇਖਿਆ ਸੀ, ਹਰਬੀਰ ਬੁਰੀ ਤਰ੍ਹਾਂ ਉਸ ਵੱਲ ਖਿੱਚਿਆ ਗਿਆ ਸੀ। ਉਹ ਆਨੀ ਬਹਾਨੀ ਬਸੰਤ ਕੌਰ ਨੂੰ ਦੇਖਣਾ ਚਾਹੁੰਦਾ ਸੀ। ਗੱਲ ਵੱਸੋਂ ਬਾਹਰ ਹੁੰਦੀ ਜਾ ਰਹੀ ਸੀ। ਉਧਰ ਬਸੰਤ ਕੌਰ ਨੇ ਵੀ ਹਰਬੀਰ ਦੀ ਨਜ਼ਰ ਪੜ ਲਈ ਸੀ। ਉਹ ਹਰਬੀਰ ਦੇ ਸਾਹਮਣੇ ਆਉਣ ਤੋਂ ਕਤਰਾਉਣ ਲੱਗ ਪਈ ਸੀ। ਹਰਬੀਰ ਵੀ ਆਪਣੇ ਭਰਾ ਸੁਖਜੀਤ ਵਰਗਾ ਲੰਮਾ ਤੇ ਸੋਹਣਾ ਸੁਨੱਖਾ ਗੱਭਰੂ ਜਵਾਨ ਸੀ, ਪਰ ਉਹਦੇ ਵਾਲ ਕੱਟੇ ਹੋਏ ਤੇ ਕੰਨਾਂ ਵਿੱਚ ਸ਼ੌਕੀਆ ਤੌਰ ਤੇ ਮੁੰਦਰਾਂ ਪਾਈਆਂ ਹੋਈਆਂ ਸੀ। ਪੜ੍ਹਿਆ ਲਿਖਿਆ ਸੀ। ਮੱਥੇ ਦੇ ਐਨ ਵਿਚਕਾਰ ਟਾਂਕਿਆਂ ਦੇ ਨਿਸ਼ਾਨ ਵੀ ਸੀ, ਜੋ ਉਸ ਦੇ ਲੜਾਈ ਝਗੜਿਆਂ ਦੇ ਵਿੱਚ ਦਲੇਰ ਹੋਣ ਦਾ ਸਬੂਤ ਪੇਸ਼ ਕਰਦੇ ਨੇ। ਸੁਖਜੀਤ ਦੇ ਵਿਆਹ ਦੇ ਦੌਰਾਨ ਹਰਬੀਰ ਕਿਸੇ ਜ਼ਮੀਨੀ ਮਸਲੇ ਕਰਕੇ ਘਰ ਤੋਂ ਬਾਹਰ ਹੀ ਰਿਹਾ। ਹਰਬੀਰ ਦੀ ਗੈਰ ਹਾਜ਼ਰੀ ਵਿੱਚ ਹੀ ਸੁਖਜੀਤ ਦਾ ਵਿਆਹ ਭਾਵੇਂ ਸੁਖਜੀਤ ਦੇ ਕਹੇ ਮੁਤਾਬਕ ਸਾਦਾ ਹੀ ਹੋਇਆ ਸੀ, ਪਰ ਹੁਣ ਹਰਬੀਰ ਚਾਹੁੰਦਾ ਸੀ ਕਿ ਵਿਆਹ ਦੀ ਖੁਸ਼ੀ ਵਿੱਚ ਹਵੇਲੀ 'ਚ ਕੋਈ ਮਹਿਫਲ ਕੀਤੀ ਜਾਵੇ। ਇਸ ਬਾਰੇ ਉਸਨੇ ਆਪਣੇ ਪਿਤਾ ਠਾਕਰ ਸਿੰਘ ਤੋਂ ਇਜਾਜ਼ਤ ਲੈ ਲਈ ਸੀ। ਉਧਰ ਬਸੰਤ ਕੌਰ ਨੇ ਇਹਨਾਂ ਦਿਨਾਂ ਵਿੱਚ ਸਾਰੀ ਹਵੇਲੀ ਘੁੰਮ ਲਈ ਸੀ। ਠਾਕਰ ਸਿੰਘ ਦੀਆਂ ਲੱਗੀਆਂ ਪੁਰਾਣੀਆਂ ਤਸਵੀਰਾਂ ਨੂੰ ਬੜੇ ਗੌਰ ਨਾਲ ਵੇਖ ਰਹੀ ਸੀ। ਉਸ ਦੇ ਨਾਲ ਸਲਮਾ ਵੀ ਸੀ, ਜੋ ਹਰ ਇੱਕ ਤਸਵੀਰ ਬਾਰੇ ਬੜੇ ਹੀ ਵਿਸਥਾਰਪੂਰਵਕ ਦੱਸ ਰਹੀ ਸੀ। ਜਦੋਂ ਬਸੰਤ ਕੌਰ ਨੂੰ ਹੂਬਹੂ ਆਪਣੇ ਜਿਹੀ ਇੱਕ ਔਰਤ ਤੇ ਸੁਖਜੀਤ ਦੀ ਫੋਟੋ ਲੱਗੀ ਦਿਖੀ ਤਾਂ ਉਸਨੇ ਆਪਣੇ ਪੈਰ ਉੱਥੇ ਹੀ ਰੋਕ ਲਏ। ਬਸੰਤ ਕੌਰ, ਸਲਮਾ ਇਹ ਔਰਤ। ਸਲਮਾ ਝੇਪ ਜਿਹੀ ਗਈ। ਸਲਮਾ ਜੀ ਬੀਬੀ, ਹੁਣ ਤੁਹਾਡੇ ਤੋਂ ਕੀ ਲੁਕੋਇਆ ਏ? ਮੈਂ ਤਾਂ ਜਦੋਂ ਹਵੇਲੀ ਦੇ ਵਿੱਚ ਤੁਹਾਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਉਦੋਂ ਹੀ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਬਸੰਤ ਕੌਰ। ਸਲਮਾ ਬੇਝਿਜਕ ਹੋ ਕੇ ਬੋਲ, ਡਰ ਨਾ। ਸਲਮਾ ਜੀ ਛੋਟਾ ਮੂੰਹ ਵੱਡੀ ਗੱਲ। ਬੀਬੀ ਜੀ ਇਹ ਕਮਲ ਹੈ, ਸੁਖਜੀਤ ਦੀ ਪਹਿਲੀ ਘਰ ਵਾਲੀ। ਬੜਾ ਪਿਆਰ ਸੀ ਦੋਵਾਂ ਵਿੱਚ। ਬਸ ਕੁਦਰਤ ਦਾ ਕਹਿਰ, ਵਿਆਹ ਨੂੰ ਅਜੇ ਸਾਲ ਵੀ ਨਹੀਂ ਹੋਇਆ ਸੀ ਕਿ ਕਮਲ ਬੀਬੀ ਜੀ ਇੱਕ ਦੁਰਘਟਨਾ ਵਿੱਚ ਮਾਰੇ ਗਏ। ਕੁਝ ਸਮਾਨ ਖਰੀਦਣ ਲਈ ਹਵੇਲੀ ਤੋਂ ਸ਼ਹਿਰ ਨੂੰ ਗਏ ਸੀ। ਜਾਣਾ ਤਾਂ ਸੁਖਜੀਤ ਨੇ ਵੀ ਸੀ ਨਾਲ, ਪਰ ਐਨ ਮੌਕੇ ਤੇ ਕਿਸੇ ਕੰਮ ਦੀ ਵਜ੍ਹਾ ਕਰਕੇ ਉਹਨਾਂ ਡਰਾਈਵਰ ਭੇਜ ਦਿੱਤਾ। ਬਸ ਰਾਸਤੇ 'ਚ ਇੱਕ ਟਰੱਕ ਨਾਲ ਸਿੱਧੀ ਟੱਕਰ ਜਾ ਵੱਜੀ ਤੇ ਕਮਲ ਬੀਬੀ ਜੀ ਥਾਈਂ ਪੂਰੇ ਹੋ ਗਏ। ਬਸ ਉਦੋਂ ਤੋਂ ਸੁਖਜੀਤ ਸਾਹਿਬ ਜੀ ਜਿਵੇਂ ਚੁੱਪ ਜਿਹੀ ਹੋ ਗਏ। ਵੱਡੇ ਸਾਹਿਬ ਨੂੰ ਛੋਟੇ ਹੁਰਾਂ ਦੀ ਬੜੀ ਚਿੰਤਾ ਸਤਾਉਣ ਲੱਗੀ। ਇਸੇ ਕਰਕੇ ਇਹਨਾਂ ਦਾ ਦੂਜਾ ਵਿਆਹ। ਸਲਮਾ ਗੱਲ ਹੀ ਕਰ ਰਹੀ ਸੀ ਕਿ ਬਸੰਤ ਕੌਰ ਚੁੱਪ ਜਿਹੀ ਉੱਥੇ ਹੀ ਭੁੰਜੇ ਹੀ ਬੈਠ ਗਈ। ਬਸੰਤ ਨੂੰ ਲੱਗਿਆ ਜਿਵੇਂ ਉਹ ਕੰਨਾਂ ਤੋਂ ਬੋਲੀ ਹੋ ਗਈ ਹੋਵੇ। ਉਸ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਅੱਖਾਂ 'ਚੋਂ ਅਥਰੂ ਵਗ ਰਹੇ ਸੀ। ਦਿਲ ਉੱਚੀ ਉੱਚੀ ਰੋਣਾ ਚਾਹੁੰਦਾ ਸੀ, ਪਰ ਹਵੇਲੀ ਦੀਆਂ ਕੰਧਾਂ ਉਹਨੂੰ ਇਜਾਜ਼ਤ ਨਹੀਂ ਦੇ ਰਹੀਆਂ। ਆਪਣੇ ਆਪ ਨੂੰ ਲੁੱਟੀ ਹੋਈ ਮਹਿਸੂਸ ਕਰ ਰਹੀ ਸੀ। ਬਸੰਤ, ਆਖਰ ਐਡਾ ਵੱਡਾ ਧੋਖਾ ਕਿਉਂ ਦਿੱਤਾ ਗਿਆ ਮੈਨੂੰ? ਮੇਰਾ ਕਸੂਰ ਤਾਂ ਦੱਸ ਦਿੰਦਾ ਰੱਬਾ। ਮੈਂ ਗਰੀਬਣੀ ਨੇ ਤੇਰਾ ਕੀ ਵਿਗਾੜਿਆ ਸੀ? ਅਣਕੀਤੇ ਗੁਨਾਹਾਂ ਦੀ ਕਿਉਂ ਸਜ਼ਾ ਦੇ ਰਿਹਾ ਏ ਮੈਨੂੰ? ਇਹ ਵੱਡੇ ਵੱਡੇ ਰੁਤਬਿਆਂ ਜਿਹੇ ਲੋਕ ਕਿੰਨੇ ਬੌਣੇ ਦਿਸਦੇ ਨੇ। ਇਹ ਹਵੇਲੀ, ਇਹ ਚੌਕਾ ਚੌਦ ਕਿੰਨੀ ਝੂਠੀ ਦਿਸ ਰਹੀ ਹੈ। ਕਿ ਇਹ ਸਭ ਬਾਪੂ ਨੂੰ ਪਤਾ ਸੀ ਜਾਂ ਮਹਿੰਦਰ ਚਾਚੀ ਵੀ ਜਾਣਦੀ ਸੀ ਕਿ ਮੇਰੇ ਆਪਣਿਆਂ ਨੇ ਵੀ ਧੋਖਾ ਦਿੱਤਾ, ਜਾਂ ਫਿਰ ਉਹ ਇਸ ਗੱਲੋਂ ਅਣਜਾਣ ਸਨ? ਇਹ ਵੱਡੇ ਲੋਕ ਵੀ ਕਿੰਨੀ ਸਫਾਈ ਨਾਲ ਝੂਠ ਬੋਲ ਜਾਂਦੇ ਨੇ। ਬਸੰਤ ਮਨ ਹੀ ਮਨ ਬੁੜਬੜਾ ਰਹੀ ਸੀ। ਟੁੱਟ ਜਈ ਗਈ ਸੀ ਬਸੰਤ ਅੰਦਰੋਂ ਜਦੋਂ ਦਾ ਉਸ ਨੂੰ ਪਤਾ ਲੱਗਿਆ ਸੀ ਕਿ ਸੁਖਜੀਤ ਪਹਿਲਾਂ ਵਿਆਹਿਆ ਹੋਇਆ ਸੀ। ਸਲਮਾ ਨੇ ਬਸੰਤ ਨੂੰ ਹੌਸਲਾ ਦਿੱਤਾ ਤੇ ਵਾਪਸ ਬਸੰਤ ਆਪਣੇ ਕਮਰੇ ਵਿੱਚ ਚਲੀ ਗਈ। ਆਖਰ ਹੁਣ ਅੱਗੇ ਕੀ ਕਰਨਾ ਏ, ਇਹ ਬਸੰਤ ਲਈ ਬਹੁਤ ਵੱਡਾ ਸਵਾਲ ਸੀ। ਬਿਹਤਰ ਹੋਣ ਦੀ ਆਸ ਵਿੱਚ ਹਾਲਤ ਬਦਤਰ ਕਿਉਂ ਹੋ ਜਾਇਆ ਕਰਦੇ ਨੇ? ਕਿ ਪਿੱਛੇ ਪਿੰਡ ਮੁੜਨਾ ਸਹੀ ਹੈ, ਪਰ ਉੱਥੇ ਕੌਣ ਹੈ ਉਸਦਾ ਆਪਣਾ ਜਿਹੜਾ ਉਸਦੇ ਗੱਲ ਲੱਗ ਕੇ ਉਸਦੇ ਦੁੱਖ ਨੂੰ ਵੰਡਾਵੇ? ਬਸੰਤ ਕਿੰਨੀਆਂ ਹੀ ਸੋਚਾਂ ਵਿੱਚ ਘਿਰੀ ਹੋਈ ਬੈੱਡ ਤੇ ਲੇਟੀ ਹੋਈ ਸੀ। ਕਦੋਂ ਨੀਂਦ ਨੇ ਉਸ ਨੂੰ ਘੇਰਾ ਪਾ ਲਿਆ ਪਤਾ ਹੀ ਨਹੀਂ ਚੱਲਿਆ।
ਜਦੋਂ ਅੱਖ ਖੁੱਲੀ ਤਾਂ ਅਜੇ ਸਿਰਫ ਸ਼ਾਮ ਹੋਈ ਸੀ, ਅਜੇ ਤਾਂ ਪੂਰੀ ਰਾਤ ਬਾਕੀ ਹੈ। ਇਹ ਕਿਹੋ ਜਿਹੀ ਥਾਂ ਸੀ ਜਿੱਥੇ ਵਕਤ ਖੜ ਹੀ ਜਿਆ ਗਿਆ ਸੀ। ਪਿੰਡ ਤਾਂ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਸੀ। ਕਿੰਨਾ ਔਖਾ ਏ ਇੱਥੇ ਵਕਤ ਟਪਾਉਣਾ। ਬਸੰਤ ਮਨ ਹੀ ਮਨ ਸੋਚਦੀ ਹੋਈ ਕਮਰੇ ਚੋਂ ਬਾਹਰ ਨਿਕਲ ਗਈ। ਐਵੇਂ ਲੱਗਦਾ ਸੀ ਜਿਵੇਂ ਦਮ ਘੁੱਟਦਾ ਹੋਵੇ। ਉਹ ਬਾਹਰ ਘਾਹ ਤੇ ਨੰਗੇ ਪੈਰੀ ਟਹਿਲਣ ਲੱਗ ਪਈ। ਮੈਨੂੰ ਲੱਗਦਾ ਤੁਹਾਡਾ ਇੱਥੇ ਜੀ ਨਹੀਂ ਲੱਗਿਆ। ਬਸੰਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਹਰਬੀਰ ਖੜਾ ਸੀ। ਬਸੰਤ, ਨਹੀਂ ਏਦਾਂ ਦਾ ਤਾਂ ਕੋਈ ਗੱਲ ਨਹੀਂ। ਹਰਬੀਰ, ਫਿਰ ਤੁਹਾਡੀਆਂ ਅੱਖਾਂ ਇੰਨੀਆਂ ਉਦਾਸ ਕਿਉਂ ਨੇ? ਬਸੰਤ ਦੀਆਂ ਅੱਖਾਂ 'ਚ ਤੈਰਦੀ ਉਦਾਸੀ ਸਹਿਜੇ ਹੀ ਪੜੀ ਜਾ ਸਕਦੀ ਸੀ। ਬਸੰਤ ਚੁੱਪ ਰਹੀ ਕਿ ਜਵਾਬ ਦੇਵੇ ਸਮਝ ਨਾ ਲੱਗੀ। ਮੈਨੂੰ ਮੇਰੇ ਪਿੰਡ ਛੱਡ ਆਓ, ਮੈਂ ਨਹੀਂ ਰਹਿਣਾ ਇੱਥੇ। ਹਰਬੀਰ, ਕੀ ਕਿਹਾ ਤੁਸੀਂ? ਪਿੰਡ ਛੱਡ ਆਓ ਮਤਲਬ? ਇਹ ਮੈਂ ਕੀ ਕਹਿ ਦਿੱਤਾ ਬੜਵਾਏ? ਮੈਂ ਵੀ ਕਿੰਨੀਆਂ ਬੱਚਿਆਂ ਵਾਲੀਆਂ ਹਰਕਤਾਂ ਕਰਦੀ ਆ। ਬਸੰਤ ਮਨ ਵਿੱਚ ਸੋਚ ਰਹੀ ਸੀ ਜਿਵੇਂ ਕੋਈ ਬੱਚਾ ਜਿੱਦ ਕਰ ਰਿਹਾ ਹੋਵੇ, ਉਹ ਘਰ ਜਾਣ ਲਈ ਕਾਹਲਾ ਹੋਵੇ, ਜਿਵੇਂ ਉਹ ਕੋਈ ਓਪਰੀ ਥਾਂ ਆ ਗਈ ਹੋਵੇ। ਇਸੇ ਤਰ੍ਹਾਂ ਬਸੰਤ ਦਾ ਅੰਦਰਲਾ ਮਨ ਕਾਹਲਾ ਪੈ ਰਿਹਾ ਸੀ। ਉਹ ਹਰਬੀਰ ਨੂੰ ਆਪਣੇ ਕਹੇ ਹੋਏ ਤੇ ਸ਼ਰਮਿੰਦਾ ਹੋ ਰਹੀ ਸੀ। ਹਰਬੀਰ, ਦੇਖੋ, ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਮਹਿਸੂਸ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਬੇਝਿਜਕ ਹੋ ਕੇ ਦੱਸ ਸਕਦੇ ਹੋ। ਜਾਂ ਸਲਮਾ ਤੁਹਾਡਾ ਧਿਆਨ ਰੱਖਦੀ ਨਹੀਂ? ਬਸੰਤ, ਨਹੀਂ ਨਹੀਂ, ਇਹ ਐਵੇਂ ਦਾ ਤਾਂ ਕੋਈ ਗੱਲ ਨਹੀਂ। ਹਰਬੀਰ, ਫਿਰ ਕਿਸ ਤਰ੍ਹਾਂ ਦੀ ਗੱਲ ਹੈ? ਹਰਬੀਰ ਨੇ ਇਸ ਤਰ੍ਹਾਂ ਪੁੱਛਿਆ ਜਿਵੇਂ ਉਹ ਬਸੰਤ ਤੇ ਆਪਣਾ ਹੱਕ ਜਤਾ ਰਿਹਾ ਹੋਵੇ। ਬਸੰਤ ਨੇ ਵੀ ਹਰਬੀਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ। ਹਰਬੀਰ, ਜੇ ਬਾਈ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਮੈਂ ਉਸ ਨਾਲ ਗੱਲ ਕਰ ਸਕਦਾ ਹਾਂ। ਜੇ ਤੁਸੀਂ ਚਾਹੋ, ਇੱਕ ਦੋਸਤ ਦੀ ਹੈਸੀਅਤ ਨਾਲ ਗੱਲ ਕਰ ਰਿਹਾ ਹਾਂ। ਬਸੰਤ ਚੁੱਪਚਾਪ ਖੜੀ ਰਹੀ। ਉਹ ਹਰਬੀਰ ਦੀਆਂ ਗੱਲਾਂ ਸੁਣ ਰਹੀ ਸੀ। ਕੀ ਜਵਾਬ ਦੇਵੇ? ਉਹ ਹਰਬੀਰ ਨੂੰ ਉਸ ਦਾ ਤੇ ਹਰਬੀਰ ਦਾ ਰਿਸ਼ਤਾ ਦਿਓਰ ਭਾਬੀ ਦਾ ਰਿਸ਼ਤਾ ਏ, ਫੇਰ ਉਹ ਦੋਸਤੀ ਦੀ ਗੱਲ ਕਿਉਂ ਕਰ ਰਿਹਾ ਏ? ਬਸੰਤ ਅਜੇ ਸੋਚ ਹੀ ਰਹੀ ਸੀ ਕਿ ਇੰਨੇ ਨੂੰ ਸੁਖਜੀਤ ਦੀ ਗੱਡੀ ਹਵੇਲੀ ਦੇ ਮੋਹਰੇ ਆ ਕੇ ਰੁਕੀ। ਸੁਖਜੀਤ ਨੇ ਬਸੰਤ ਅਤੇ ਹਰਬੀਰ ਦੋਵਾਂ ਨੂੰ ਇਕੱਠੇ ਖੜੇ ਦੇਖ ਕੇ ਮੱਥੇ ਤੇ ਤਿਉੜੀ ਜਿਹੀ ਪਾ ਲਈ। ਸੁਖਜੀਤ ਨੂੰ ਦੇਖਦਿਆਂ ਬਸੰਤ ਨੂੰ ਇਉਂ ਲੱਗਿਆ ਜਿਵੇਂ ਉਸ ਦੀ ਕੋਈ ਚੋਰੀ ਫੜੀ ਗਈ ਹੋਵੇ। ਉਸ ਨੂੰ ਆਪਣਾ ਆਪ ਘਟੀਆ ਜਿਹਾ ਲੱਗਿਆ। ਬਸੰਤ ਹਰਬੀਰ ਦਾ ਬਿਨਾਂ ਕੋਈ ਜਵਾਬ ਦਿੱਤੇ ਅੰਦਰ ਚਲੀ ਗਈ। ਇਹ ਦੁਨੀਆ ਰੱਬ ਦੀ ਬਣਾਈ ਹੋਈ ਹੈ ਤੇ ਸਮਾਜ ਰੱਬ ਦੇ ਬਣਾਏ ਹੋਏ ਬੰਦੇ ਦਾ। ਸਮਾਜ ਦੀਆਂ ਘੜਤਾਂ ਮੜਤਾਂ ਵਿੱਚ ਔਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਲਈ ਔਰਤ ਨੂੰ ਇੱਕ ਸੱਚਿਆਰ ਔਰਤ ਦਾ ਕਿਰਦਾਰ ਬਰਕਰਾਰ ਰੱਖਣ ਦੇ ਲਈ ਇਸ ਮਰਦ ਪ੍ਰਧਾਨ ਸਮਾਜ ਦੇ ਬਣਾਏ ਪੈਮਾਨਿਆਂ ਚੋਂ ਦੀ ਹੋ ਕੇ ਲੰਘਣਾ ਪੈਂਦਾ ਏ। ਜਿਹੜੀ ਔਰਤ ਇਹਨਾਂ ਪੈਮਾਨਿਆਂ ਦੇ ਮੇਚ ਵਿੱਚ ਨਹੀਂ ਆਉਂਦੀ ਉਹ ਬਾਗੀ ਕਹਿਲਾਉਂਦੀ ਹੈ, ਤੇ ਜਿਹੜੀ ਔਰਤ ਆਪਣੀਆਂ ਘੜਤਾਂ ਮੜਤਾਂ ਕਰਦੀ ਇਹਨਾਂ ਪੈਮਾਨਿਆਂ ਦੇ ਮੇਚ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਕੱਦ ਮਰਦ ਨਾਲੋਂ ਬਹੁਤਾ ਬੌਣਾ ਰਹਿ ਜਾਂਦਾ ਏ। ਘੱਟ ਖਾਣਾ, ਘੱਟ ਬੋਲਣਾ, ਘੱਟ ਹੱਸਣਾ, ਇਹ ਸਭ ਔਰਤਾਂ ਦੇ ਹਿੱਸੇ ਹੀ ਤਾਂ ਆਇਆ ਹੈ। ਆਪਣੀ ਮਰਜ਼ੀ ਦੇ ਫੈਸਲੇ ਦੂਸਰਿਆਂ ਦੇ ਖਾਤਰ ਛੱਡ ਦੇਣੇ, ਇਹ ਔਰਤ ਦੇ ਹਿੱਸੇ ਹੀ ਤਾਂ ਆਇਆ ਹੈ। ਬਸੰਤ ਕੌਰ ਦੀ ਜ਼ਿੰਦਗੀ ਵੀ ਚੱਲ ਰਹੀ ਸੀ ਦੂਜਿਆਂ ਵੱਲੋਂ ਤੈਅ ਕੀਤੇ ਗਏ ਰਸਤਿਆਂ ਤੇ। ਜਿੰਨਾ ਚਿਰ ਉਹ ਪੇਕੇ ਘਰ ਰਹੀ ਉਹਨਾਂ ਚਿਰ ਉਸਨੇ ਪਿਓ ਦੀ ਪੱਗ ਸਿਰ ਤੇ ਲਪੇਟ ਕੇ ਰੱਖੀ ਤੇ ਆਪਣੇ ਆਪ ਨੂੰ ਕਿਸੇ ਬਹੁਤ ਕੀਮਤੀ ਲਈ ਸਾਂਭ ਕੇ ਰੱਖਿਆ। ਤੇ ਉਹਦੀ ਤਰਾਸਦੀ ਇਹੀ ਸੀ ਕਿ ਜਿਸ ਲਈ ਸਾਂਭ ਰੱਖਿਆ ਉਹ ਕਿਸੇ ਹੋਰ ਦੀ ਬੁੱਕਲ ਵਿੱਚ ਸੀ। ਸੁਖਜੀਤ ਦੀ ਬੇਰੁਖੀ ਸੀ ਬਸੰਤ ਵੱਲ, ਪਰ ਫੇਰ ਵੀ ਉਸ ਦਾ ਬਸੰਤ ਤੇ ਹਰਬੀਰ ਨੂੰ ਇਕੱਠਿਆਂ ਘੂਰ ਕੇ ਦੇਖਣਾ ਕਿਸੇ ਹੱਦ ਤੱਕ ਪਤੀ ਹੋਣ ਦਾ ਕਿਰਦਾਰ ਨਿਭਾ ਰਿਹਾ ਸੀ। ਭਲੇ ਹੀ ਉਸਨੇ ਇਸ ਗੱਲ ਨੂੰ ਆਪਣੇ ਮਨੋਂ ਸਵੀਕਾਰ ਨਹੀਂ ਕੀਤਾ ਸੀ, ਪਰ ਉਸਦੇ ਅਚੇਤ ਮਨ ਦੇ ਵਿੱਚ ਕਿਤੇ ਨਾ ਕਿਤੇ ਬਸੰਤ ਖੜੀ ਸੀ। ਅੱਜ ਹਵੇਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ। ਬਸੰਤ ਕੌਰ ਨੂੰ ਅੱਜ ਸਲਮਾ ਨੇ ਤਿਆਰ ਕੀਤਾ। ਦੂਰੋਂ ਨੇੜਿਓਂ ਠਾਕਰ ਸਿੰਘ ਦੇ ਸਾਰੇ ਕਰੀਬੀ ਸੁਖਜੀਤ ਦੇ ਵਿਆਹ ਦੀ ਖੁਸ਼ੀ 'ਚ ਰੱਖੀ ਹੋਈ ਮਹਿਫਲ ਵਿੱਚ ਸ਼ਿਰਕਤ ਕਰਨ ਆਏ। ਹਰਬੀਰ ਤੇ ਸੁਖਜੀਤ ਦੋਵਾਂ ਨੇ ਸ਼ੇਰਵਾਨੀ ਸੂਟ ਪਾਏ ਹੋਏ ਸੀ ਤੇ ਬਸੰਤ ਕੌਰ ਨੇ ਲਹਿੰਗਾ ਪਾਇਆ। ਪੂਰੀ ਜੱਚ ਰਹੀ ਸੀ ਬਸੰਤ। ਇੱਕ ਪਲ ਲਈ ਤਾਂ ਸੁਖਜੀਤ ਵੀ ਦੇਖਦਾ ਹੀ ਰਹਿ ਗਿਆ। ਮਹਿਫਲ ਦੀ ਜਾਨ ਸੀ ਹਕੀਕਤ ਬਾਨੋ।
ਜਿਸ ਨੂੰ ਉਚੇਰੇ ਤੌਰ ਤੇ ਗਾਣ ਲਈ ਸੱਦਿਆ ਗਿਆ ਸੀ। ਠਾਕਰ ਸਿੰਘ ਤੇ ਹਰਬੀਰ ਆਪਣੇ ਮਿਲਣ ਵਾਲਿਆਂ ਨੂੰ ਅਟੈਂਡ ਕਰ ਰਹੇ ਸੀ। ਬਸੰਤ ਲਈ ਇਹ ਸਭ ਨਵਾਂ ਸੀ। ਸੁਖਜੀਤ ਦੀ ਮਹਿਫਲ 'ਚ ਦਿਲਚਸਪੀ ਦਾ ਕਾਰਨ ਹਕੀਕਤ ਸੀ ਤੇ ਹਰਬੀਰ ਲਈ ਬਸੰਤ। ਹਕੀਕਤ ਨੇ ਆਪਣਾ ਗਾਣਾ ਗਾਇਆ। ਗਾਣੇ ਦੇ ਬੋਲ ਸੀ, ਤੁਮੇ ਚਾਹਤੇ ਹੈ ਦੀਵਾਨਗੀ ਕੀ ਹੱਦ ਤੱਕ। ਹਕੀਕਤ ਤੇ ਸੁਖਜੀਤ ਨਜ਼ਰ ਦੇ ਇਸ਼ਾਰਿਆਂ ਨਾਲ ਗੱਲ ਕਰ ਰਹੇ ਸੀ ਤੇ ਹਰਬੀਰ ਦਾ ਧਿਆਨ ਪੂਰਾ ਬਸੰਤ ਵਿੱਚ ਸੀ ਤੇ ਬਸੰਤ ਬੇਧਿਆਨੇ ਜਿਹੀ ਹੋ ਕੇ ਕਿਧਰੇ ਹੋਰ ਹੀ ਗਵਾਚੀ ਹੋਈ ਸੀ। ਇਹ ਸਭ ਕਰਨ ਨਾਲ ਕੀ ਹੋ ਜੂ। ਇਹ ਵੱਡੇ ਲੋਕ ਵੀ ਆਪਣਾ ਰੁਤਬਾ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਜਿਹਦੇ ਲੜ ਲੱਗੀ ਆ ਉਹਨੂੰ ਤਾਂ ਕੋਈ ਫਰਕ ਵੀ ਨਹੀਂ ਪੈ ਰਿਹਾ। ਮੇਰੇ ਨਾਲੋਂ ਤਾਂ ਲੰਬੜਾਂ ਦੀ ਪੰਮੋ ਚੰਗੀ ਐ, ਜਿਹੜੀ ਕਹਿੰਦੀ ਸੀ ਕਿ ਉਹਦਾ ਘਰ ਵਾਲਾ ਉਹਦੇ ਮੂੰਹ 'ਚ ਬੁਰਕੀਆਂ ਪਾਉਂਦਾ। ਕਿੰਨੀਆਂ ਕਰਮਾਂ ਵਾਲੀਆਂ ਨੇ ਉਹ, ਜਿਨ੍ਹਾਂ ਦੇ ਘਰ ਵਾਲੇ ਉਹਨਾਂ ਦੇ ਸਾਈਂ ਜਿਉਂਦੇ ਨੇ। ਪਿਆਰ ਵੀ ਬੜੀ ਕਿਸਮਤ ਵਾਲੀ ਸ਼ੈ ਐ, ਹਰ ਕਿਸੇ ਦੇ ਝੋਲੀ ਨਹੀਂ ਪੈਂਦੀ। ਮਨ ਹੀ ਮਨ ਗੱਲਾਂ ਕਰਦੀ ਬਸੰਤ ਦਾ ਧਿਆਨ ਉਦੋਂ ਟੁੱਟਿਆ ਜਦੋਂ ਹਕੀਕਤ ਨੇ ਉਸਦੀ ਤੇ ਸੁਖਬੀਰ ਦੀ ਨਜ਼ਰ ਉਤਾਰੀ। ਰੱਬ ਤੁਹਾਨੂੰ ਸਦਾ ਖੁਸ਼ ਰੱਖੇ, ਹਕੀਕਤ ਨੇ ਕਿਹਾ। ਠਾਕਰ ਸਿੰਘ ਨੇ ਕਿੰਨੇ ਸਾਰੇ ਪੈਸੇ ਉਸਦੀ ਝੋਲੀ ਵਿੱਚ ਪਾ ਦਿੱਤੇ। ਫਿਰ ਸਾਰੇ ਜਾਣੇ ਖਾਣੇ ਦੇ ਇੱਕ ਵੱਡੇ ਮੇਜ਼ ਦੇ ਦੁਆਲੇ ਬੈਠ ਗਏ। ਬਸੰਤ ਹਰਬੀਰ ਤੇ ਸੁਖਜੀਤ ਦੋਵਾਂ ਦੇ ਵਿਚਾਲੇ ਬੈਠੀ ਸੀ। ਸੱਜੇ ਪਾਸਿਓਂ ਹਰਬੀਰ ਨੇ ਸਾਰਿਆਂ ਤੋਂ ਚੋਰੀ ਪੋਲੇ ਜਿਹੇ ਬਸੰਤ ਦਾ ਹੱਥ ਫੜ ਲਿਆ। ਬਸੰਤ ਨੇ ਝਟਕ ਕੇ ਹੱਥ ਛੁਡਾਇਆ। ਘਬਰਾਹਟ 'ਚ ਉਹਨੂੰ ਇੱਕਦਮ ਅੱਥੂ ਛਿੜ ਗਿਆ। ਸਾਰੇ ਬਸੰਤ ਵੱਲ ਦੇਖ ਰਹੇ ਸੀ। ਸੁਖਜੀਤ ਨੇ ਬਿਨਾਂ ਕੁਝ ਕਹੇ ਪਾਣੀ ਦਾ ਗਲਾਸ ਅੱਗੇ ਕਰ ਦਿੱਤਾ। ਬਸੰਤ ਨੇ ਪਾਣੀ ਪੀਤਾ ਤਾਂ ਉਹ ਕੁਝ ਠੀਕ ਮਹਿਸੂਸ ਕਰ ਰਹੀ ਸੀ, ਪਰ ਉਸ ਨੂੰ ਹਰਬੀਰ ਦੀ ਹਰਕਤ ਤੇ ਰਹਿ ਕੇ ਗੁੱਸਾ ਆ ਰਿਹਾ ਸੀ। ਪਹਿਲੀ ਮਰਦਾਵੀ ਛੂਹ ਨਾਲ ਬਸੰਤ ਕੰਬ ਜਿਹੀ ਗਈ ਸੀ, ਪਰ ਆਖਰ ਕਰੇ ਤਾਂ ਕੀ ਕਰੇ, ਕਿਸ ਨੂੰ ਦੱਸੇ। ਕੋਈ ਗੱਲ ਕਰਨ ਵਾਲਾ ਵੀ ਨਹੀਂ ਸੀ, ਪਰ ਸੁਖਜੀਤ ਦਾ ਪਾਣੀ ਦੇਣਾ ਬਸੰਤ ਨੂੰ ਚੰਗਾ ਲੱਗਿਆ। ਗੱਲ ਆਈ ਗਈ ਹੋ ਗਈ। ਸਾਰਾ ਦਿਨ ਵਿਹਲੇ ਬਸੰਤ ਦਾ ਦਿਨ ਬਹੁਤ ਔਖਾ ਨਿਕਲਦਾ। ਉਸ ਨੇ ਸਲਮਾ ਨੂੰ ਕਿਹਾ ਕਿ ਦੁਪਹਿਰ ਦਾ ਖਾਣਾ ਹੁਣ ਉਹ ਖੁਦ ਬਣਾਇਆ ਕਰੇਗੀ ਸਾਰਿਆਂ ਲਈ। ਇਸ ਬਹਾਨੇ ਉਸ ਦਾ ਵਕਤ ਵੀ ਗੁਜ਼ਰ ਜਾਇਆ ਕਰੇਗਾ ਤੇ ਕਰਨ ਲਈ ਵੀ ਕੁਝ ਹੋਵੇਗਾ। ਸਲਮਾ ਮੰਨ ਤਾਂ ਗਈ, ਪਰ ਵੱਡੇ ਸਾਹਿਬ ਦਾ ਉਸ ਨੂੰ ਡਰ ਸੀ। ਬਸੰਤ ਨੇ ਉਸ ਨੂੰ ਕਿਹਾ ਕਿ ਉਹ ਇਸ ਗੱਲ ਦੀ ਫਿਕਰ ਨਾ ਕਰੇ। ਉਸ ਨੇ ਸਲਮਾ ਤੋਂ ਸਭ ਦੀ ਪਸੰਦ ਬਾਰੇ ਪੁੱਛ ਲਿਆ ਸੀ। ਇੱਕ ਦਿਨ ਬਸੰਤ ਰਸੋਈ ਵਿੱਚ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਸੀ ਤਾਂ ਹਰਵੀਰ ਕੁਝ ਖਾਣ ਲਈ ਉੱਥੇ ਆਇਆ ਤਾਂ ਅਚਾਨਕ ਸਾਹਮਣੇ ਬਸੰਤ ਨੂੰ ਖੜੀ ਦੇਖ ਕੇ ਹੈਰਾਨ ਰਹਿ ਗਿਆ। ਦੋਵਾਂ ਦੀਆਂ ਨਜ਼ਰਾਂ ਮਿਲੀਆਂ, ਪਰ ਬਸੰਤ ਨੇ ਜਾਣ ਬੁੱਝ ਕੇ ਉਸ ਨੂੰ ਅਣਗੌਲਿਆ ਕਰ ਦਿੱਤਾ। ਹਰਬੀਰ ਉਸ ਨੂੰ ਇੱਕ ਟੱਕ ਦੇਖ ਰਿਹਾ ਸੀ, ਸਿਰ ਤੋਂ ਪੈਰਾਂ ਤੱਕ। ਜਿਵੇਂ ਜਿਵੇਂ ਉਹ ਦੇਖ ਰਿਹਾ ਸੀ, ਉਸ ਦੀ ਨਜ਼ਰ ਬਸੰਤ ਦੇ ਅੰਦਰ ਤੱਕ ਲੈਂਦੀ ਜਾ ਰਹੀ ਸੀ। ਉਹ ਘਬਰਾ ਰਹੀ ਸੀ, ਪਰ ਘਬਰਾਹਟ ਉਹ ਚਿਹਰੇ ਤੇ ਨਹੀਂ ਲਿਆਈ। ਜੇ ਕਿਤੇ ਇਸ ਨੇ ਦੁਬਾਰਾ ਇਹ ਹਰਕਤ ਕੀਤੀ ਤਾਂ ਮੈਂ ਬਸੰਤ ਮਨ ਹੀ ਮਨ ਸੋਚ ਰਹੀ ਸੀ ਕਿ ਐਨ ਵਕਤ ਤੇ ਸਲਮਾ ਆ ਗਈ। ਕੁਝ ਚਾਹੀਦਾ ਸਾਹਿਬ ਜੀ? ਹਾਂ ਨਹੀਂ, ਬਸ ਪਾਣੀ ਲੈਣ ਆਇਆ ਸੀ ਮੈਂ, ਹਰਬੀਰ ਬੌਂਦਲਿਆਂ ਵਾਂਗ ਬੋਲਿਆ ਤੇ ਬਿਨਾਂ ਪਾਣੀ ਪੀਤੇ ਚਲਿਆ ਗਿਆ। ਬਸੰਤ ਨੇ ਸਲਮਾ ਨੂੰ ਦੇਖ ਕੇ ਸੁੱਖ ਦਾ ਸਾਹ ਲਿਆ। ਕੁੜੀ ਚੰਗੀ ਐ ਸਰਦਾਰਾ, ਤੈਨੂੰ ਉਹਦਾ ਖਿਆਲ ਰੱਖਣਾ ਚਾਹੀਦਾ ਏ, ਹਕੀਕਤ ਨੇ ਕੌਫੀ ਦਾ ਕੱਪ ਸੁਖਜੀਤ ਨੂੰ ਫੜਾਉਂਦੇ ਹੋਏ ਕਿਹਾ। ਸੁਖਜੀਤ, ਅੱਛਾ ਤੂੰ ਬੜੀ ਜਲਦੀ ਜਾਣ ਲਿਆ ਉਹਨੂੰ। ਕੀ ਤੈਨੂੰ ਜੈਲਸ ਨਹੀਂ ਹੁੰਦੀ ਬਸੰਤ ਕੋਲੋਂ? ਹਕੀਕਤ, ਨਹੀਂ ਜਮਾ ਵੀ ਨਹੀਂ, ਸਗੋਂ ਮੈਨੂੰ ਤਰਸ ਆ ਰਿਹਾ ਉਸ ਕੁੜੀ ਤੇ। ਪਤਾ ਨਹੀਂ ਕਿਉਂ ਮੈਂ ਉਸ ਕੁੜੀ ਵਿੱਚ ਆਪਣੇ ਆਪ ਨੂੰ ਦੇਖ ਰਹੀ ਹਾਂ। ਮੇਰਾ ਦਿਲ ਕਰਦਾ ਕਿ ਜੇ ਤੂੰ ਉਸ ਨੂੰ ਖੁਸ਼ ਰੱਖੇਗਾ, ਕਿਤੇ ਨਾ ਕਿਤੇ ਮੈਂ ਵੀ ਖੁਸ਼ ਹੋ ਜਾਵਾਂਗੀ। ਮੇਰੀ ਰੂਹ ਨੂੰ ਇੱਕ ਸਕੂਨ ਮਿਲ ਜਾਊਗਾ। ਉਸ ਕੁੜੀ ਦੇ ਕਿੰਨੇ ਹੀ ਚਾਅ, ਕਿੰਨੀਆਂ ਹੀ ਸਦਰਾਂ ਤੇਰੀ ਉਡੀਕ ਵਿੱਚ ਨੇ। ਮੈਂ ਉਹਦੇ ਚਾਵਾਂ ਨੂੰ ਇਸ ਤਰ੍ਹਾਂ ਤੜਫਦੇ ਹੋਏ ਨਹੀਂ ਦੇਖ ਸਕਦੀ। ਸੁਖਜੀਤ, ਹਕੀਕਤ ਤੂੰ ਕੀ ਐ? ਕਦੇ ਕਦੇ ਮੈਨੂੰ ਬੜੀ ਅਜੀਬ ਲੱਗਦੀ ਐ। ਤੂੰ ਖੁਦ ਮੈਨੂੰ ਆਪਣੇ ਕੋਲੋਂ ਚਲੇ ਜਾਣ ਲਈ ਕਹਿ ਰਹੀ ਐ। ਸੋਚ ਲੈ, ਜੇ ਮੈਂ ਇੱਕ ਵਾਰੀ ਚਲਾ ਗਿਆ ਤਾਂ ਸ਼ਾਇਦ ਕਦੇ ਮੁੜ ਕੇ ਵਾਪਸ ਨਾ ਆਵਾਂ। ਹਕੀਕਤ, ਸਰਦਾਰਾ ਮੈਂ ਜਾਣਦੀ ਆ, ਪਰ ਮੈਂ ਇਹ ਵੀ ਜਾਣਦੀ ਆ ਕਿ ਜਿਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਆ ਉੱਥੇ ਤੇਰੇ ਮੇਰੇ ਰਿਸ਼ਤੇ ਨੂੰ ਕੋਈ ਪ੍ਰਵਾਨਗੀ ਨਹੀਂ। ਜਿੰਨਾ ਗਲੀਆਂ ਵਿੱਚ ਤੂੰ ਘੁੰਮਦਾ ਏ ਸਰਦਾਰਾ,
ਇੱਥੇ ਕਦੇ ਚਾਨਣ ਨਹੀਂ ਹੁੰਦਾ। ਇਹਨਾਂ ਬਦਨਾਮ ਗਲੀਆਂ ਵਿੱਚ ਲੋਕ ਮੂੰਹ ਹਨੇਰੇ ਆਉਂਦੇ ਨੇ ਤੇ ਜਿਸਮਾਂ ਨੂੰ ਮਧੌਲ ਕੇ ਮੂੰਹ ਹਨੇਰੇ ਹੀ ਤੁਰ ਜਾਂਦੇ ਨੇ। ਮੈਨੂੰ ਵੀ ਤੇਰੇ ਨਾਲ ਮੁਹੱਬਤ ਹੈ, ਪਰ ਮੁਹੱਬਤ ਐਸੀ ਕਿ ਜਿਵੇਂ ਵਗਦੇ ਝਰਨੇ ਵਰਗੀ। ਬੜੇ ਸੋਹਣੇ ਲੱਗਦੇ ਨੇ ਵਗਦੇ ਹੋਏ, ਜਿਵੇਂ ਜਿਵੇਂ ਗੁਲਾਬ ਦਾ ਸੂਹਾ ਫੁੱਲ ਖਿੜਿਆ ਕਿੰਨਾ ਸੋਹਣਾ ਲੱਗਦਾ। ਬਸ ਜੀ ਕਰਦਾ ਕਿ ਉਹਨੂੰ ਦੇਖੀ ਜਾਈਏ। ਮੇਰੀ ਮੁਹੱਬਤ ਦਾ ਕੋਈ ਸਿਰਾ ਨਹੀਂ ਸਰਦਾਰਾ, ਇਹ ਤਾਂ ਬਸ ਐਵੇਂ ਹੀ ਹੈ। ਇਸੇ ਲਈ ਕਹਿੰਨੀ ਆ ਕਿ ਉਸ ਕੁੜੀ ਨੂੰ ਅਪਣਾ ਲੈ ਤੇ ਨਵੀਂ ਜ਼ਿੰਦਗੀ ਸ਼ੁਰੂ ਕਰ। ਜ਼ਿੰਦਗੀ ਤੇਰੇ ਵੱਲ ਬਾਹਾਂ ਉਲਾਰ ਕੇ ਖੜੀ ਹੈ ਸੁਖਜੀਤ। ਹਕੀਕਤ ਮੈਂ ਉਸ ਕੁੜੀ ਬਾਰੇ ਅਜੇ ਸੋਚਿਆ ਨਹੀਂ। ਮੈਂ ਤਾਂ ਉਸ ਨੂੰ ਅਜੇ ਛੂਹਿਆ ਤੱਕ ਵੀ ਨਹੀਂ। ਸੋਚਦਾ ਹਾਂ ਜੋ ਵੀ ਫੈਸਲਾ ਕਰਾਂ ਉਸ ਦੇ ਨਾਲ ਇਨਸਾਫ ਕਰ ਸਕਾਂ। ਸ਼ਾਮ ਦਾ ਹੁਸਮੁਸਾ ਜਿਹਾ ਸਮਾਂ ਏ। ਹਰਬੀਰ ਸ਼ਰਾਬ ਦੀ ਬੋਤਲ ਖੋਲ ਕੇ ਇਕੱਲਾ ਬੈਠਾ ਹੈ ਤੇ ਨਾਲ ਹੀ ਬਸੰਤ ਬਾਰੇ ਸੋਚ ਰਿਹਾ ਹੈ। ਸਾਲੀ ਆਪਣੇ ਆਪ ਨੂੰ ਸਮਝਦੀ ਕੀ ਹੈ? ਮੈਨੂੰ ਤਾਂ ਅੱਜ ਤੱਕ ਕਦੇ ਕਿਸੇ ਕੁੜੀ ਨੇ ਨਾ ਨਹੀਂ ਕੀਤੀ ਤੇ ਫੇਰ ਇਹ ਕੀ ਚੀਜ਼ ਹੈ? ਹਰਬੀਰ ਰਹਿੰਦਾ ਪੈਗ ਅੰਦਰ ਸਿੱਟ ਕੇ ਲੜਖੜਾਉਂਦਾ ਹੋਇਆ ਬਸੰਤ ਦੇ ਕਮਰੇ ਵੱਲ ਜਾਂਦਾ ਹੈ। ਮੈਂ ਤੈਨੂੰ ਪਿਆਰ ਕਰਦਾ ਹਾਂ, ਪਰ ਤੂੰ ਸਮਝਦੀ ਕਿਉਂ ਨਹੀਂ? ਤੈਨੂੰ ਦੇਖੇ ਬਿਨਾ ਮੇਰਾ ਦਿਨ ਨਹੀਂ ਲੰਘਦਾ। ਮੇਰੇ ਤੋਂ ਪਰੇ ਪਰੇ ਕਿਉਂ ਹੁੰਦੀ ਰਹਿਨੀ ਐ? ਹਰਬੀਰ ਨੇ ਜਾਂਦੇ ਹੀ ਬਸੰਤ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤੇ ਬਸੰਤ ਨੇ ਇੱਕੋ ਝਟਕੇ ਦੇ ਨਾਲ ਹਰਬੀਰ ਨੂੰ ਆਪਣੇ ਤੋਂ ਪਰਾਂ ਕੀਤਾ। ਇਹ ਕੀ ਕਰ ਰਹੇ ਹੋ? ਕੁਝ ਤਾਂ ਸ਼ਰਮ ਕਰੋ। ਮੈਂ ਹੁਣੇ ਰੌਲਾ ਪਾ ਦੇਣਾ ਏ। ਹੱਸਦੇ ਹੋਏ, ਹਾਂ ਤੂੰ ਪਾ ਰੌਲਾ, ਮੈਂ ਵੀ ਅੱਜ ਦੇਖਦਾ ਕਿ ਅੱਜ ਮੈਨੂੰ ਕੌਣ ਰੋਕਦਾ ਏ। ਦੱਸ ਕੀ ਲਵੇਂਗੀ ਮੇਰੇ ਕੋਲ ਆਉਣ ਦਾ? ਪੈਸਾ, ਗਹਿਣੇ, ਇਹ ਹਵੇਲੀ? ਦੱਸ ਤੇਰੇ ਨਾਲ ਲਵਾ ਦਿਆਂ। ਮੈਂ ਸਭ ਜਾਣਦਾ ਤੇਰੇ ਅਰਗੀਆਂ ਨੂੰ। ਪਹਿਲਾਂ ਤਰਸਾਉਣਗੀਆਂ, ਫਿਰ ਤੜਫਾਉਣਗੀਆਂ, ਫਿਰ ਆਪਣੇ ਇਸ਼ਾਰਿਆਂ ਤੇ ਨਚਾਉਣਗੀਆਂ। ਹਰਬੀਰ ਨੇ ਬਸੰਤ ਦਾ ਮੂੰਹ ਆਪਣੇ ਦੋਵੇਂ ਹੱਥਾਂ ਦੇ ਵਿੱਚ ਘੁੱਟਦੇ ਹੋਏ ਕਿਹਾ, ਬੜਾ ਘਮੰਡ ਹੈ ਨਾ ਤੈਨੂੰ ਆਪਣੇ ਹੁਸਨ ਤੇ? ਬੜਾ ਵਧੀਆ ਲੱਗਦਾ ਨਾ ਤੈਨੂੰ ਆਪਣੇ ਆਪ ਲਈ ਕਿਸੇ ਨੂੰ ਤੜਫਦੇ ਹੋਏ ਦੇਖਣਾ? ਉਫ, ਇਹ ਡੂੰਘੀਆਂ ਡੂੰਘੀਆਂ ਅੱਖਾਂ ਮੈਨੂੰ ਰਾਤ ਸੌਣ ਨਹੀਂ ਦਿੰਦੀਆਂ, ਬਹੁਤ ਬੇਚੈਨ ਕਰਦੀਆਂ ਨੇ, ਪਤਾ ਤੈਨੂੰ? ਹਰਬੀਰ ਬਸੰਤ ਦੇ ਹੋਰ ਨੇੜੇ ਹੁੰਦਾ ਜਾ ਰਿਹਾ ਸੀ, ਇੰਨਾ ਨੇੜੇ ਕਿ ਬਸੰਤ ਦੇ ਤੇਜ਼ ਚੱਲਦੇ ਹੋਏ ਸਾਹ ਸਾਫ਼ ਸੁਣਾਈ ਦੇ ਰਹੇ ਸੀ। ਰੋਕ ਕੇ ਬਸੰਤ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਪਰ ਤੂੰ ਸਮਝਦੀ ਕਿਉਂ ਨਹੀਂ? ਹਰਬੀਰ ਬਸੰਤ ਨੂੰ ਘੁੱਟ ਕੇ ਜੱਫੀ 'ਚ ਲੈਣ ਦੀ ਕੋਸ਼ਿਸ਼ ਕਰਦਾ ਤੇ ਨਾਲ ਹੀ ਗਿੜਗਿੜਾਉਣ ਲੱਗਦਾ। ਹਰਬੀਰ ਦੀ ਪੀਤੀ ਹੋਈ ਸ਼ਰਾਬ ਦੀ ਹਵਾੜ ਬਸੰਤ ਦੇ ਦਿਮਾਗ ਨੂੰ ਚੜਨ ਲੱਗਦੀ ਹੈ। ਇੰਨੇ ਨੂੰ ਕਮਰੇ ਦੇ ਬਾਹਰ ਕਿਸੇ ਦੀ ਪੈੜ ਚਾਲ ਦੀ ਆਵਾਜ਼ ਸੁਣਾਈ ਦਿੱਤੀ ਤਾਂ ਹਰਬੀਰ ਉੱਥੋਂ ਚਲਾ ਗਿਆ। ਹਰਬੀਰ ਦੇ ਜਾਣ ਤੋਂ ਬਾਅਦ ਬਸੰਤ ਭੁੰਜੇ ਹੀ ਬੈਠ ਗਈ ਅਤੇ ਹੁਬਕੀ ਰੋਣ ਲੱਗ ਪਈ। ਬਸੰਤ ਗੋਡਿਆਂ 'ਚ ਮੂੰਹ ਦੇ ਕੇ ਰੋ ਰਹੀ ਸੀ ਕਿ ਕਿਸੇ ਨੇ ਉਸਦੇ ਮੋਢਿਆਂ ਤੇ ਹੱਥ ਰੱਖਿਆ। ਪਿੱਛੇ ਪਲਟ ਕੇ ਦੇਖਿਆ ਤਾਂ ਸੁਖਜੀਤ ਖੜਾ ਸੀ। ਕੀ ਹੋਇਆ, ਰੋ ਕਿਉਂ ਰਹੇ ਐ? ਬਸੰਤ ਤੋਂ ਬੋਲਿਆ ਨਾ ਗਿਆ। ਉਹ ਝੱਟ ਸੁਖਜੀਤ ਦੇ ਗਲ ਲੱਗ ਗਈ। ਬਸੰਤ ਦੀਆਂ ਸਿਸਕੀਆਂ ਸੁਖਜੀਤ ਨੂੰ ਸਾਫ਼ ਸੁਣਾਈ ਦੇ ਰਹੀਆਂ ਸੀ ਤੇ ਨਾਲ ਹੀ ਉਸਦੇ ਕੋਸੇ ਹੰਝੂ ਸੁਖਜੀਤ ਦੀ ਗਲ ਨੂੰ ਛੂਹ ਗਏ। ਇਹ ਪਹਿਲੀ ਵਾਰ ਸੀ ਜਦੋਂ ਸੁਖਜੀਤ ਬਸੰਤ ਦੇ ਇੰਨੇ ਨੇੜੇ ਹੋਇਆ ਸੀ। ਬਸੰਤ ਨੂੰ ਗਲ ਨਾਲ ਲਾ ਕੇ ਅਜੀਬ ਜਿਹਾ ਮਿੱਠਾ ਅਹਿਸਾਸ ਹੋਇਆ ਸੁਖਜੀਤ ਨੂੰ, ਪਰ ਬਸੰਤ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਸੀ। ਆਖਰ ਕੀ ਦੱਸਦੀ ਕਿ ਉਸਦੇ ਭਰਾ ਨੇ? ਪਿੰਡ ਦੀ ਯਾਦ ਆ ਰਹੀ ਸੀ ਬਹੁਤ ਬਾਪੂ ਦੀ। ਬਸੰਤ ਤੋਂ ਮਸਾਂ ਹੀ ਦੱਸ ਹੋਇਆ। ਮਨ ਦੀ ਵੀ ਅਜੀਬ ਖੇਡ ਹੈ। ਮਨਾਂ ਦੇ ਪਰਿੰਦੇ ਕੈਦ ਕਰਨੇ ਬੜੇ ਔਖੇ ਨੇ। ਜਿੱਥੇ ਮਨ ਨਹੀਂ ਹੁੰਦਾ ਉੱਥੇ ਉੱਡਦੇ ਫਿਰਨਾ ਤੇ ਫਿਰ ਇੱਕਦਮ ਕਾਹਲੇ ਪੈ ਜਾਣਾ। ਪਿੱਛੇ ਪਰਤਨ ਨੂੰ ਜਿੱਦਾਂ ਪੈਰ ਥੱਲੇ ਅੱਗ ਮੱਚਦੀ ਹੋਵੇ। ਬੜੀ ਦੋ ਚਿੱਤੀ 'ਚ ਹੋ ਜਾਂਦਾ ਬੰਦਾ ਕਦੀ ਕਦਾਈ। ਇਹੋ ਸਥਿਤੀ ਸੀ ਬਸੰਤ ਦੀ। ਸੁਖਜੀਤ ਨਾਲ ਗੱਡੀ 'ਚ ਬਹਿ ਕੇ ਉਹ ਪਿੰਡ ਤਾਂ ਆਈ, ਪਰ ਸਿਰਫ ਸਰੀਰ ਕਰਕੇ। ਮਨ ਤਾਂ ਪਤਾ ਨਹੀਂ ਕਿੱਥੇ ਉੱਡਿਆ ਫਿਰਦਾ ਸੀ। ਪਿੰਡ ਦੀਆਂ ਉਹੀ ਗਲੀਆਂ, ਕਿਤੇ ਕੱਚੀਆਂ ਤੇ ਕਿਤੇ ਪੱਕੀਆਂ ਸੜਕਾਂ ਤੇ ਸੜਕਾਂ ਨਾਲ ਗੱਲਾਂ ਕਰਦੀ ਗੱਡੀ ਘਰ ਅੱਗੇ ਜਾ ਕੇ ਰੁਕ ਗਈ। ਗੇਟ ਬੰਦ ਸੀ। ਗੇਟ ਲੰਘਦਿਆਂ ਹੀ ਬਸੰਤ ਤੋਂ ਬੰਤੀ ਬਣ ਗਈ। ਇਹ ਕੀ, ਘਰ ਵਿੱਚ ਕੋਈ ਨਹੀਂ ਦਿਸ ਰਿਹਾ। ਘਰ ਨਹੀਂ ਸੀ ਲੱਗ ਰਿਹਾ। ਖੁਰਲੀ ਤੇ ਕੋਈ ਡੰਗਰ ਵੀ ਨਹੀਂ ਸੀ। ਘਰ ਖਾਲੀ ਦੇਖ ਕੇ ਬਸੰਤ ਨੇ 2-3 ਆਵਾਜ਼ਾਂ ਮਾਰੀਆਂ, ਬਾਪੂ। ਸ਼ਾਇਦ ਖੇਤ ਗਿਆ ਹੋਣਾ। ਬਸੰਤ ਨੇ ਕੋਈ ਜਵਾਬ ਨਾ ਮਿਲਣ ਤੇ ਆਪ ਹੀ ਜਵਾਬ ਦਿੱਤਾ,
ਸੁਖਜੀਤ ਦੇ ਬੈਠਣ ਵਾਸਤੇ ਅੰਦਰੋਂ ਸਵਾਤ ਵਿੱਚੋਂ ਮੰਜਾ ਲਿਆ ਕੇ ਬਸੰਤ ਨੇ ਬਾਹਰ ਵਿਹੜੇ ਵਿੱਚ ਢਾ ਦਿੱਤਾ। ਨੀ ਕੁੜੇ, ਤੂੰ ਤਾਂ ਭੁੱਲ ਹੀ ਗਈ ਸਾਨੂੰ। ਮੰਨਿਆ ਤੂੰ ਰਾਜ ਕਰਦੀ ਐ ਆਪਣੇ ਸਹੁਰੇ, ਪਰ ਆਪਣੀਆਂ ਜੜ੍ਹਾਂ ਤੋਂ ਕੌਣ ਟੁੱਟਦਾ ਏ। ਮੈਂ ਤਾਂ ਆਵਾਜ਼ ਸੁਣ ਕੇ ਆਈ ਆ। ਮਿੰਦਰ ਨੇ ਅੰਦਰ ਵੜਦਿਆਂ ਕਿਹਾ, ਸਤਿ ਸ੍ਰੀ ਅਕਾਲ ਚਾਚੀ। ਅੱਛਾ, ਪ੍ਰਾਹੁਣਾ ਵੀ ਆਇਆ। ਸੁਖਜੀਤ ਨੇ ਉੱਠ ਕੇ ਪੈਰੀ ਹੱਥ ਲਾਏ ਤੇ ਮੁੜ ਮੰਜੇ ਤੇ ਬਹਿ ਗਿਆ। ਜੁਗ ਜੁਗ ਜੀਓ ਪੁੱਤ, ਰੱਬ ਭਲੀ ਕਰੇ। ਮਿੰਦਰ ਕੋਲ ਪਈ ਪੀੜੀ ਉਰਾਂ ਖਿੱਚਦੀ ਨੇ ਕਿਹਾ, ਚਾਚੀ ਘਰੇ ਕੋਈ ਹੈ ਨਹੀਂ, ਬਾਪੂ ਕਿੱਥੇ? ਨੀ ਕੀ ਦੱਸਾਂ, ਜਿੱਦਣ ਦੀ ਤੂੰ ਵਿਆਹੀ ਗਈ ਤੇਰਾ ਬਾਪੂ ਤਾਂ ਦਿਨ ਪਰ ਦਿਨ ਬੀਤਦਾ ਚਲਾ ਗਿਆ। ਮੈਂ ਸਾਂਝ ਸਵੇਰੇ ਰੋਟੀ ਬਣਾ ਜਾਂਦੀ ਸੀ, ਕਦੇ ਖਾ ਲੈਂਦਾ ਤੇ ਕਦੇ ਰੋਟੀ ਉਵੇਂ ਹੀ ਪਈ ਰਹਿੰਦੀ। ਆ ਥੋੜੇ ਦੇਣੀ ਹੋਏ ਨੇ ਤੇਰੇ ਬਾਪੂ ਨੂੰ ਮੁੱਕਿਆ, ਆਖਰ ਵੇਲੇ ਤਾਂ ਤੈਨੂੰ ਹੀ ਯਾਦ ਕਰਦਾ ਗਿਆ। ਬਸ ਬੰਤੀ ਬੰਤੀ ਕਹਿੰਦਾ ਗਿਆ। ਮਿੰਦਰ ਅੱਖਾਂ ਪੂੰਝਦੀ ਬੋਲੀ ਜਾ ਰਹੀ ਸੀ। ਬਸੰਤ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਜੈਲੇ ਨੂੰ ਭੇਜਿਆ ਸੀ ਤੈਨੂੰ ਸੁਨੇਹਾ ਦੇਣਾ, ਪਰ ਪਤਾ ਨਹੀਂ ਬੋੜਿਆ ਹੀ ਨਹੀਂ ਹੋਣਾ ਤੇਰੇ ਕੋਲ, ਭੁੱਲ ਗਿਆ ਹੋਣਾ ਜੁੰਡਲੀ ਦੇ ਯਾਰਾਂ 'ਚ। ਨਹੀਂ ਤਾਂ ਇਹੋ ਜਿਹੀ ਖਬਰ ਸੁਣ ਕੇ ਪੇਕਿਆਂ ਕੰਨਿਓ ਕੌਣ ਰਹਿੰਦਾ ਏ। ਮੈਂ ਚਾਹ ਬਣਾ ਕੇ ਲਿਆਉਣੀ ਆ। ਨਹੀਂ ਚਾਚੀ, ਚਾਹ ਨਹੀਂ ਪੀਣੀ, ਹੁਣ ਤਾਂ ਇੱਕ ਘੁੱਟ ਵੀ ਸੰਗ ਚੋਂ ਨਹੀਂ ਲੰਘਣੀ। ਜੈਲਾ ਤੇ ਬੱਗਾ ਕਿੱਥੇ ਨੇ? ਜੈਲਾ ਵੀ ਕਦੇ ਕਦਾਈ ਘਰੇ ਆਉਂਦਾ ਏ, ਉਹਦੇ ਨਾਲ ਤਾਂ ਪਿੰਡ ਦੇ ਲੰਡੂ ਜੇ ਬੰਦੇ ਰਹਿੰਦੇ ਨੇ, ਕਦੇ ਘਰ ਵੜਦੇ ਕਦੇ ਮੋਟਰ ਤੇ ਹੀ ਪੈ ਜਾਂਦਾ ਏ। ਰਹੀ ਗੱਲ ਬੱਗੇ ਦੀ, ਉਹਦੀ ਕਹਾਣੀ ਤਾਂ ਉਲਝ ਜਈ ਗਈ। ਚੱਲ ਹੁਣ ਪ੍ਰਾਹੁਣੇ ਤੋਂ ਵੀ ਕੀ ਲੁਕਾਉਣਾ, ਕਿਸੇ ਦੀ ਕੁੜੀ ਕੱਢ ਲਿਆਇਆ। ਕੁੜੀ ਦੇ ਘਰਦਿਆਂ ਨੇ ਥਾਣੇ 'ਚ ਰਪਟ ਲਿਖਾਤੀ। ਹੁਣ ਕਿੰਨੇ ਦਿਨਾਂ ਦਾ ਘਰੋਂ ਭੱਜਿਆ ਹੋਇਆ ਤੇ ਪੁਲਿਸ ਉਹਦੇ ਮਗਰ ਹੈ, ਬਸ ਮੁੜ ਕੇ ਘਰੇ ਨਹੀਂ ਆਇਆ ਅਜੇ ਤੱਕ। ਬਸੰਤ ਗੱਲਾਂ ਸੁਣਦੀ ਜਾ ਰਹੀ ਸੀ ਤੇ ਦਿਲ 'ਚ ਹੋ ਕੇ ਲੈ ਰਹੀ ਸੀ, ਬਸ ਕੁੜੇ ਜਿੱਦਣ ਦੀ ਤੂੰ ਗਈ ਆ ਮੁੜ ਕੇ ਘਰ ਹੀ ਨਹੀਂ ਰਿਹਾ। ਮਿੰਦਰ ਨੇ ਪੀੜੀ ਤੋਂ ਉੱਠਦੀ ਨੇ ਕਿਹਾ, ਅੱਛਾ ਬੈਠੋ ਥੋੜੀ ਦੇਰ, ਮੈਂ ਚਾਹ ਬਣਾ ਕੇ ਲਿਆਉਣੀ ਆ। ਬਸੰਤ ਉਦਾਂ ਹੀ ਉੱਠ ਕੇ ਅੰਦਰ ਸਵਾਤ ਦੇ ਵਿੱਚ ਚਲੀ ਗਈ। ਕੱਲੀ ਕੱਲੀ ਚੀਜ਼ ਨੂੰ ਬਸੰਤ ਬੜੀ ਗੌਰ ਨਾਲ ਦੇਖ ਰਹੀ ਸੀ। ਘਰ ਦੇ ਵਿੱਚ ਕਿੰਨਾ ਖਿਲਾਰਾ ਪਿਆ ਹੋਇਆ ਸੀ। ਬਸੰਤ ਨੇ ਨੀਚੇ ਗਿਰੀਆਂ ਹੋਈਆਂ 2-4 ਚੀਜ਼ਾਂ ਨੂੰ ਚੁੱਕਿਆ ਤੇ ਸੈੱਟ ਕਰਕੇ ਟਿਕਾਣੇ ਤੇ ਰੱਖਿਆ। ਇੱਕ ਵਾਰੀ ਚੁਫੇਰੇ ਨਿਗਾਹ ਮਾਰੀ। ਬਸੰਤ ਨੂੰ ਲੱਗਿਆ ਜਿਵੇਂ ਘਰ ਦੀਆਂ ਕੰਧਾਂ ਉਸ ਨੂੰ ਅੱਜ ਦੀ ਰਾਤ ਰੁਕਣ ਲਈ ਹਾੜੇ ਕੱਢ ਰਹੀਆਂ ਹੋਣ। ਮਿੰਦਰ ਚਾਚੀ ਠੀਕ ਕਹਿੰਦੀ ਐ ਕਿ ਘਰ ਨਹੀਂ ਰਿਹਾ। ਕਿੰਨਾ ਚਾਹ ਹੁੰਦਾ ਪੇਕਿਆਂ ਨੂੰ ਜਾਣ ਦਾ, ਅੱਜ ਤੋਂ ਇਹ ਵੀ ਚਾਹ ਮੁੱਕ ਗਿਆ ਮੇਰਾ। ਖੌਰੇ ਕਿੰਨਾ ਕੁ ਚੇਤੇ ਕਰਦਾ ਮੁੱਕ ਗਿਆ ਬਾਪੂ। ਬਸੰਤ ਮਨ ਹੀ ਮਨ ਸੋਚ ਰਹੀ ਸੀ ਤੇ ਨਾਲ ਹੀ ਅੱਖਾਂ ਪੂੰਝ ਰਹੀ ਸੀ। ਪਤਾ ਨਹੀਂ ਕਦੋਂ ਦਾ ਸੁਖਜੀਤ ਉਸ ਨੂੰ ਦੇਖ ਰਿਹਾ ਸੀ। ਚੱਲੀਏ? ਬਸੰਤ ਬਿਨਾਂ ਕੁਝ ਕਹੇ ਸੁਖਜੀਤ ਦੇ ਨਾਲ ਚੱਲ ਪਈ। ਜਿੱਦਾਂ ਬਸੰਤ ਨਾਲੋਂ ਜ਼ਿਆਦਾ ਕਾਹਲੀ ਸੁਖਜੀਤ ਨੂੰ ਪਈ ਹੋਵੇ। ਕੀ ਘਰ ਸਿਰਫ ਕੁੜੀਆਂ ਨਾਲ ਹੀ ਜੁੜੇ ਹੁੰਦੇ ਨੇ? ਤਾਂਿਓ ਕੁੜੀਆਂ ਨੂੰ ਚਿੜੀਆਂ ਵੀ ਕਿਹਾ ਜਾਂਦਾ ਏ। ਚਿੜੀਆਂ ਦਾ ਚਹਿਕਣਾ ਤੇ ਕੁੜੀਆਂ ਦਾ ਚਹਿਕਣਾ ਵੀ ਇੱਕੋ ਜਿਹਾ ਹੀ ਦਿਸਦਾ ਏ। ਕੁੜੀਆਂ ਚਹਿਕਦੀਆਂ ਨੇ ਤਾਂ ਘਰ ਖਿੜ ਜਾਂਦੇ ਨੇ, ਚਿੜੀਆਂ ਚਹਿਕਦੀਆਂ ਨੇ ਤਾਂ ਸੁੰਨੇ ਦਰਖਤਾਂ ਤੇ ਵੀ ਰੌਣਕ ਲੱਗ ਜਾਂਦੀ ਹੈ। ਪਰ ਕਦੀ ਕਦਾਈ ਕੋਈ ਐਸਾ ਝੱਖੜ ਆਉਂਦਾ ਏ ਕਿ ਚਿੜੀਆਂ ਦੇ ਆਲਣੇ ਬਿਖਰ ਜਾਂਦੇ ਨੇ। ਸੁਖਜੀਤ ਨੇ ਹਾਰਨ ਮਾਰਿਆ ਤਾਂ ਬਸੰਤ ਸੋਚਾਂ ਦੀ ਲੜੀ ਚੋਂ ਬਾਹਰ ਨਿਕਲੀ। ਗੱਡੀ ਬਾਹਰ ਖੜਾ ਕੇ ਸੁਖਜੀਤ ਤੇ ਬਸੰਤ ਹਵੇਲੀ ਵਿੱਚ ਦਾਖਲ ਹੋਏ। ਦੋਵਾਂ ਨੂੰ ਬਾਹਰੋਂ ਆਉਂਦਾ ਦੇਖ ਕੇ ਲਾਨ 'ਚ ਬੈਠੇ ਹਰਬੀਰ ਦਾ ਧਿਆਨ ਇੱਕਦਮ ਉਹਨਾਂ ਵੱਲ ਗਿਆ। ਸਲਮਾ ਜੀ ਸਾਹਿਬ, 2 ਕੱਪ ਚਾਹ ਬਣਾਈ, ਕਮਰੇ ਵਿੱਚ ਹੀ ਲੈ ਆਈ ਜੀ, ਹੁਣੇ ਲਿਆਈ। ਸੁਖਜੀਤ ਦੇ ਪਿੱਛੇ ਪਿੱਛੇ ਤੁਰਦੀ ਹੋਈ ਬਸੰਤ ਵੀ ਕਮਰੇ ਵਿੱਚ ਚਲੀ ਗਈ। ਸੁਖਜੀਤ ਚੁਸਕੀਆਂ ਲੈ ਕੇ ਚਾਹ ਪੀ ਰਿਹਾ ਸੀ, ਪਰ ਬਸੰਤ ਸਿਰਫ ਚਾਹ ਪੀ ਰਹੀ ਸੀ। ਦੋਵਾਂ ਦੇ ਵਿੱਚ ਇੱਕ ਚੁੱਪ ਪਸਰੀ ਹੋਈ ਸੀ। ਗੱਲਾਂ ਦੇ ਸ਼ੌਕੀਨ ਚਾਹ ਦੇ ਵੀ ਸ਼ੌਕੀਨ ਹੁੰਦੇ ਨੇ। ਜਿੰਨੀ ਗੱਲ ਕਰਨ ਦੀ ਚਾਹਤ ਹੋਵੇ ਓਨੀ ਦੇਰ ਚਾਹ ਨੂੰ ਲੰਮਾ ਖਿੱਚ ਕੇ ਲੈ ਕੇ ਜਾ ਸਕਦੇ ਨੇ, ਪਰ ਇੱਥੇ ਦੋਵੇਂ ਹੀ ਚੁੱਪ ਸਨ। ਸੁਖਜੀਤ ਦਾ ਦਿਲ ਕਰ ਰਿਹਾ ਸੀ ਬਸੰਤ ਨੂੰ ਧਰਵਾਸ ਰੱਖਣ ਦਾ, ਪਰ ਕਿਸ ਅੱਖ ਨਾਲ ਕਹੇ ਇਹ ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਬਸੰਤ ਉਸ ਦਾ ਹੱਕ ਸੀ, ਪਰ ਸੁਖਜੀਤ ਨੇ ਅਜੇ ਤੱਕ ਜਤਾਇਆ ਹੀ ਨਹੀਂ ਸੀ। ਮੇਰੀ ਜਾਣ ਪਹਿਚਾਣ ਹੈ ਇੱਕ ਥਾਣੇਦਾਰ ਨਾਲ, ਜੇ ਕਹੋ ਤਾਂ ਆਪਾਂ ਬੱਗੇ ਦਾ ਕੇਸ ਸੁਲਝਾ ਸਕਦੇ ਹਾਂ। ਸੁਖਜੀਤ ਨੇ ਚੁੱਪ ਤੋੜਦਿਆਂ ਕਿਹਾ, ਦੇਖਦੇ ਆਂ। ਬਸੰਤ ਨੇ ਰਸਮੀ ਜਿਹਾ ਜਵਾਬ ਦਿੱਤਾ। ਇਹ ਕੀ ਹੋ ਰਿਹਾ ਸੀ ਅੱਜ ਸੁਖਜੀਤ ਨੂੰ?
ਉਹ ਕੁਝ ਹੋਰ ਵੀ ਸੁਣਨਾ ਚਾਹੁੰਦਾ ਸੀ ਬਸੰਤ ਦੇ ਮੂੰਹੋਂ। ਸਿਰਫ ਇੰਨਾ ਕੁ ਜਵਾਬ ਉਸ ਨੂੰ ਬਸੰਤ ਦਾ ਚੰਗਾ ਨਾ ਲੱਗਿਆ। ਅੱਜ ਉਸ ਦਾ ਜੀ ਕਰ ਰਿਹਾ ਸੀ ਵਾਰ-ਵਾਰ ਬਸੰਤ ਨੂੰ ਦੇਖਣ ਦਾ। ਉਹਦੇ ਪਾਇਆ ਹਲਕੇ ਗੁਲਾਬੀ ਦੇ ਰੰਗ ਦਾ ਸੂਟ ਉਹਨੂੰ ਆਪਣੇ ਲਾਨ 'ਚ ਖਿੜੇ ਹੋਏ ਗੁਲਾਬੀ ਫੁੱਲ ਵਰਗਾ ਲੱਗਿਆ। ਫੁੱਲ ਤਾਂ ਹਮੇਸ਼ਾ ਖਿੜੇ ਹੀ ਚੰਗੇ ਲੱਗਦੇ ਨੇ, ਪਰ ਇਸ ਫੁੱਲ ਨੂੰ ਕੀ ਹੋ ਗਿਆ ਸੀ ਜਿਹੜਾ ਖਿੜਨ ਤੋਂ ਪਹਿਲਾਂ ਹੀ ਮੁਰਝਾ ਗਿਆ ਸੀ। ਬਾਈ ਬਾਪੂ ਜੀ ਬੁਲਾਉਂਦੇ ਨੇ। ਉਹ ਤਹਿਸੀਲਦਾਰ ਕੋਲ ਜਾਣਾ ਸੀ। ਹਾਂ ਸੱਚ, ਉਹਦੇ ਬਾਰੇ ਹੀ ਗੱਲ ਕਰਨੀ ਸੀ। ਉਹਦੀ ਟ੍ਰਾਂਸਫਰ ਹੋ ਗਈ। ਆਉਣਾ ਮੈਂ। ਅਚਾਨਕ ਕਮਰੇ ਵਿੱਚ ਹਰਬੀਰ ਦਾਖਲ ਹੋਇਆ ਤੇ ਬਸੰਤ ਦੀਆਂ ਨਜ਼ਰਾਂ ਨਾ ਚਾਹੁੰਦੇ ਹੋਏ ਵੀ ਹਰਬੀਰ ਨਾਲ ਟਕਰਾ ਗਈਆਂ। ਤੇ ਹਰਬੀਰ ਤਾਂ ਆਇਆ ਹੀ ਬਸੰਤ ਨੂੰ ਦੇਖਣ ਲਈ ਸੀ। ਔਰਤ ਹੋਣਾ ਤੇ ਖੂਬਸੂਰਤ ਹੋਣਾ ਇਹ ਦੋਵੇਂ ਹੀ ਗੁਨਾਹ ਨੇ। ਅਹਿਲਿਆ ਵਾਂਗ ਅਣਕੀਤੇ ਗੁਨਾਹ ਦੀ ਇੱਕ ਪੂਰੇ ਯੁੱਗ ਬੀਤਣ ਤੱਕ ਸਜ਼ਾ ਭੁਗਤਦੇ ਰਹਿਣਾ ਤੇ ਫਿਰ ਕਿਸੇ ਯੁੱਗ ਪੁਰਸ਼ ਦੀ ਉਡੀਕ ਕਰੀ ਜਾਣਾ। ਮਤਲਬ ਕਿ ਇੱਕ ਪੁਰਸ਼ ਵੱਲੋਂ ਸ਼ਰਾਪ ਦੇਣਾ ਤੇ ਫਿਰ ਰਿਹਾਈ ਲਈ ਦੂਸਰੇ ਪੁਰਸ਼ ਦੇ ਪੈਰੀ ਡਿੱਗਣਾ। ਇਹਨਾਂ ਦੋਵੇਂ ਹਾਲਾਤਾਂ ਵਿੱਚ ਔਰਤ ਹੀ ਗੁਨਾਹਗਾਰ ਹੈ, ਔਰਤ ਹੀ ਤਰਸ ਦੀ ਪਾਤਰ ਹੈ। ਇਹ ਬਦਲਿਆ ਨਹੀਂ, ਇਹ ਸੱਚ ਅੱਜ ਵੀ ਉਵੇਂ ਹੀ ਖੜਾ ਏ। ਅਹਿਲ ਯੁੱਗ ਬਦਲੇ ਗਏ ਨੇ ਪਰ ਔਰਤ ਉੱਥੇ ਦੀ ਉੱਥੇ ਹੀ ਖੜੀ ਹੈ। ਫਿਰ ਚਾਹੇ ਅਹਿਲਿਆ ਹੋਵੇ ਜਾਂ ਬਸੰਤ ਕੌਰ, ਕੋਈ ਫਰਕ ਨਹੀਂ। ਬਸੰਤ ਦੀ ਤਪੱਸਿਆ ਨੂੰ ਵੀ ਬੂਰਾ ਪੈਣਾ ਸ਼ੁਰੂ ਹੋ ਗਿਆ ਸੀ। ਸੁਖਜੀਤ ਦੀ ਬੇਰੁਖੀ ਮੁਹੱਬਤ ਵਿੱਚ ਬਦਲਦੀ ਜਾ ਰਹੀ ਸੀ। ਉਸ ਨੂੰ ਬਸੰਤ ਚੰਗੀ ਲੱਗਣ ਲੱਗ ਪਈ, ਬਿਲਕੁਲ ਸਰਦ ਰੁੱਤ ਵਿੱਚ ਨਿਕਲੀ ਕੋਸੀ ਧੁੱਪ ਦੀ ਤਰ੍ਹਾਂ। ਇਹ ਧੁੱਪ ਚੁੱਭਦੀ ਨਹੀਂ, ਸਗੋਂ ਠਰੇ ਹੱਡਾਂ ਨੂੰ ਨਿੱਘ ਦਿੰਦੀ ਹੈ। ਉਹੀ ਨਿੱਘ ਸੁਖਜੀਤ ਮਹਿਸੂਸ ਕਰ ਰਿਹਾ ਸੀ। ਬਸੰਤ ਵੀ ਖਿੜ ਗਈ ਸੀ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਪਤਝੜ ਤੋਂ ਬਾਅਦ ਬਸੰਤ ਆਉਂਦੀ ਹੈ। ਪਤਝੜ ਦੇ ਵੀ ਆਪਣੇ ਦੁੱਖ ਹੁੰਦੇ ਨੇ। ਬਸੰਤ ਰੁੱਤ ਦੀ ਆਈ ਨਵੀਂ ਬਹਾਰ ਇਹਨਾਂ ਦੁੱਖਾਂ ਤੋਂ ਅਣਜਾਣ ਹੁੰਦੀ ਹੈ। ਉਹ ਤਾਂ ਸਿਰਫ ਖਿੜਨਾ ਹੀ ਜਾਣਦੀ ਹੈ। ਬਿਲਕੁਲ ਉਸੇ ਤਰ੍ਹਾਂ ਬਸੰਤ ਖਿੜ ਰਹੀ ਸੀ, ਪਰ ਨਵੇਂ ਆਉਣ ਵਾਲੇ ਦੁੱਖਾਂ ਤੋਂ ਅਣਜਾਣ। ਸੁਖਜੀਤ ਨੇ ਪੀਣੀ ਛੱਡੀ ਤਾਂ ਨਹੀਂ, ਪਰ ਘਟਾ ਦਿੱਤੀ ਸੀ। ਉਹ ਘਰ ਜਲਦੀ ਆਉਣ ਲੱਗ ਪਿਆ। ਰਾਤ ਦੇ ਖਾਣੇ ਦੇ ਮੇਜ਼ ਤੇ ਉਹ ਹਮੇਸ਼ਾ ਗੈਰ ਹਾਜ਼ਰ ਰਹਿੰਦਾ, ਪਰ ਹੁਣ ਅਜਿਹਾ ਨਹੀਂ ਸੀ। ਜ਼ਮੀਨ ਜਾਇਦਾਦ ਦੇ ਮਸਲਿਆਂ ਤੇ ਵੀ ਦਿਲਚਸਪੀ ਲੈਣ ਲੱਗ ਪਿਆ ਸੀ। ਹੈਰਾਨ ਸੀ ਠਾਕਰ ਸਿੰਘ ਤੇ ਹਰਬੀਰ ਇਸ ਅਚਾਨਕ ਆਈ ਤਬਦੀਲੀ ਨੂੰ ਦੇਖ ਕੇ। ਮੁਹੱਬਤ ਸ਼ੈ ਹੀ ਇਸ ਤਰ੍ਹਾਂ ਦੀ ਹੈ, ਵੱਡੀ ਤੋਂ ਵੱਡੀ ਪਰਿਸਥਿਤੀ ਨੂੰ ਤਬਦੀਲ ਕਰਨ ਦੀ ਸਮਰੱਥਾ ਰੱਖਣ ਵਾਲੀ। ਬਹੁਤ ਹਨੇਰੀਆਂ ਰਾਤਾਂ ਤੋਂ ਬਾਅਦ ਸੁਖਜੀਤ ਬਸੰਤ ਦੀ ਇੱਕ ਨਵੀਂ ਸਵੇਰ ਸ਼ੁਰੂ ਹੋ ਗਈ ਸੀ। ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪਏ ਸਨ। ਪਿਛਲੀ ਲੰਘੀ ਰਾਤ ਬਸੰਤ ਨੂੰ ਅਜੀਬ ਤਰ੍ਹਾਂ ਦਾ ਸਕੂਨ ਦੇ ਰਹੀ ਸੀ। ਇਹ ਪਹਿਲੀ ਰਾਤ ਸੀ ਜੋ ਉਸਨੇ ਸੁਖਜੀਤ ਦੀਆਂ ਬਾਹਾਂ 'ਚ ਲੰਘਾਈ। ਪਹਿਲੀ ਵਾਰ ਅਹਿਸਾਸ ਹੋਇਆ ਮਰਦਾਵੀ ਛੂਹ ਦਾ। ਕਿੰਨਾ ਤਰਸ ਗਈ ਸੀ ਉਹ ਇਸ ਛੋਹ ਨੂੰ ਮਹਿਸੂਸ ਕਰਨ ਲਈ। ਅੱਜ ਆਪਣਾ ਆਪ ਉਸ ਨੂੰ ਸੰਪੂਰਨ ਔਰਤ ਵਰਗਾ ਜਾਪਿਆ। ਕਿੰਨੀ ਕਸ਼ਿਸ਼ ਹੈ ਸੁਖਜੀਤ ਦੇ ਪਿਆਰ ਵਿੱਚ। ਇਹ ਅੰਦਰੂਨੀ ਖੁਸ਼ੀ ਦਾ ਗੁਲਾਲ ਬਸੰਤ ਦੇ ਚਿਹਰੇ ਤੇ ਸਹਿਜੇ ਹੀ ਦਿਖਿਆ ਜਾ ਸਕਦਾ ਸੀ। ਗੁਲਾਬੀ ਭਾ ਮਾਰਦਾ ਚਿਹਰਾ ਸੂਰਜ ਦੀ ਪਹਿਲੀ ਕਿਰਨ ਨਾਲ ਚੜੀ ਸਵੇਰ ਦਾ ਭੁਲੇਖਾ ਦੇ ਰਿਹਾ ਸੀ। ਜਿਸ ਬਸੰਤ ਦੀ ਇੱਕ ਕਮਰੇ ਵਿੱਚ ਹੀ ਸਵੇਰ ਤੋਂ ਸ਼ਾਮ ਹੋ ਜਾਂਦੀ ਸੀ, ਉਸੇ ਬਸੰਤ ਦਾ ਦਿਨ ਹੁਣ ਬਹੁਤ ਔਖਾ ਨਿਕਲਦਾ। ਧਿਆਨ ਉਸ ਦਾ ਬਾਹਰ ਹੀ ਰਹਿੰਦਾ ਕਿ ਕਦੋਂ ਸੁਖਜੀਤ ਆਵੇ ਤੇ ਉਹ ਉਸ ਦੀ ਸੇਵਾ ਵਿੱਚ ਹਾਜ਼ਰ ਹੋਵੇ। ਉਸਨੇ ਸਲਮਾ ਨੂੰ ਵੀ ਕਹਿ ਦਿੱਤਾ ਸੀ ਕਿ ਸੁਖਜੀਤ ਦੇ ਖਾਣ ਪੀਣ ਦਾ ਧਿਆਨ ਹੁਣ ਉਹ ਖੁਦ ਰੱਖੇਗੀ। ਇਸ ਬਾਬਤ ਉਹ ਚਿੰਤਾ ਛੱਡ ਦੇਵੇ। ਠਾਕਰ ਸਿੰਘ ਨੂੰ ਵੀ ਤਸੱਲੀ ਹੋ ਗਈ ਸੀ ਕਿ ਉਸ ਦੀ ਪਾਰਖੂ ਅੱਖ ਨੇ ਕੁੜੀ ਨੂੰ ਸਹੀ ਪਹਿਚਾਣਿਆ। ਆਖਰ ਸੁਖਜੀਤ ਨੂੰ ਸਮਝਾਉਣ ਵਿੱਚ ਉਹ ਕਾਮਯਾਬ ਹੋ ਗਈ ਸੀ, ਪਰ ਹਰਬੀਰ ਉਦਾਸ ਸੀ ਇਸ ਸਭ ਕਾਸੇ ਤੋਂ। ਸੁਖਜੀਤ ਦਾ ਬਸੰਤ ਵੱਲ ਝੁਕਾਵ ਉਸ ਨੂੰ ਚੰਗਾ ਨਾ ਲੱਗਦਾ। ਦੋਵਾਂ ਦਾ ਸਭ ਦੇ ਸਾਹਮਣੇ ਮੁਸ਼ਕੜੀਏ ਹੱਸਣਾ, ਅੱਖਾਂ ਹੀ ਅੱਖਾਂ ਵਿੱਚ ਪਿਆਰ ਜਤਾਉਣਾ ਉਸ ਦੇ ਦਿਲ ਵਿੱਚ ਇੱਕ ਸੂਲ ਵਾਂਗ ਚੁਭਣ ਲੱਗਾ। ਮਨੁੱਖੀ ਮਨ ਦੀ ਇਹ ਫਿਤਰਤ ਰਹੀ ਹੈ, ਜੋ ਚੀਜ਼ ਕੋਲ ਨਹੀਂ ਹੁੰਦੀ ਉਸ ਵੱਲ ਦਿਲ ਮੱਲੋ ਮੱਲੀ ਖਿੱਚਿਆ ਚਲਾ ਜਾਂਦਾ। ਇਹੀ ਹਾਲ ਹਰਬੀਰ ਦਾ ਹੋ ਰਿਹਾ ਸੀ। ਬਸੰਤ ਨੂੰ ਪਾਉਣ ਦੀ ਇੱਛਾ ਦਿਨ ਰਾਤ ਪ੍ਰਬਲ ਹੁੰਦੀ ਜਾ ਰਹੀ ਸੀ। ਇਸੇ ਇੱਛਾ ਪੂਰਤੀ ਲਈ ਹਰਬੀਰ ਦਾ ਦਿਮਾਗ ਸਾਜ਼ਿਸ਼ ਘੜਨ ਵਿੱਚ ਰੁੱਝ ਗਿਆ। ਬੇਖਬਰ ਸਨ ਸੁਖਜੀਤ ਤੇ ਬਸੰਤ ਸਾਜ਼ਿਸ਼ਾਂ ਦੇ ਮੌਸਮ ਤੋਂ, ਪਰ ਮੌਸਮ ਸੀ, ਰੰਗ ਤਾਂ ਬਦਲਣਾ ਹੀ ਸੀ। ਸੁਖਜੀਤ ਤੇ ਬਸੰਤ ਨੂੰ ਹਰਬੀਰ ਨੇ ਗੱਡੀ 'ਚ ਜਾਂਦੇ ਦੇਖ ਲਿਆ।
ਉਹ ਪੋਲੇ ਪੈਰੀ ਬਸੰਤ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਡਰੈਸਿੰਗ ਟੇਬਲ ਦਾ ਡਰਾ ਖੋਲ੍ਹਿਆ ਤੇ ਕਾਹਲੀ ਨਾਲ ਕੁਝ ਲੱਭਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਬਸੰਤ ਦਾ ਕੰਨੀ ਝੁਮਕਾ ਉਸਨੇ ਕੁੜਤੇ ਦੀ ਜੇਬ ਵਿੱਚ ਪਾ ਲਿਆ ਤੇ ਕਾਹਲੀ ਨਾਲ ਪੈਰ ਪੁੱਟਦਾ ਹੋਇਆ ਕਮਰੇ ਚੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਐਨ ਮੌਕੇ ਤੇ ਸਲਮਾ ਤੇ ਹਰਬੀਰ ਇੱਕ ਦੂਜੇ ਵਿੱਚ ਵੱਜਦੇ ਹੋਏ ਮਸਾਂ ਬਚੇ। ਸਲਮਾ ਨੇ ਹੈਰਾਨ ਹੋ ਕੇ ਦੇਖਿਆ ਤਾਂ ਹਰਬੀਰ ਝੇਪ ਗਿਆ, ਪਰ ਬਿਨਾਂ ਕੁਝ ਕਹੇ ਕਾਹਲੀ ਨਾਲ ਬਾਹਰ ਨਿਕਲ ਗਿਆ। ਆਪਣੇ ਕਮਰੇ ਵਿੱਚ ਆ ਕੇ ਹਰਬੀਰ ਵਾਰ-ਵਾਰ ਬਸੰਤ ਦੇ ਝੁਮਕੇ ਨੂੰ ਨਿਹਾਰ ਰਿਹਾ ਸੀ। ਉਹਨੇ ਕਿੰਨੀ ਵਾਰ ਝੁਮਕੇ ਨੂੰ ਆਪਣੇ ਬੁੱਲਾਂ ਨਾਲ ਇਸ ਤਰ੍ਹਾਂ ਛੂਹਿਆ ਜਿਵੇਂ ਬਸੰਤ ਨੂੰ ਛੂਹ ਰਿਹਾ ਹੋਵੇ ਤੇ ਉਹਦੇ ਬਦਨ ਦੀ ਖੁਸ਼ਬੂ ਆਪਣੇ ਰੋਮ-ਰੋਮ ਵਿੱਚ ਮਹਿਸੂਸ ਕਰ ਰਿਹਾ ਸੀ। ਇਹ ਮੁਹੱਬਤ ਸੀ ਜਾਂ ਉਹਦੀ ਵਾਸਨਾ, ਜੋ ਵੀ ਸੀ, ਇੱਕ ਤਰਫਾ ਹੀ ਸੀ। ਬਸ ਉਹ ਤਪ ਰਿਹਾ ਸੀ ਇਸ ਅੱਗ ਦੇ ਵਿੱਚ, ਜਿੱਦਾਂ ਕੋਈ ਉਸਦੇ ਪਿੰਡੇ ਤੇ ਗਰਮ-ਗਰਮ ਰੇਤ ਪਾ ਰਿਹਾ ਹੋਵੇ। ਉਸ ਦਾ ਤਨ ਬਦਨ ਸਭ ਝੁਲਸਿਆ ਗਿਆ ਹੋਵੇ ਤੇ ਇਸ ਸਭ ਕਾਸੇ ਵਿੱਚ ਬਸੰਤ ਉਸ ਨੂੰ ਠੰਡੀ ਹਵਾ ਦੇ ਬੁੱਲੇ ਵਰਗੀ ਜਾਪਦੀ, ਜਿਸ ਦਾ ਨਾਂ ਲੈਣ ਹੀ ਉਹਦੇ ਸੀਨੇ ਠੰਡ ਪੈ ਜਾਂਦੀ। ਏਦਾਂ ਲੱਗ ਰਿਹਾ ਸੀ ਜਿਵੇਂ ਹਰਬੀਰ ਰਿਸ਼ਤਿਆਂ ਦੀ ਧੂਣੀ ਬਾਲ ਕੇ ਬੈਠਾ ਹੋਵੇ। ਹੁਣ ਦੇਖੋ ਇਹ ਅੱਗ ਕਿਸ ਨੂੰ ਮਚਾਉਂਦੀ ਹੈ। ਝੱਖੜ ਜਦੋਂ ਆਉਂਦੇ ਨੇ ਤਾਂ ਆਪਣੇ ਨਾਲ ਬੜਾ ਕੁਝ ਜੜੋਂ ਪੁੱਟ ਕੇ ਲੈ ਜਾਂਦੇ ਨੇ, ਬਿਲਕੁਲ ਵਰੋਲੇ ਵਾਂਗ। ਮੌਸਮੀ ਝੱਖੜ ਤਾਂ ਦੂਰੋਂ ਆਉਂਦੇ ਦੇਖ ਬੰਦਾ ਕੁਝ ਇਹਤਿਆਤ ਵਰਤੀ ਲੈਂਦਾ ਏ, ਪਰ ਜ਼ਿੰਦਗੀ ਦੇ ਝੱਖੜ ਤਾਂ ਪੋਲੇ ਪੈਰੀ ਆਉਂਦੇ ਨੇ ਤੇ ਜੜੋਂ ਪੁੱਟ ਦਰਖਤ ਵਾਂਗ ਡੂੰਘੇ ਟੋਏ ਕਰ ਜਾਂਦੇ ਨੇ ਤੇ ਬੰਦਾ ਸਾਰੀ ਉਮਰ ਇਸ ਖਿਆਲ ਨੂੰ ਭਰਨ ਵਿੱਚ ਲੱਗਿਆ ਰਹਿੰਦਾ। ਕੁਝ ਇਸੇ ਤਰ੍ਹਾਂ ਹੀ ਬਸੰਤ ਨਾਲ ਹੋਣ ਜਾ ਰਿਹਾ ਸੀ, ਜਿਸ ਨੂੰ ਆਉਣ ਵਾਲੇ ਝੱਖੜ ਦਾ ਜਰਾ ਜਿੰਨਾ ਵੀ ਅਹਿਸਾਸ ਨਹੀਂ ਸੀ। ਬਸੰਤ ਤੇ ਸੁਖਜੀਤ ਆਪਣੇ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਨੇ। ਇੰਨੇ ਨੂੰ ਸਲਮਾ ਆਉਂਦੀ ਹੈ। ਜੀ ਸਾਹਿਬ, ਉਹ ਛੋਟੇ ਸਾਹਿਬ ਬੁਲਾ ਰਹੇ ਸੀ ਤੁਹਾਨੂੰ। ਹਾਂ ਸੱਚ, ਮੈਂ ਤਾਂ ਭੁੱਲ ਹੀ ਗਿਆ। ਇੱਕ ਜ਼ਮੀਨ ਦਾ ਮਸਲਾ ਹੈ, ਉਹਦੇ ਲਈ ਸ਼ਹਿਰ ਤਹਿਸੀਲ ਵਿੱਚ ਜਾਣਾ ਪੈਣਾ ਏ। ਤੁਸੀਂ ਹਰਬੀਰ ਨੂੰ ਕਹੋ ਕਿ ਉਹ ਗੱਡੀ ਸਟਾਰਟ ਕਰਕੇ ਰੱਖੇ, ਮੈਂ ਹੁਣੇ ਆਉਣਾ। ਪਰ ਤੁਸੀਂ ਤਾਂ ਅੱਜ ਸਵੇਰੇ ਨਾਲ ਵਾਅਦਾ ਕੀਤਾ ਸੀ ਮੈਨੂੰ ਸ਼ਹਿਰ ਘੁਮਾਉਣ ਦੇ ਲਈ, ਬਸੰਤ ਨੇ ਮੱਥੇ ਤੇ ਤਿਉੜੀ ਪਾਉਂਦੇ ਹੋਏ ਕਿਹਾ। ਓਹੋ ਮੇਰੀ ਜਾਨ, ਗੁੱਸਾ ਕਿਉਂ ਕਰਦੀ ਹੈ? ਮੈਨੂੰ ਕਿਹੜਾ ਬਹੁਤਾ ਟਾਈਮ ਲੱਗਣਾ ਏ, ਬਸ ਥੋੜੀ ਦੇਰ ਵਿੱਚ ਆਇਆ। ਹੁਣ ਕੰਮ ਵੀ ਤਾਂ ਕਰਨਾ ਏ। ਸੁਖਜੀਤ ਨੇ ਬਸੰਤ ਦੇ ਮੱਥੇ ਨੂੰ ਚੁੰਮਿਆ ਤੇ ਕਮਰੇ ਚੋਂ ਬਾਹਰ ਚਲਾ ਗਿਆ। ਬਸੰਤ ਨੂੰ ਤਸੱਲੀ ਜਿਹੀ ਹੋ ਗਈ ਤੇ ਉਹ ਚਾਹ ਦੇ ਜੂਠੇ ਕੱਪ ਲੈ ਕੇ ਰਸੋਈ ਦੇ ਵੱਲ ਜਾਣ ਲੱਗਦੀ ਹੈ। ਓਹੋ ਬਾਈ, ਜ਼ਰੂਰੀ ਕਾਗਜ਼ ਤਾਂ ਮੈਂ ਆਪਣੇ ਕਮਰੇ ਵਿੱਚ ਹੀ ਭੁੱਲ ਗਿਆ। ਹਰਬੀਰ ਨੇ ਗੱਡੀ ਸਟਾਰਟ ਕਰਦੇ ਹੋਏ ਮੱਥੇ ਤੇ ਹੱਥ ਮਾਰਦਿਆਂ ਹੋਇਆਂ ਕਿਹਾ। ਕੋਈ ਗੱਲ ਨਹੀਂ, ਮੈਂ ਲੈ ਆਉਣਾ। ਕਿੱਥੇ ਰੱਖੇ ਨੇ? ਓ ਬਾਈ, ਕਬੜ ਦੇ ਪਹਿਲੇ ਡਰਾ ਦੇ ਵਿੱਚ ਦੇਖ ਲਵੀਂ। ਅੱਛਾ ਠੀਕ ਹੈ। ਸੁਖਜੀਤ ਸਟਾਰਟ ਗੱਡੀ ਤੋਂ ਹੇਠਾਂ ਉਤਰ ਕੇ ਕਾਗਜ਼ ਲੈਣ ਲਈ ਹਰਬੀਰ ਦੇ ਕਮਰੇ ਵੱਲ ਚਲਾ ਜਾਂਦਾ ਹੈ। ਕਾਗਜ਼ ਮਿਲ ਜਾਂਦੇ ਨੇ, ਪਰ ਕਾਗਜ਼ਾਂ ਦੇ ਨਾਲ ਸੁਖਜੀਤ ਦੇ ਹੱਥ ਇੱਕ ਚਿੱਠੀ ਵੀ ਲੱਗਦੀ ਹੈ। ਗੁੱਥ-ਮੁੱਥ ਕਰਕੇ ਰੱਖੀ ਹੋਈ ਚਿੱਠੀ ਦੇ ਵਿੱਚ ਇੱਕ ਕੰਨ 'ਚ ਪਾਉਣ ਵਾਲਾ ਝੁਮਕਾ ਵੀ ਮਿਲਦਾ ਏ। ਕਿਸੇ ਹੋਰ ਦੀ ਚਿੱਠੀ ਪੜ੍ਹਨਾ ਕਿਸੇ ਹੱਥ ਲੱਗੇ ਹੋਏ ਖਜ਼ਾਨੇ ਵਾਂਗ ਹੁੰਦੀ ਹੈ, ਜਿਸ ਦਾ ਦਿਲ ਦੇ ਵਿੱਚ ਮੱਲੋ ਮੱਲੀ ਉਤਸ਼ਾਹ ਜਾਗ ਪੈਂਦਾ ਏ। ਚਿੱਠੀ ਪੜ੍ਹਨ ਤੋਂ ਪਹਿਲਾਂ ਸੁਖਜੀਤ ਦੇ ਚਿਹਰੇ ਤੋਂ ਚਿੱਠੀ ਨੂੰ ਦੇਖ ਕੇ ਇੱਕ ਹਲਕੀ ਜਿਹੀ ਮੁਸਕਾਨ ਆਉਂਦੀ ਹੈ। ਉਹ ਸੋਚਦਾ ਕਿ ਸ਼ਾਇਦ ਹਰਬੀਰ ਦੀ ਕਿਸੇ ਦੋਸਤ ਕੁੜੀ ਦੀ ਚਿੱਠੀ ਹੋਵੇ, ਪਰ ਚਿੱਠੀ ਖੋਲਦਿਆਂ ਹੀ ਸੁਖਜੀਤ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕੋਈ ਵੱਡਾ ਭਾਰ ਲੈ ਕੇ ਉਸ ਦੇ ਸਿਰ ਤੇ ਧਰ ਦਿੱਤਾ ਹੋਵੇ। ਅਜੇ ਚਿੱਠੀ ਪੜ੍ਹੀ ਨਹੀਂ, ਉਸਨੇ ਸਿਰਫ ਚਿੱਠੀ ਦੇ ਅਖੀਰ ਵਿੱਚ ਲਿਖਿਆ, ਤੇਰੀ ਬਸੰਤੀ। ਪੜ੍ਹਿਆ ਏ। ਸੁਖਜੀਤ ਨੂੰ ਆਪਣੀਆਂ ਲੱਤਾਂ ਭਾਰੀ ਲੱਗਣ ਲੱਗਦੀਆਂ, ਜਿੱਦਾਂ ਕੋਈ ਬਹੁਤ ਭਾਰੀ ਪੱਥਰ ਪੈਰਾਂ ਨਾਲ ਬੰਨ੍ਹ ਦਿੱਤੇ ਹੋਣ। ਉਧਰ ਹਰਬੀਰ ਬਾਹਰ ਗੱਡੀ ਦਾ ਹਾਰਨ ਵਜਾ ਰਿਹਾ ਹੈ। ਸੁਖਜੀਤ ਨੂੰ ਤੁਰਨਾ ਔਖਾ ਲੱਗ ਰਿਹਾ ਹੈ, ਪਰ ਫੇਰ ਵੀ ਉਹ ਕਿਵੇਂ ਨਾ ਕਿਵੇਂ ਹਰਬੀਰ ਤੱਕ ਪਹੁੰਚਦਾ। ਸੁਖਜੀਤ ਹਰਬੀਰ ਦੇ ਨਾਲ ਬੈਠਾ ਏ, ਪਰ ਓਪਰਿਆਂ ਵਾਂਗ ਹਰਬੀਰ ਵੱਲ ਦੇਖਦਾ ਏ। ਗੱਡੀ 'ਚ ਗਾਣਾ ਵੱਜ ਰਿਹਾ ਏ। ਗਾਣੇ ਦੇ ਬੋਲ ਨੇ, ਤੇਰੀ ਗਲੀਓਂ ਮੇਂ ਨਾ ਰੱਖेंगे ਕਦਮ ਅੱਜ ਕੇ ਬਾਅਦ। ਹਰਬੀਰ ਗਾਣੇ ਦੇ ਨਾਲ ਗੁਣਗੁਣਾ ਰਿਹਾ ਏ ਤੇ ਸੁਖਜੀਤ ਜੇਬ 'ਚ ਪਾਈ ਗੁੱਥਮ ਗੁੱਥੀ ਚਿੱਠੀ ਨੂੰ ਵਾਰ-ਵਾਰ ਉਂਗਲੀਆਂ ਨਾਲ ਛੋਹ ਰਿਹਾ ਹੈ। ਉਸ ਨੂੰ ਚਿੱਠੀ ਪੜ੍ਹਨ ਦੀ ਕਾਹਲ ਹੈ, ਜਿੱਦਾਂ ਪੈਰ ਥੱਲੇ ਅੱਗ ਮੱਚਦੀ ਹੋਵੇ।
ਗੱਡੀ ਰੁਕਦੀ ਹੈ ਪਰ ਸੁਖਜੀਤ ਨਹੀਂ ਉਤਰਦਾ। ਉਹ ਹਰਬੀਰ ਦੇ ਜਾਣ ਮਗਰੋਂ ਚਿੱਠੀ ਪੜ੍ਹਦਾ ਏ। ਲਿਖਿਆ ਸੀ, ਚੋਰੀ ਦਾ ਗੁੜ ਬਾਹਲਾ ਹੀ ਸਵਾਦ ਲੱਗਦਾ, ਉਦਣ ਦੀ ਗੁਜ਼ਾਰੀ ਰਾਤ ਦਾ ਨਸ਼ਾ ਅਜੇ ਵੀ ਜਿਉਂ-ਤਿਉਂ ਬਰਕਰਾਰ ਹੈ। ਮੈਂ ਤੁਹਾਨੂੰ ਪਸੰਦ ਤਾਂ ਪਹਿਲੇ ਦਿਨ ਤੋਂ ਹੀ ਕਰਦੀ ਸੀ, ਪਰ ਸੰਗ ਕਰਕੇ ਕਿਹਾ ਨਹੀਂ ਗਿਆ। ਸੁਖਜੀਤ ਦੇ ਬਾਹਰ ਜਾਣ ਕਰਕੇ ਹੀ ਆਪਾਂ ਮਿਲ ਸਕੇ ਆ। ਹੁਣ ਅਗਲੀ ਵਾਰ ਵੀ ਉਵੇਂ ਹੀ ਮਿਲਾਂਗੇ। ਸੁਖਜੀਤ ਦੀ ਗੈਰ ਹਾਜ਼ਰੀ 'ਚ ਹਾਂ ਸੱਚ, ਜਿਹੜੀ ਗੱਲ ਕਰਕੇ ਚਿੱਠੀ ਲਿਖੀ ਸੀ ਉਹ ਤਾਂ ਮੈਂ ਭੁੱਲ ਹੀ ਗਈ। ਮੇਰਾ ਇੱਕ ਝੁਮਕਾ ਉਸ ਰਾਤ ਤੁਹਾਡੇ ਕਮਰੇ ਵਿੱਚ ਰਹਿ ਗਿਆ। ਇਹ ਜ਼ਰੂਰ ਦੇ ਦੇਣਾ ਰਾਤ ਦੇ ਹਨੇਰੇ ਨਹੀਂ ਵਿੱਚ, ਕਿਉਂਕਿ ਇਹ ਸੁਖਜੀਤ ਨੇ ਮੈਨੂੰ ਗਿਫਟ ਕੀਤੇ ਸੀ। ਉਸ ਨੂੰ ਬਹੁਤ ਪਸੰਦ ਨੇ। ਤੇਰੀ ਬਸੰਤ। ਚਿੱਠੀ ਪੜ੍ਹ ਕੇ ਸੁਖਜੀਤ ਦਾ ਸਿਰ ਚਕਰਾ ਗਿਆ। ਉਸ ਨੂੰ ਅਸਮਾਨ ਪੁੱਠਾ ਹੁੰਦਾ ਦਿਸਿਆ, ਜਿੱਦਾਂ ਧਰਤੀ ਫਟ ਗਈ ਹੋਵੇ ਤੇ ਦਿਮਾਗ 'ਚ ਇੱਕ ਭੁਚਾਲ ਜਿਹਾ ਆ ਗਿਆ। ਸਵਾਲ ਕਤਾਰਾਂ ਬੰਨ ਕੇ ਖੜੇ ਹੋ ਰਹੇ ਸੀ ਕਿ ਕੀ ਇਹ ਸੱਚ ਹੈ ਜਾਂ ਝੂਠ। ਅਕਲ ਜਿਵੇਂ ਸੱਚ ਝੂਠ ਤੋਂ ਬੇਪਛਾਣ ਜਿਹੀ ਹੋ ਗਈ ਹੋਵੇ। ਸੁਖਜੀਤ ਦੇ ਦਿਮਾਗ 'ਚ ਇੱਕ ਸ਼ਬਦ ਵਾਰ-ਵਾਰ ਦੁਹਰਾਈ ਦੇ ਰਿਹਾ ਸੀ, ਉਹ ਸੀ ਧੋਖਾ। ਕੀ ਸੱਚੀ ਬਸੰਤ ਇਹ ਕਰ ਸਕਦੀ ਹੈ ਮੇਰੀ ਹੀ ਭਰਾ ਨਾਲ? ਉਫ, ਕਿੰਨਾ ਗਲਤ ਲੱਗ ਰਿਹਾ। ਮੇਰੇ ਕੋਲੋਂ ਤਾਂ ਬੋਲ ਵੀ ਨਹੀਂ ਹੋ ਰਿਹਾ। ਇਹ ਛੋਟੇ ਘਰਾਂ ਦੀਆਂ ਕੁੜੀਆਂ ਦੀ ਸੋਚ ਵੀ ਛੋਟੀ ਹੁੰਦੀ ਹੈ। ਪੈਸਾ ਦੇਖ ਕੇ ਹੀ ਖਸਮ ਬਦਲ ਲੈਂਦੀਆਂ ਨੇ। ਬਸੰਤ ਤਾਂ ਜੋ ਹੈ ਸੋ ਹੈ, ਪਰ ਹਰਬੀਰ ਉਸਨੇ ਇਸ ਤਰ੍ਹਾਂ ਕਿਉਂ ਕੀਤਾ? ਕਿ ਉਸ ਨੂੰ ਕੁੜੀਆਂ ਦਾ ਘਾਟਾ ਹੈ ਜਿਹੜਾ ਉਹ ਬਸੰਤ ਦੀਆਂ ਗੱਲਾਂ 'ਚ ਆ ਗਿਆ। ਹਰਬੀਰ ਕਦੋਂ ਕੰਮ ਆ ਕੇ ਗੱਡੀ 'ਚ ਬੈਠ ਗਿਆ। ਸੁਖਜੀਤ ਨੂੰ ਜਰਾ ਵੀ ਪਤਾ ਨਾ ਲੱਗਿਆ। ਉਹ ਆਪਣੀਆਂ ਹੀ ਘੁੰਮਣ ਘੇਰੀਆਂ 'ਚ ਗਵਾਚਿਆ ਹੋਇਆ ਸੀ। ਹਰਬੀਰ ਤੇ ਸੁਖਜੀਤ ਨੂੰ ਰਹਿ ਕੇ ਗੁੱਸਾ ਆ ਰਿਹਾ ਸੀ। ਜੀ ਤਾਂ ਕਰਦਾ ਸੀ ਕਿ ਉਹ ਹਰਬੀਰ ਦੀ ਗੱਲ ਤੇ ਇੱਕ ਥੱਪੜ ਜੜੇ, ਪਰ ਉਹ ਚੁੱਪ ਰਿਹਾ। ਪਤਾ ਨਹੀਂ ਕਿਵੇਂ। ਪਿਆਰ, ਧੋਖਾ, ਫਰੇਬ ਬੜੇ ਖਤਰਨਾਕ ਹੁੰਦੇ ਨੇ। ਇਹ ਜਮਾ ਖੰਜਰ ਜਿਹੇ ਬੜੇ ਗਹਿਰੇ ਜ਼ਖਮ ਦਿੰਦੇ ਨੇ। ਇਹ ਜਦੋਂ ਕੋਈ ਰਿਸ਼ਤਾ ਇਹਨਾਂ ਦੀ ਦਹਲੀਜ਼ ਤੇ ਸਿਰ ਪਟਕ ਕੇ ਦਮ ਤੋੜ ਦੇਵੇ। ਕੁਝ ਇਹੋ ਜਿਹੇ ਦੌਰ ਤੋਂ ਹੀ ਗੁਜ਼ਰ ਰਿਹਾ ਸੀ ਸੁਖਜੀਤ। ਬਾਹਰੋਂ ਗੱਡੀ ਦੇ ਹਾਰਨ ਦੀ ਆਵਾਜ਼ ਸੁਣਦਿਆਂ ਹੀ ਬਸੰਤ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਰਹੀ ਸੀ ਤੇ ਮਨ ਹੀ ਮਨ ਮੁਸਕਰਾ ਰਹੀ ਸੀ। ਉਸ ਦੇ ਕੰਨ ਮੱਲੋ ਮੱਲੀ ਸੁਖਜੀਤ ਦੀ ਪੈੜ ਚਾਲ ਸੁਣਨ ਲਈ ਉਡੀਕ ਵਿੱਚ ਲੱਗੇ ਪਏ, ਪਰ ਅਜਿਹਾ ਨਹੀਂ ਹੋਇਆ। ਬਸੰਤ ਨੂੰ ਅਜੀਬ ਲੱਗਿਆ ਕਿ ਹੁਣ ਤੱਕ ਤਾਂ ਸੁਖਜੀਤ ਨੂੰ ਆ ਜਾਣਾ ਚਾਹੀਦਾ। ਬਸੰਤ ਆਪਣੇ ਕਮਰੇ ਤੋਂ ਕਾਹਲੀ ਨਾਲ ਪੈਰ ਪੁੱਟਦੀ ਹੋਈ ਬਾਹਰ ਵੱਲ ਜਾਂਦੀ ਹੈ ਤਾਂ ਸੁਖਜੀਤ ਦੁਬਾਰਾ ਗੱਡੀ ਸਟਾਰਟ ਕਰਕੇ ਕਾਹਲੀ ਨਾਲ ਨਿਕਲਦਾ ਏ। ਬਸੰਤ ਨੂੰ ਦੇਖ ਕੇ ਵੀ ਅਣਦੇਖਿਆ ਜਿਹਾ ਕਰ ਦਿੰਦਾ। ਚੰਗਾ ਨਹੀਂ ਲੱਗਿਆ ਬਸੰਤ ਨੂੰ ਸੁਖਜੀਤ ਦਾ ਇਸ ਤਰ੍ਹਾਂ ਦੇਖ ਕੇ ਇਗਨੋਰ ਕਰ ਦੇਣਾ। ਅਸਲ ਵਿੱਚ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਅਣਦੇਖਿਆ ਕਰਦੇ ਹਾਂ ਤਾਂ ਮੇਰੇ ਖਿਆਲ ਵਿੱਚ ਅਸੀਂ ਉਸ ਸ਼ਖਸ ਬਾਰੇ ਸਭ ਤੋਂ ਵੱਧ ਸੋਚਦੇ ਹਾਂ। ਸੁਖਜੀਤ ਜਾ ਪਹੁੰਚਿਆ ਸੀ ਆਪਣੇ ਉਹੀ ਟਿਕਾਣੇ ਜਿੱਥੇ ਉਸ ਨੂੰ ਸਭ ਤੋਂ ਵੱਧ ਸਕੂਨ ਮਿਲਦਾ ਹੈ। ਕਿਆ ਬਾਤ ਹੈ ਸਰਦਾਰਾ, ਅੱਜ ਇਸ ਗਰੀਬ ਦੀ ਕੁੱਲੀ ਵਿੱਚ ਚਰਨ ਪਾਏ। ਸੁਖਜੀਤ ਕੁਝ ਨਹੀਂ ਬੋਲਦਾ ਤੇ ਸਾਹਮਣੇ ਪਏ ਸੋਫੇ ਤੇ ਬੈਠ ਜਾਂਦਾ ਹੈ। ਜ਼ਖਮ ਗਹਿਰੇ ਲੱਗਦੇ ਨੇ ਜਨਾਬ, ਤਾਂ ਹੀ ਮੂੰਹੋਂ ਕੁਝ ਬੋਲਿਆ ਨਹੀਂ ਜਾਂਦਾ। ਗੱਲ ਹੀ ਕੁਝ ਇਸ ਤਰ੍ਹਾਂ ਦੀ ਹੋ ਗਈ। ਹਕੀਕਤ ਬੰਦਾ ਸਾਰੀ ਦੁਨੀਆ ਜਿੱਤ ਲੈਂਦਾ ਹੈ ਪਰ ਸਿਰਫ ਮੁਹੱਬਤ ਤੋਂ ਹਾਰ ਜਾਂਦਾ। ਹਾਂ, ਗੱਲ ਤਾਂ ਸਹੀ ਹੈ ਤੇਰੀ। ਹਕੀਕਤ ਇਹ ਦਿਲਾਂ ਦੀਆਂ ਸੱਟਾਂ ਵੀ ਬੜੀਆਂ ਗੁੰਝਲਦਾਰ ਹੁੰਦੀਆਂ ਨੇ। ਜਿੰਨੀ ਮਰਜ਼ੀ ਦਵਾ ਦਾਰੂ ਕਰ ਲੋ, ਜ਼ਖਮ ਫੇਰ ਹਰੇ ਦੇ ਹਰੇ। ਬਸੰਤ ਨੇ ਦਗਾ ਕੀਤਾ ਮੇਰੇ ਨਾਲ, ਧੋਖਾ ਕੀਤਾ ਉਸਨੇ ਮੇਰੇ ਨਾਲ, ਮੇਰੇ ਹੀ ਭਰਾ ਨਾਲ। ਸੁਖਜੀਤ ਨੇ ਜੇਬ ਵਿੱਚੋਂ ਚਿੱਠੀ ਕੱਢ ਕੇ ਹਕੀਕਤ ਦੇ ਅੱਗੇ ਕਰ ਦਿੱਤੀ। ਹਕੀਕਤ ਨੇ 1 ਮਿੰਟ ਹੀ ਚਿੱਠੀ ਪੜ੍ਹ ਕੇ ਪਾਸੇ ਰੱਖ ਦਿੱਤੀ। ਅੱਛਾ ਤਾਂ ਇਹ ਗੱਲ ਹੈ, ਪਰ ਸਰਦਾਰਾ ਇਹ ਤੇਰਾ ਭਰਮ ਵੀ ਤਾਂ ਹੋ ਸਕਦਾ। ਭਰਮ? ਹਾਂ, ਜਿੱਥੋਂ ਤੱਕ ਮੈਂ ਬਸੰਤ ਨੂੰ ਜਾਣਦੀ ਹਾਂ ਜਾਂ ਉਸ ਨੂੰ ਚੰਗੀ ਤਰ੍ਹਾਂ ਦੇਖਿਆ ਏ, ਉਹ ਮੈਨੂੰ ਚੰਗੀ ਲੱਗੀ ਹੈ, ਬਿਲਕੁਲ ਕੋਰੇ ਕਾਗਜ਼ ਵਰਗੀ। ਮੈਨੂੰ ਲੱਗਦਾ ਇਹ ਕਿਸੇ ਦੀ ਸ਼ਰਾਰਤ ਹੈ। ਕੀ ਤੂੰ ਇਸ ਬਾਰੇ ਬਸੰਤ ਨਾਲ ਗੱਲ ਕੀਤੀ? ਨਹੀਂ, ਮੇਰਾ ਤਾਂ ਉਸ ਦੀ ਸ਼ਕਲ ਦੇਖਣ ਨੂੰ ਜੀ ਨਹੀਂ ਕਰਦਾ, ਪਰ ਗੱਲ ਤਾਂ ਕਰਨੀ ਪਵੇਗੀ। ਇਸ ਤਰ੍ਹਾਂ ਇੱਕ ਚਿੱਠੀ ਨੂੰ ਪੜ੍ਹ ਤੂੰ ਉਸ ਦੇ ਲਈ ਇੱਕ ਪਾਸੜ ਸੋਚ ਨਹੀਂ ਬਣਾ ਸਕਦਾ। ਇਹੀ ਤਾਂ ਭੁਲੇਖਾ ਰਹਿੰਦਾ ਹੈ ਹਮੇਸ਼ਾ ਮਰਦ ਜਾਤ ਨੂੰ ਕਿ ਉਹ ਕਿਸੇ ਵੀ ਔਰਤ ਬਾਰੇ ਮਾੜਾ ਚੰਗਾ ਬੜੀ ਜਲਦੀ ਤੈਅ ਕਰ ਦਿੰਦੇ ਨੇ, ਜਦ ਕਿ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਇਸ ਤਰ੍ਹਾਂ ਸੁਖਜੀਤ ਤੇ ਹਕੀਕਤ ਕਿੰਨੀ ਦੇਰ ਆਪਸ ਵਿੱਚ ਇਸ ਵਿਸ਼ੇ ਤੇ ਗੱਲ ਕਰਦੇ ਰਹੇ। ਕਾਫੀ ਰਾਤ ਬੀਤਣ ਮਗਰੋਂ ਸੁਖਜੀਤ ਵਾਪਸ ਘਰ ਮੁੜਿਆ।
ਬਸੰਤ ਦੀਆਂ ਅੱਖਾਂ ਦੇ ਵਿੱਚ ਵੀ ਨੀਂਦ ਨਹੀਂ ਸੀ, ਉਹ ਜਾਗਦੀ ਹੀ ਲੇਟੀ ਹੋਈ ਸੀ। ਸੁਖਜੀਤ ਨੇ ਇੱਕ ਪਲ ਬਸੰਤ ਵੱਲ ਦੇਖਿਆ ਤੇ ਫਿਰ ਬਿਨਾਂ ਕੱਪੜੇ ਬਦਲੇ ਹੀ ਲੇਟ ਗਿਆ। ਸ਼ਰਾਬ ਦੀ ਬੂ ਬਸੰਤ ਦੇ ਦਿਮਾਗ ਨੂੰ ਚੜ ਰਹੀ ਸੀ। ਉਸਨੇ ਪਾਸਾ ਬਦਲਿਆ ਤੇ ਖੁੱਲੀਆਂ ਅੱਖਾਂ ਦੇ ਨਾਲ ਸੁਖਜੀਤ ਦੇ ਚਿਹਰੇ ਵੱਲ ਦੇਖਣ ਲੱਗ ਪਈ। ਸੁਖਜੀਤ ਦੀਆਂ ਲੰਮੀਆਂ ਲੰਮੀਆਂ ਅੱਖਾਂ ਅੱਜ ਉਸ ਨੂੰ ਹੋਰ ਹੀ ਤਰ੍ਹਾਂ ਲੱਗੀਆਂ। ਫਿਰ ਥੋੜੀ ਦੇਰ ਬਾਅਦ ਉੱਠ ਕੇ ਬੈਠ ਗਈ। ਬਸੰਤ ਸੁਖਜੀਤ ਦੇ ਚਿਹਰੇ ਵੱਲ ਰੀਝ ਲਾ ਕੇ ਦੇਖ ਰਹੀ ਸੀ ਤਾਂ ਸੁਖਜੀਤ ਨੇ ਇੱਕਦਮ ਅੱਖਾਂ ਖੋਲੀਆਂ ਤੇ ਉੱਠ ਕੇ ਬੈਠ ਗਿਆ। ਕੀ ਦੇਖਦੀ ਐ ਹੀ ਕਿ ਕਿਤੇ ਇਹਨਾਂ ਅੱਖਾਂ ਨੇ ਮੇਰਾ ਝੂਠ ਤਾਂ ਨਹੀਂ ਫੜ ਲਿਆ? ਇਹ ਕੀ ਕਹਿ ਰਹੇ ਹੋ ਤੁਸੀਂ? ਹੋਰ ਕੀ ਕਹਾਂ ਤੈਨੂੰ ਧੋਖੇਬਾਜ਼, ਮੇਰੀ ਮੁਹੱਬਤ ਨੂੰ ਪੈਰਾਂ 'ਚ ਰੋਲਣ ਵਾਲੀ, ਤੂੰ ਐਡੀ ਹਿੰਮਤ ਕਿੱਥੋਂ ਲੈ ਆਈ? ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ। ਬਸੰਤ ਤੂੰ ਫੜੀ ਗਈ ਐ। ਇਹਨਾਂ ਹੱਥਾਂ ਨਾਲ ਮੈਨੂੰ ਜ਼ਹਿਰ ਕਿਉਂ ਨਹੀਂ ਦਿੱਤਾ? ਕਾਸ਼ ਇਹ ਸਭ ਝੂਠ ਹੁੰਦਾ। ਕੀ ਸੱਚ ਕੀ ਝੂਠ ਕਹਿ ਰਹੇ ਹੋ? ਮੇਰੇ ਭਰਾ ਤੋਂ ਪਹਿਲਾਂ ਤੂੰ ਹੋਰ ਕਿੰਨੇ ਕੋ ਮਰਦ ਫਸਾਏ ਨੇ। ਇਹ ਕੀ ਬਕਵਾਸ ਕਰ ਰਹੇ ਹੋ ਤੁਸੀਂ ਮੇਰੇ ਬਾਰੇ? ਮੈਂ ਐਵੇਂ ਦੀ ਬਿਲਕੁਲ ਵੀ ਨਹੀਂ। ਝੂਠ ਕੋਰਾ ਝੂਠ। ਇਹ ਚਿੱਠੀ ਪੜ। ਬਸੰਤ ਇੱਕੋ ਹੀ ਸਾਹ ਸਾਰੀ ਚਿੱਠੀ ਪੜ ਜਾਂਦੀ ਹੈ ਤੇ ਉਸ ਨੂੰ ਇੱਕ ਘੁਮੇਰ ਜਿਹੀ ਆਉਂਦੀ ਹੈ। ਹਰਬੀਰ ਇਸ ਹੱਦ ਤੱਕ ਜਾ ਸਕਦਾ ਸੀ, ਉਸ ਨੂੰ ਉਮੀਦ ਨਹੀਂ ਸੀ। ਪਰ ਇਹ ਮੈਂ ਨਹੀਂ ਲਿਖੀ। ਹਾਂ ਹੁਣ ਤੂੰ ਤਾਂ ਇਹ ਕਹੇਂਗੀ ਕਿ ਇਹ ਝੁਮਕਾ ਵੀ ਤੇਰਾ ਨਹੀਂ। ਹਾਂ ਇਹ ਝੁਮਕਾ ਮੇਰਾ ਏ, ਪਰ ਮੈਂ ਕਿੰਨੇ ਦਿਨਾਂ ਤੋਂ ਇਸ ਨੂੰ ਲੱਭ ਰਹੀ ਸੀ। ਬਸੰਤ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਕਰ ਸਕਦੀ ਐ। ਨਹੀਂ ਸੁਖਜੀਤ, ਮੈਂ ਇਹ ਨਹੀਂ ਕੀਤਾ। ਮੈਂ ਸੱਚ ਕਹਿੰਦੀ ਆ, ਮੇਰਾ ਯਕੀਨ ਕਰੋ। ਮੈਂ ਸਿਰਫ ਤੇ ਸਿਰਫ ਤੁਹਾਨੂੰ ਪਿਆਰ ਕੀਤਾ ਏ, ਕੋਈ ਹੋਰ ਮੇਰੇ ਦਿਲ ਦਿਮਾਗ ਵਿੱਚ ਕਿਤੇ ਵੀ ਨਹੀਂ। ਸਾਲੀ, ਸੁਖਜੀਤ ਗਾਲ ਕੱਢਦਾ ਏ। ਬਸੰਤ ਸੁਖਜੀਤ ਦੇ ਪੈਰੀ ਪੈਂਦੀ ਹੈ, ਪਰ ਸੁਖਜੀਤ ਉਸ ਨੂੰ ਪਰਾਂ ਨੂੰ ਧੱਕ ਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਂਦਾ ਏ। ਟਿਕੀ ਹੋਈ ਰਾਤ ਦੇ ਵਿੱਚ ਬਸੰਤ ਦੀਆਂ ਸਿਸਕੀਆਂ ਪੂਰੇ ਕਮਰੇ ਦੇ ਵਿੱਚ ਫੈਲ ਗਈਆਂ। ਰਿਸ਼ਤੇ ਜਮਾ ਕੱਚ ਵਰਗੇ ਹੁੰਦੇ ਨੇ, ਸਾਂਭ ਕੇ ਰੱਖਣੇ ਪੈਂਦੇ ਨੇ। ਕੋਈ ਰਿਸ਼ਤਾ ਟੁੱਟਣ ਤੇ ਓਨਾ ਹੀ ਦੁੱਖ ਹੁੰਦਾ ਏ ਜਿੰਨਾ ਕਿ ਕੱਚ ਦੇ ਟੁਕੜੇ ਦਾ ਸਰੀਰ ਵਿੱਚ ਚੁਭੇ ਜਾਣ ਤੇ ਗੱਲ ਜਦੋਂ ਰੂਹਾਂ ਦੇ ਰਿਸ਼ਤਿਆਂ ਦੀ ਹੁੰਦੀ ਹੈ ਤਾਂ ਇਹ ਕੱਚ ਵਰਗੀ ਪਾਰਦਰਸ਼ਤਾ ਨੂੰ ਹੋਣਾ ਲੋਚਦੇ ਨੇ। ਅੰਦਰੋਂ ਬਾਹਰੋਂ ਇੱਕੋ ਜਿਹੇ। ਅੰਦਰੋਂ ਬਾਹਰੋਂ ਸੁਖਜੀਤ ਦੇ ਰੰਗ ਵਿੱਚ ਰੰਗੀ ਹੋਈ ਬਸੰਤ ਕੌਰ ਦੇ ਪੈਰ ਵਿੱਚ ਹਰਬੀਰ ਨਾਂ ਦਾ ਕੱਚ ਚੁੱਭ ਗਿਆ ਸੀ ਤੇ ਉਸ ਦੀ ਪੈਂਦੀ ਚੀਸ ਉਹ ਆਪਣੇ ਪਿੰਡੇ ਦੇ ਰੋਮ ਵਿੱਚੋਂ ਮਹਿਸੂਸ ਕਰ ਰਹੀ ਸੀ। ਅੱਜ ਬੜੇ ਚਿਰਾਂ ਮਗਰੋਂ ਉਸ ਨੂੰ ਆਪਣਾ ਪੇਕਾ ਪਿੰਡ ਯਾਦ ਆਇਆ ਕਿ ਉਸ ਕੱਚੇ ਵਿਹੜੇ ਦੀ ਖੁਸ਼ਬੂ ਕਿੰਨੀ ਪਿਆਰੀ ਸੀ। ਯਾਦ ਆਇਆ ਕਿ ਬਾਪੂ ਦਾ ਘਰ ਵਿੱਚ ਤੁਰੇ ਫਿਰਨੇ ਰਹਿਣਾ ਘਰ ਨੂੰ ਲਾਣੇਦਾਰੀ ਦਾ ਸਕੂਨ ਜਿਹਾ ਦਿੰਦਾ ਸੀ। ਅੱਜ ਜੈਲਾ ਤੇ ਬੱਗਾ ਵੀ ਚੇਤੇ ਆਏ ਤੇ ਮਹਿੰਦਰ ਚਾਚੀ ਦੀਆਂ ਗੱਲਾਂ ਵੀ। ਪੇਕੇ ਪਿੰਡ ਦੀਆਂ ਗਲੀਆਂ 'ਚ ਘੁੰਮਦੀ ਬਸੰਤ ਨੂੰ ਕਦੋਂ ਨੀਂਦ ਨੇ ਘੇਰਾ ਪਾ ਲਿਆ, ਉਸ ਨੂੰ ਪਤਾ ਹੀ ਨਹੀਂ ਲੱਗਿਆ। ਸੁਖਜੀਤ ਦੇ ਦਿਲ 'ਚ ਭਲੇ ਹੀ ਬਸੰਤ ਲਈ ਗੁੱਸਾ ਸੀ, ਪਰ ਉਹ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ। ਇੱਕ ਵਾਰੀ ਤਾਂ ਉਸ ਦਾ ਜੀ ਕੀਤਾ ਕਿ ਉਹ ਆਪ ਹਰਬੀਰ ਨਾਲ ਗੱਲ ਕਰ ਲਵੇ, ਪਰ ਫੇਰ ਪਤਾ ਨਹੀਂ ਕੀ ਸੋਚ ਕੇ ਚੁੱਪ ਕਰ ਜਾਂਦਾ। ਉਧਰ ਹਰਬੀਰ ਮਨ ਹੀ ਮਨ ਖੁਸ਼ ਸੀ ਕਿ ਐਤਕੀ ਤੀਰ ਬਿਲਕੁਲ ਸਹੀ ਨਿਸ਼ਾਨੇ ਤੇ ਲੱਗਿਆ। ਸੁਖਜੀਤ ਤੇ ਬਸੰਤ ਦੀ ਆਪਸੀ ਲੜਾਈ ਦੀ ਭਿਣਕ ਜਈ ਉਸ ਨੂੰ ਲੱਗ ਗਈ ਸੀ। ਬਸ ਕਿਸੇ ਮੌਕੇ ਦੀ ਤਲਾਸ਼ 'ਚ ਸੀ ਉਹ। ਅੱਜ ਬੜੇ ਚਿਰਾਂ ਮਗਰੋਂ ਠਾਕਰ ਸਿੰਘ ਤੇ ਉਸ ਦੇ ਦੋਵੇਂ ਪੁੱਤਰ ਚਾਹ ਦੇ ਟੇਬਲ ਤੇ ਬੈਠ ਕੇ ਗੁਫ਼ਤਗੂ ਕਰ ਰਹੇ ਸਨ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਸੀ। ਸੁਖ, ਮੈਂ ਸੋਚਦਾ ਕਿ ਹੁਣ ਹਰਬੀਰ ਦੇ ਗੱਲ 'ਚ ਵੀ ਪੰਜਾਲੀ ਪਾ ਹੀ ਦਈਏ। ਬੜੀਆਂ ਕਰ ਲਈਆਂ ਹਾਸੀਆਂ ਖੇਡੀਆਂ। ਠਾਕਰ ਸਿੰਘ ਨੇ ਹਰਬੀਰ ਵੱਲ ਇਸ ਤਰ੍ਹਾਂ ਦੇਖਦਿਆਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਹਰਬੀਰ ਕੀ ਕਰਦਾ ਫਿਰਦਾ, ਪਰ ਉਹ ਬਸੰਤ ਵਾਲੀ ਗੱਲ ਤੋਂ ਅਣਜਾਣ ਸੀ। ਮੇਰੀ ਨਜ਼ਰ ਦੇ ਵਿੱਚ ਇੱਕ ਵਧੀਆ ਰਿਸ਼ਤਾ ਹੈ, ਮੈਂ ਦੇਖਦਾ ਗੱਲ ਤੋਰ ਕੇ। ਮੈਂ ਸੋਚਦਾ ਕੋਈ ਬਸੰਤ ਜਿਹੀ ਕੁੜੀ ਮਿਲ ਜਾਵੇ ਤਾਂ ਮੇਰੀ ਜ਼ਿੰਮੇਵਾਰੀ ਵੀ ਖਤਮ ਹੋ ਜਾਵੇਗੀ। ਪਰ ਬਸੰਤ ਵਰਗੀ ਹੀ ਕਿਉਂ, ਹੋਰ ਵੀ ਤਾਂ ਕੁੜੀਆਂ ਨੇ ਦੁਨੀਆ ਤੇ, ਸਿਰਫ ਬਸੰਤ ਹੀ ਤਾਂ ਨਹੀਂ ਰਹਿ ਗਈ। ਸੁਖਜੀਤ ਨੂੰ ਜਿਵੇਂ ਬਸੰਤ ਨਾਂ ਤੋਂ ਨਫ਼ਰਤ ਹੋ ਗਈ ਸੀ। ਪਤਾ ਨਹੀਂ ਕਿਵੇਂ ਉਹ ਚਾਣਚੱਕ ਸਭ ਦੇ ਸਾਹਮਣੇ ਬੋਲ ਗਿਆ। ਠਾਕਰ ਸਿੰਘ ਨੇ ਅਜੀਬ ਜਿਹੀ ਨਜ਼ਰ ਨਾਲ ਸੁਖਜੀਤ ਵੱਲ ਦੇਖਿਆ ਤੇ ਹਰਬੀਰ ਚਾਹ ਦੀ ਸੁਰ ਨਾਲ ਮਨ ਹੀ ਮਨ ਮੁਸਕਰਾ ਰਿਹਾ ਸੀ। ਔਰਤ ਦਾ ਆਪਣਾ ਕੁਝ ਵੀ ਨਹੀਂ, ਸਮਾਜ ਹੀ ਉਸ ਨੂੰ ਇੱਜ਼ਤ ਬਖਸ਼ਦਾ ਹੈ ਤੇ ਜੇ ਕਿਸੇ ਔਰਤ ਦੀ ਸੁਰ ਸਮਾਜ ਤੋਂ ਬਾਗੀ ਹੁੰਦੀ ਹੈ
ਤਾਂ ਸਮਾਜ ਉਸ ਤੋਂ ਇਹ ਨਜ਼ਰਾਨਾ ਖੋ ਵੀ ਸਕਦਾ। ਕੁਝ ਇਹੋ ਜਿਹਾ ਹੀ ਵਾਪਰ ਰਿਹਾ ਸੀ ਬਸੰਤ ਨਾਲ। ਉਹ ਬਸੰਤ ਤੋਂ ਬਸੰਤ ਕੌਰ ਬਣ ਗਈ ਤੇ ਬਸੰਤ ਤੋਂ ਹੁਣ ਇੱਕ ਧੋਖੇਬਾਜ਼ ਤੇ ਮਕਾਰ ਔਰਤ ਬਣ ਗਈ, ਜਿਸ ਦਾ ਉਸ ਨੂੰ ਵੀ ਕੋਈ ਇਲਮ ਨਹੀਂ ਸੀ। ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਸੀ, ਪਰ ਇਹ ਝੂਠ ਕੀ ਸੀ ਜੋ ਅਹਿਲਿਆ ਵਾਂਗ ਉਸ ਦੀ ਝੋਲੀ 'ਚ ਪੈ ਗਿਆ ਸੀ। ਕਿਸੇ ਅਣਕੀਤੇ ਗੁਨਾਹ ਦੇ ਭਾਰ ਹੇਠਾਂ ਉਹ ਦੱਬਦੀ ਜਾ ਰਹੀ ਸੀ। ਸੋਚਾਂ ਦੇ ਪੱਥਰਾਂ ਨਾਲ ਸਿਰ ਟਕਰਾ ਕੇ ਹਾਲੋਂ ਬਹਾਲ ਹੋਈ ਬਸੰਤ ਕਮਰੇ 'ਚੋਂ ਨਿਕਲ ਕੇ ਹਵੇਲੀ ਦੇ ਬਗੀਚੇ ਵਿੱਚ ਟਹਿਲਣ ਲੱਗ ਪਈ। ਨਾਲ ਹੀ ਨਜ਼ਰਾਂ ਸੁਖਜੀਤ ਨੂੰ ਲੱਭ ਰਹੀਆਂ ਸਨ, ਪਰ ਸੁਖਜੀਤ ਦੀ ਨਾ ਤਾਂ ਗੱਡੀ ਸੀ ਤੇ ਨਾ ਹੀ ਉਹ ਆਪ। ਹਾਂ, ਪਰ ਹਰਬੀਰ ਸਾਹਮਣੇ ਤੋਂ ਆ ਰਿਹਾ ਸੀ ਤਾਂ ਦੋਵਾਂ ਦੀਆਂ ਨਜ਼ਰਾਂ ਟਕਰਾਈਆਂ ਗਈਆਂ। ਸ਼ੁਕਰ ਹੈ ਅੱਜ ਇਸ ਚੰਨ ਨੇ ਵੀ ਦਰਸ਼ਨ ਦਿੱਤੇ। ਹਰਬੀਰ ਮਸ਼ਕਰੀ ਆਵਾਜ਼ 'ਚ ਬੋਲਿਆ, ਤੂੰ ਇਹ ਚੰਗਾ ਨਹੀਂ ਕੀਤਾ। ਉਹ ਅੱਛਾ, ਤਾਂ ਇਹਦਾ ਮਤਲਬ ਰੁਸਵਾਈਆਂ ਦਾ ਮੌਸਮ ਸ਼ੁਰੂ ਹੋ ਗਿਆ। ਮੈਂ ਤਾਂ ਕਦੋਂ ਦਾ ਉਡੀਕਦਾ ਕਿ ਇਹ ਚੰਨ ਬਦਲਾਂ ਦੇ ਓਲੇ ਹੋ ਜੇ। ਤੇ ਇਹ ਕਹਿੰਦੇ ਕਹਿੰਦੇ ਹਰਬੀਰ ਬਸੰਤ ਦੇ ਨੇੜੇ ਹੋ ਗਿਆ, ਇੰਨਾ ਨੇੜੇ ਕਿ ਬਸੰਤ ਦੇ ਤੇਜ਼ ਚੱਲਦੇ ਹੋਏ ਸਾਹ ਉਹ ਸਹਿਜੇ ਹੀ ਸੁਣ ਸਕਦਾ ਸੀ। ਬਸੰਤ ਉਹਦੀਆਂ ਅੱਖਾਂ 'ਚ ਦੇਖ ਰਹੀ ਸੀ। ਇੱਕ ਜਿੱਦ ਤੋਂ ਸਿਵਾਏ ਉਸ ਨੂੰ ਹੋਰ ਕੁਝ ਨਜ਼ਰ ਨਹੀਂ ਆਇਆ। ਬਾਹਰ ਘੁਸਮ ਘੁਸਾ ਜਿਹਾ ਸੀ, ਸ਼ਾਮ ਦਾ ਵੇਲਾ ਸੀ, ਕੁਝ ਨਜ਼ਰੀ ਨਹੀਂ ਪਿਆ ਰਿਹਾ ਸੀ। ਏਦਾਂ ਲੱਗਦਾ ਸੀ ਜਿਵੇਂ ਦੋ ਪਰਛਾਵੇਂ ਆਪਸ 'ਚ ਗੱਲ ਕਰ ਰਹੇ ਹੋਣ। ਅਕਤੂਬਰ ਮਹੀਨੇ ਦੀ ਮਿੱਠੀ ਮਿੱਠੀ ਠੰਡ ਸ਼ੁਰੂ ਹੋ ਗਈ ਸੀ। ਇਸ਼ਕ ਦੋਵੇਂ ਤਰਫ ਹੋਵੇ ਤਾਂ ਬੇਮਿਸਾਲ ਹੁੰਦਾ ਹੈ, ਖੁਦਾ ਦਾ ਕਮਾਲ ਹੁੰਦਾ ਹੈ। ਇੱਕ ਦੂਸਰੇ ਨੂੰ ਪਾਉਣ ਦੀ ਚਾਹਤ, ਇੱਕ ਦੂਸਰੇ ਨੂੰ ਹੋਰ ਵੱਧ ਤੋਂ ਵੱਧ ਜਾਣਨ ਦੀ ਚਾਹਤ ਤੇ ਮੁਹੱਬਤ ਦੀ ਗਹਿਰਾਈ ਨਾਪਣ ਦੀ ਚਾਹਤ। ਪਲ ਪਲ ਗਿਰਦੀ ਸਮੇਂ ਦੀ ਰੇਤ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਨ ਦੀ ਚਾਹਤ ਬਣ ਜਾਂਦਾ ਏ। ਪਰ ਜੇ ਇਹੀ ਇਸ਼ਕ ਇੱਕ ਪਾਸੜ ਹੋਵੇ ਤਾਂ ਸੁਲਗਦੀ ਅੱਗ ਬਣ ਜਾਂਦਾ ਏ, ਜਿੱਦਾਂ ਕਿਸੇ ਨੇ ਜਿਉਂਦੇ ਜੀ ਭੱਠੀ ਵਿੱਚ ਝੋਕ ਦਿੱਤਾ ਹੋਵੇ, ਜਿੱਦਾਂ ਕਿਸੇ ਨੇ ਅੱਗ ਪੀ ਲਈ ਹੋਵੇ। ਤੇ ਆਪਣੇ ਹੋਣ ਵਾਲੇ ਮਹਿਬੂਬ ਨੂੰ ਮਿਲਣਾ ਇਸ ਤਰ੍ਹਾਂ ਸੀ ਜਿਵੇਂ ਕਿਸੇ ਠੰਡੀ ਸੀਤ ਹਵਾ ਦਾ ਬੁੱਲਾ ਰੋਮ ਰੋਮ ਵਿੱਚ ਵਸਿਆ ਹੋਵੇ। ਇਹੋ ਜਿਹਾ ਹੀ ਨਾਲ ਹਾਲ ਸੀ ਹਰਬੀਰ ਦਾ। ਬਸੰਤ ਤੇ ਕਬਜ਼ਾ ਪਾਉਣ ਦੀ ਪ੍ਰਵਿਰਤੀ ਉਸ ਦੇ ਮਨ ਵਿੱਚ ਆਪਣਾ ਘਰ ਕਰ ਚੁੱਕੀ ਸੀ। ਬਸੰਤ ਉਸ ਦੀ ਜਿੱਦ ਬਣ ਗਈ ਸੀ, ਜਿਸ ਨੂੰ ਪਾਉਣਾ ਉਸ ਦੇ ਲਈ ਹਰ ਦਿਨ ਜ਼ਰੂਰੀ ਬਣਦਾ ਜਾ ਰਿਹਾ ਸੀ। ਸ਼ਾਮ ਦੇ ਘੁਸਮ ਘੁਸਾ ਵਿੱਚ ਜਦੋਂ ਉਸਨੇ ਬਸੰਤ ਦੀ ਬਾਂਹ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹੱਥੋਂ ਪਾਈ 'ਚ ਬਸੰਤ ਦੀ ਚੂੜੀ ਦਾ ਕੱਚ ਉਸ ਦੇ ਹੱਥ 'ਚ ਚੁੱਭ ਗਿਆ। ਹੱਥ 'ਚ ਚੀਜ਼ ਪੈ ਰਹੀ ਸੀ, ਪਰ ਇਸ ਤੋਂ ਵੀ ਵਧੇਰੇ ਚੀਜ਼ ਉਸ ਦੇ ਦਿਲ 'ਚ ਪੈ ਰਹੀ ਸੀ। ਇੱਧਰ ਬਸੰਤ ਅੰਦਰ ਹੀ ਅੰਦਰ ਧੱਸਦੀ ਜਾ ਰਹੀ ਸੀ, ਜਿੱਦਾਂ ਕਿਸੇ ਨਦੀ ਦੇ ਕੰਢੇ ਖੁਰੇ ਰਹੇ ਹੋਣ। ਉਸ ਦੀ ਮੁਹੱਬਤ ਦੇ ਬਦਲੇ ਸੁਖਜੀਤ ਦੀ ਮਗਰੂਰੀ ਰੁਸਵਾਈ ਨਜ਼ਰ ਅੰਦਾਜ਼ੀ ਹੀ ਬਸੰਤ ਦੀ ਝੋਲੀ ਪੈ ਰਹੀ ਸੀ। ਇੱਕ ਚੁੱਪ ਪਸਰ ਗਈ ਸੀ ਬਸੰਤ ਦੀ ਜ਼ਿੰਦਗੀ ਵਿੱਚ, ਇੱਕ ਹਨੇਰੀ ਚੁੱਪ, ਬਿਲਕੁਲ ਕਿਸੇ ਮਰਗਤ ਵਾਲੇ ਘਰ 'ਚ ਵਿਛਾਈ ਗਈ ਚਿੱਟੀ ਚਾਦਰ ਵਰਗੀ। ਬਸੰਤ ਦਾ ਜੀ ਕਰਦਾ ਸੀ ਕਿ ਉਹ ਇਸ ਚਾਦਰ ਤੇ ਬਹਿ ਕੇ ਕੀਰਨੇ ਪਾਵੇ, ਕੂਕਾਂ ਮਾਰੇ ਤੇ ਆਪਣੇ ਦਿਲ ਦਾ ਸਾਰਾ ਗੁਬਾਰ ਕੱਢ ਦੇਵੇ। ਪਰ ਉਸ ਦੀ ਸੁਣੇ ਕੌਣ? ਕੋਈ ਦਿਲ ਦੇ ਕਰੀਬ ਨਹੀਂ ਸੀ ਜਿਸ ਦੇ ਅੱਗੇ ਉਹ ਆਪਣੀ ਅੰਦਰਲੀ ਭੁੱਬ ਨੂੰ ਫਰੋਲ ਸਕੇ। ਸੁਖਜੀਤ ਤੇ ਬਸੰਤ ਨੂੰ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਅੱਜ ਉਸਨੇ ਆਪਣਾ ਪੂਰਾ ਮਨ ਬਣਾ ਲਿਆ ਸੀ ਸੁਖਜੀਤ ਨੂੰ ਹਰਬੀਰ ਦੀ ਸਾਰੀ ਕਰਤੂਤ ਦੱਸੇਗੀ, ਪਰ ਕੀ ਉਹ ਯਕੀਨ ਕਰੇਗਾ? ਉਸਲ ਵੱਟੇ ਲੈ ਰਹੀ ਬਸੰਤ ਸੁਖਜੀਤ ਨੂੰ ਉਡੀਕ ਰਹੀ ਸੀ। ਅੱਜ ਕਿੰਨੀ ਰਾਤ ਗੁਜ਼ਰ ਚੁੱਕੀ ਸੀ, ਪਰ ਸੁਖਜੀਤ ਅਜੇ ਤੱਕ ਨਹੀਂ ਸੀ ਆਇਆ। ਹੁਣ ਉਸ ਨੂੰ ਗੁੱਸੇ ਦੀ ਬਜਾਏ ਸੁਖਜੀਤ ਦੀ ਚਿੰਤਾ ਸਤਾਉਣ ਲੱਗੀ। ਤਕਰੀਬਨ ਰਾਤ ਦਾ 1 ਵੱਜ ਚੁੱਕਿਆ ਸੀ। ਲੜਖੜਾਉਂਦੇ ਕਦਮਾਂ ਦੇ ਨਾਲ ਸੁਖਜੀਤ ਕਮਰੇ ਦੇ ਅੰਦਰ ਦਾਖਲ ਹੁੰਦਾ ਹੈ। ਸ਼ਰਾਬ ਦੀ ਹਵਾੜ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ। ਬਸੰਤ ਜਾਗਦੀ ਹੈ, ਪਰ ਉਵੇਂ ਹੀ ਪਈ ਰਹਿੰਦੀ ਹੈ, ਜਿੱਦਾਂ ਕੋਈ ਬਹੁਤ ਗਹਿਰਾਈ ਨੀਂਦ ਨਾਲ ਵਿੱਚ ਸੁੱਤਾ ਹੁੰਦਾ ਏ। ਸੁਖਜੀਤ ਸਾਲੀ ਗਾਲ ਕੱਢ ਕੇ ਮੇਰੀਆਂ ਨੀਂਦਾਂ ਉਡਾ ਕੇ ਕਿੱਦਾਂ ਸਕੂਨ ਨਾਲ ਸੁੱਤੀ ਪਈ ਹੈ। ਸੁਖਜੀਤ ਬਸੰਤ ਦੇ ਨੇੜੇ ਹੁੰਦਾ ਏ, ਇੰਨਾ ਨੇੜੇ ਕਿ ਉਸਦੇ ਸ਼ਰਾਬ ਦੀ ਬਦਬੂ ਵਾਲੇ ਸਾਹ ਉਹ ਸਹਿਜੇ ਹੀ ਸੁਣ ਸਕਦੀ ਸੀ। ਆਖਰ ਕੀ ਸਜ਼ਾ ਦੇਵਾਂ ਤੈਨੂੰ ਦੱਸ, ਮੇਰੇ ਨਾਲ ਧੋਖਾ ਕਮਾਉਣ ਦੀ? ਇਹ ਮੋਟੀਆਂ ਮੋਟੀਆਂ ਅੱਖਾਂ ਮੈਨੂੰ ਮਾਰ ਦੇਣਗੀਆਂ ਕਿਸੇ ਦਿਨ। ਬੰਦੇ ਦੀ ਜਾਨ ਤਾਂ ਹੁੰਦੀ ਹੀ ਔਰਤ ਦੇ ਹੱਥ ਵਿੱਚ ਹੈ।
ਤੂੰ ਐਵੇਂ ਕਰ, ਆਪਣੇ ਹੱਥਾਂ ਨਾਲ ਹੀ ਮੈਨੂੰ ਜ਼ਹਿਰ ਦੇ ਦੇ, ਆਜ਼ਾਦ ਕਰ ਦੇ ਮੈਨੂੰ ਇਸ ਅੱਗ ਤੋਂ, ਆਪਣੀ ਕੈਦ ਤੋਂ। ਸੁਖਜੀਤ ਨਸ਼ੇ ਦੀ ਲੋਰ ਵਿੱਚ ਬਹੁਤ ਅਵਾ-ਤਵਾ ਬੋਲਦਾ ਏ, ਗਿੜਗੜਾਉਂਦਾ ਏ ਤੇ ਫੇਰ ਗੱਲਾਂ ਕਰਦੇ ਕਰਦੇ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਨੀਂਦ ਨੇ ਉਸ ਨੂੰ ਘੇਰਾ ਪਾ ਲਿਆ। ਬਸੰਤ ਨੇ ਸਭ ਕੁਝ ਸੁਣਿਆ। ਉਹ ਉੱਠੀ ਤੇ ਉੱਠ ਕੇ ਸੁਖਜੀਤ ਦੇ ਜੁੱਤੇ ਉਤਾਰੇ ਤੇ ਉਸ ਨੂੰ ਠੀਕ ਕਰਕੇ ਬੈੱਡ ਤੇ ਚੰਗੀ ਤਰ੍ਹਾਂ ਲਟਾਇਆ। ਫਿਰ ਕਿੰਨਾ ਚਿਰ ਉਹ ਸੁਖਜੀਤ ਨੂੰ ਦੇਖਦੀ ਰਹੀ ਤੇ ਉਸ ਦੇ ਵਾਲਾਂ ਵਿੱਚ ਹੱਥ ਫੇਰਦੀ ਰਹੀ। ਇਨ੍ਹਾਂ ਕਰਵਟਾਂ ਵਿੱਚ ਰਾਤ ਨੇ ਵੀ ਆਪਣੀ ਕਰਵਟ ਬਦਲੀ। ਦਿਨ ਚੜ ਗਿਆ ਸੀ। ਸੁਖਜੀਤ ਦੀ ਰਾਤ ਦੀ ਪੀਤੀ ਲੈ ਗਈ ਸੀ। ਸਿਰ ਭਾਰੀ ਹੋ ਰਿਹਾ ਸੀ। ਨਸ਼ਾ ਉਤਰਦੇ ਹੀ ਸੁਖਜੀਤ ਦਾ ਸਿਰ ਭਾਰੀ ਹੋ ਗਿਆ ਸੀ। ਚਾਹ ਦੀ ਤਲਬ ਲੱਗ ਰਹੀ ਸੀ। ਉਹ ਉੱਠ ਕੇ ਕਮਰੇ ਤੋਂ ਬਾਹਰ ਵੱਲ ਨੂੰ ਰਸੋਈ ਵੱਲ ਮੁੜਦਾ ਏ ਤਾਂ ਸਲਮਾ ਨੂੰ ਚਾਹ ਦੇ ਲਈ ਆਵਾਜ਼ ਦਿੰਦਾ ਏ। ਬਸੰਤ ਦਾ ਖਿਆਲ ਉਸ ਨੂੰ ਆਉਂਦਾ ਏ, ਪਰ ਇੱਕ ਸਿਰਫਰੇ ਜਿਹੇ ਖਿਆਲ ਜਿਹਾ ਕਿ ਨਾ ਉਹ ਕਮਰੇ 'ਚ ਸੀ ਤੇ ਨਾ ਹੀ ਰਸੋਈ 'ਚ। ਫਿਰ ਸਵੇਰੇ ਸਵੇਰੇ ਕਿੱਥੇ ਜਾ ਸਕਦੀ ਸੀ। ਜੀ ਸਾਹਿਬ, ਸਲਮਾ ਇੱਕ ਕੱਪ ਚਾਹ ਦੇਵੀਂ ਜੀ। ਇੰਨਾ ਕਹਿ ਕੇ ਸੁਖਜੀਤ ਮੁੜਨ ਲੱਗਾ ਤਾਂ ਸਲਮਾ ਨੇ ਚੁੱਪ ਤੋੜੀ। ਸਾਹਿਬ, ਹਾਂ ਇੱਕ ਗੱਲ ਕਹਿਣੀ ਸੀ। ਹਾਂ ਦੱਸ ਜੀ। ਕੁਝ ਦੇਰ ਰੁਕ ਕੇ, ਜੀ ਛੋਟੇ ਸਾਹਿਬ ਬੀਬੀ ਜੀ ਨਾਲ ਚੰਗਾ ਨਹੀਂ ਕਰ ਰਹੇ। ਇੰਨਾ ਕਹਿਣ ਦੀ ਦੇਰ ਸੀ ਕਿ ਸੁਖਜੀਤ ਦਾ ਸਿਰ ਹੋਰ ਚਕਰਾ ਗਿਆ। ਇੱਕ ਘੁਮੇਰ ਜਿਹੀ ਆਉਂਦੀ ਆਉਂਦੀ ਬਚੀ ਉਸ ਨੂੰ। ਸਲਮਾ ਉਸ ਲਈ ਇੱਕ ਸਵਾਲੀਆ ਚਿੰਨ੍ਹ ਬਣ ਗਈ। ਆਖਰ ਕਿਹੜੇ ਕਿਹੜੇ ਰਾਜ ਸੀ ਜਿਨ੍ਹਾਂ ਤੋਂ ਅਜੇ ਪਰਦਾ ਉੱਠਣਾ ਬਾਕੀ ਸੀ। ਕੀ ਮਤਲਬ ਤੇਰਾ? ਮਤਲਬ ਹਰਬੀਰ ਜੀ ਸਾਹਿਬ ਉਹ ਬੀਬੀ ਜੀ ਨੂੰ ਬਹੁਤ ਤੰਗ ਕਰਦੇ ਨੇ। ਕਈ ਵਾਰ ਤਾਂ ਬੀਬੀ ਜੀ ਮੇਰੇ ਨਾਲ ਹੁੰਦੇ ਨੇ ਬਾਵਰਚੀ ਖਾਨੇ ਵਿੱਚ। ਛੋਟੇ ਸਾਹਿਬ ਮੈਨੂੰ ਇੱਥੋਂ ਜਾਣ ਦਾ ਇਸ਼ਾਰਾ ਕਰਕੇ ਆਪ ਇੱਥੇ ਹੀ ਖਲੋ ਜਾਂਦੇ ਨੇ ਤੇ ਕਿੰਨਾ ਕਿੰਨਾ ਚਿਰ ਬੀਬੀ ਜੀ ਨੂੰ ਨਿਹਾਰਦੇ ਰਹਿੰਦੇ ਨੇ। ਬੀਬੀ ਜੀ ਬਹੁਤ ਡਰ ਜਾਂਦੇ ਨੇ। ਉਹਨਾਂ ਦੇ ਡਰ ਕਰਕੇ ਕਦੀ ਕਦੀ ਪੂਰਾ ਦਿਨ ਕਮਰੇ ਚੋਂ ਨਿਕਲਦੇ ਨਹੀਂ। ਸਲਮਾ ਦੀਆਂ ਗੱਲਾਂ ਸੁਣ ਕੇ ਸੁਖਜੀਤ ਦਾ ਸਿਰ ਚਕਰਾ ਗਿਆ। ਆਖਰ ਹਰਬੀਰ ਇਸ ਹੱਦ ਤੱਕ ਡਿੱਗ ਸਕਦਾ? ਉਸ ਨੂੰ ਯਕੀਨ ਨਹੀਂ ਆ ਰਿਹਾ ਸੀ, ਪਰ ਯਕੀਨ ਤਾਂ ਕਰਨਾ ਪੈਣਾ ਸੀ। ਆਖਰ ਇਹ ਉਹ ਸੱਚ ਸੀ ਜੋ ਕਿੰਨੇ ਦਿਨਾਂ ਤੋਂ ਬਸੰਤ ਦੀਆਂ ਅੱਖਾਂ 'ਚ ਤੈਰ ਰਿਹਾ ਸੀ, ਪਰ ਉਹ ਪੜ੍ਹ ਨਹੀਂ ਸਕਿਆ ਜਾਂ ਖੌਰੇ ਪੜ੍ਹਨਾ ਨਹੀਂ ਚਾਹੁੰਦਾ ਸੀ। ਬੜੀ ਵਾਰ ਉਸ ਨੂੰ ਲੱਗਿਆ ਕਿ ਬਸੰਤ ਕੁਝ ਕਹਿਣਾ ਚਾਹੁੰਦੀ ਹੈ, ਪਰ ਪਤਾ ਨਹੀਂ ਕਿਉਂ ਉਸਨੇ ਮੌਕਾ ਹੀ ਨਹੀਂ ਦਿੱਤਾ ਅਸਲੀਅਤ ਨੂੰ ਸਾਹਵੇ ਲਿਆਉਣ ਦਾ। ਕੀ ਉਹ ਆਪ ਵੀ ਬਸੰਤ ਦਾ ਕਸੂਰਵਾਰ ਸੀ ਜੋ ਸਭ ਕੁਝ ਜਾਣ ਕੇ ਵੀ ਅਣਗੌਲਿਆ ਕਰ ਰਿਹਾ ਸੀ? ਇਸ ਤਰ੍ਹਾਂ ਦੀਆਂ ਬੜੀਆਂ ਸੋਚਾਂ ਦੀਆਂ ਘੁੰਮਣ ਘੇਰੀਆਂ 'ਚ ਸੁਖਜੀਤ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਿਹਾ ਸੀ। ਇੱਕ ਵਾਰੀ ਤਾਂ ਜੀ ਕੀਤਾ ਕਿ ਹੁਣੇ ਜਾ ਕੇ ਬਾਪੂ ਜੀ ਨੂੰ ਹਰਬੀਰ ਦੀ ਅਸਲੀਅਤ ਦੱਸ ਦੇਵੇ, ਪਰ ਫੇਰ ਖਿਆਲ ਆਇਆ ਕਿ ਪਹਿਲਾਂ ਬਸੰਤ ਨਾਲ ਗੱਲ ਕੀਤੀ ਜਾਵੇ। ਬਸੰਤ ਦਾ ਖਿਆਲ ਆਉਂਦੇ ਹੀ ਸੁਖਜੀਤ ਕਮਰੇ ਵੱਲ ਨੂੰ ਜਾਂਦਾ ਏ, ਪਰ ਬਸੰਤ ਇੱਥੇ ਨਹੀਂ ਸੀ। ਉਹ ਬਾਹਰ ਲਾਨ ਵਿੱਚ ਦੇਖਦਾ ਏ, ਉੱਥੇ ਵੀ ਨਹੀਂ ਸੀ। ਫਿਰ ਆਖਰ ਸਵੇਰੇ ਸਵੇਰੇ ਉਹ ਕਿੱਥੇ ਜਾ ਸਕਦੀ ਸੀ? ਸੁਖਜੀਤ ਦੇ ਮੱਥੇ ਤੇ ਮੁੜਕਾ ਦਿਸਦਾ ਏ। ਸਾਰੀ ਹਵੇਲੀ 'ਚ ਦੇਖ ਲੈਣ ਮਗਰੋਂ ਅਖੀਰ ਬੂਟਿਆਂ ਨੂੰ ਪਾਣੀ ਦੇ ਰਹੇ ਮਾਲੀ ਨੇ ਦੱਸਿਆ ਕਿ ਉਸਨੇ ਬੀਬੀ ਜੀ ਨੂੰ ਛੋਟੇ ਸਾਹਿਬ ਨਾਲ ਤੜਕੇ ਤੜਕੇ ਜਾਂਦੇ ਦੇਖਿਆ ਸੀ। ਸੁਖਜੀਤ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਸਨੇ ਦੇਖਿਆ ਕਿ ਹਰਬੀਰ ਦੀ ਗੱਡੀ ਸੱਚਮੁੱਚ ਉੱਥੇ ਨਹੀਂ ਸੀ। ਸੁਖਜੀਤ ਉੱਥੇ ਹੀ ਬਹਿ ਜਾਂਦਾ। ਕੀ ਕਰਾਂ ਕੀ ਨਾ ਕਰਾਂ? ਕਿ ਸਲਮਾ ਦੀਆਂ ਗੱਲਾਂ ਸੱਚ ਨੇ ਜਾਂ ਉਹ ਦੋਵੇਂ ਹੀ ਧੋਖੇਬਾਜ਼ ਨੇ? ਦਿਲ ਤੇ ਦਿਮਾਗ ਦੀ ਜੰਗ ਵਿੱਚ ਆਖਰ ਕੌਣ ਸਹੀ ਤੇ ਕੌਣ ਗਲਤ ਹੈ? ਕੁਝ ਵੀ ਸਹੀ ਨਹੀਂ ਸੀ ਦਿਸ ਰਿਹਾ, ਪਰ ਉਹ ਜਾ ਕਿੱਥੇ ਸਕਦੇ ਨੇ? ਇਹ ਸਵਾਲ ਜਿੱਡਾ ਉਸ ਨੂੰ ਦਿਸਣ ਲੱਗ ਪਿਆ। ਸਾਹਿਬ ਸਾਰੀ ਹਵੇਲੀ ਦੇਖ ਲਈ, ਪਰ ਛੋਟੇ ਸਾਹਿਬ ਤੇ ਬੀਬੀ ਜੀ ਕਿਤੇ ਨਹੀਂ ਦਿਸੇ। ਸਾਹੋ ਸਾਹ ਹੋਈ ਸਲਮਾ ਨੇ ਪੁੰਜੇ ਸਿਰ ਫੜ ਕੇ ਬੈਠੇ ਸੁਖਜੀਤ ਨੂੰ ਆ ਕੇ ਦੱਸਿਆ, ਮੈਂ ਹੀ ਕਸੂਰਵਾਰ ਹਾਂ ਬਸੰਤ ਦਾ। ਮੈਨੂੰ ਗੱਲ ਕਰਨੀ ਚਾਹੀਦੀ ਸੀ ਉਸ ਨਾਲ, ਪਤਾ ਨਹੀਂ ਕਿੱਥੇ ਹੋਵੇਗੀ। ਸੁਖਜੀਤ ਆਪਣੇ ਆਪ ਨੂੰ ਕੋਸ ਰਿਹਾ ਸੀ। ਸਲਮਾ ਤੂੰ ਧਿਆਨ ਰੱਖੀ, ਜੇ ਬਾਪੂ ਜੀ ਬੁਲਾਉਣ ਤਾਂ ਕਹਿ ਦਵੀਂ ਕਿ ਕਿਧਰੇ ਬਾਹਰ ਘੁੰਮਣ ਗਏ ਨੇ। ਜੀ ਸਾਹਿਬ, ਮੈਂ ਧਿਆਨ ਰੱਖਾਂਗੀ। ਉਧਰ ਹਰਬੀਰ ਬਸੰਤ ਨੂੰ ਫਾਰਮ ਹਾਊਸ 'ਚ ਲੈ ਕੇ ਜਾਂਦਾ ਏ। ਖਿਆਲਾਂ ਨਾਲ ਭਰੀ ਬਸੰਤ ਪਿੱਛੇ ਪਿੱਛੇ ਤੁਰੀ ਆਉਂਦੀ ਹੈ। ਇੱਕ ਵੱਡੇ ਜਿਹੇ ਹਾਲ ਵਿੱਚ ਦਾਖਲ ਹੁੰਦੀ ਹੈ ਜਿੱਥੇ ਵੱਡੀਆਂ ਵੱਡੀਆਂ ਤਸਵੀਰਾਂ ਲੱਗੀਆਂ ਹਨ, ਪਤਾ ਨਹੀਂ ਕਿਸ ਦੀਆਂ। ਉਸ ਦੇ ਮਨ ਨੂੰ ਇੱਕ ਕਾਹਲ ਜਿਹੀ ਪੈਂਦੀ ਆ ਤੇ ਨਾਲ ਹੀ ਇੱਕ ਡਰ ਵੀ। ਇਹ ਹਸਪਤਾਲ ਤਾਂ ਨਹੀਂ? ਤੁਸੀਂ ਤਾਂ ਕਿਹਾ ਸੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਏ।
ਫੇਰ ਇਹ ਕੀ ਹੈ? ਸੁਖਜੀਤ ਕਿੱਥੇ ਹੈ? ਸਾਹਮਣੇ ਪਏ ਸੋਫੇ ਤੇ ਬੈਠਦਿਆਂ ਹਰਬੀਰ ਹੱਸਣ ਲੱਗਦਾ ਏ। ਹਾਂ, ਇਹ ਕਿੰਨਾ ਡਰਾਉਣਾ ਹਾਸਾ ਸੀ ਜਿਸ ਵਿੱਚ ਫਰੇਬ ਦੇ ਧੋਖਾ ਦੀ ਝਲਕ ਸੀ। ਬਸੰਤ ਮਨ ਹੀ ਮਨ ਸੋਚ ਰਹੀ ਸੀ, ਹਾਂ ਜੇ ਇਹ ਨਾ ਕਹਿੰਦਾ ਫੇਰ ਤੂੰ ਮੇਰੇ ਨਾਲ ਇਸ ਸੁੰਨਸਾਨ ਫਾਰਮ ਹਾਊਸ ਵਿੱਚ ਕਿੱਥੇ ਆਉਣਾ ਸੀ? ਹੁਣ ਮੈਂ ਸਿਰਫ ਤੂੰ, ਹੋਰ ਕੋਈ ਨਹੀਂ। ਇਹ ਗੱਲ ਕਹਿੰਦੇ ਕਹਿੰਦੇ ਹਰਬੀਰ ਬਸੰਤ ਦੇ ਨੇੜੇ ਹੋ ਗਿਆ ਤੇ ਹੋਰ ਖਿੜਖਿੜਾ ਕੇ ਹੱਸਣ ਲੱਗ ਪਿਆ। ਉਸ ਸਮੇਂ ਬਸੰਤ ਨੂੰ ਆਪਣਾ ਆਪ ਲੁੱਟਿਆ ਹੋਇਆ ਮਹਿਸੂਸ ਹੋਇਆ। ਐਵੇਂ ਲੱਗਿਆ ਜਿਵੇਂ ਹਰਬੀਰ ਕੋਈ ਰਾਵਣ ਹੋਵੇ, ਪਰ ਉਸਨੇ ਤਾਂ ਕੋਈ ਦਾਨ ਦਕਸ਼ਨਾ ਦੇਣ ਲਈ ਕੋਈ ਲਕਸ਼ਮਣ ਰੇਖਾ ਨਹੀਂ ਪਾਰ ਕੀਤੀ ਤੇ ਨਾ ਹੀ ਕਿਸੇ ਸੋਨੇ ਦੇ ਮਿਰਗ ਦੀ ਇੱਛਾ ਜ਼ਾਹਿਰ ਕੀਤੀ ਸੀ। ਫੇਰ ਇਹ ਅਣਕੀਤੇ ਕਿਹੜੇ ਗੁਨਾਹ ਦੀ ਸਜ਼ਾ ਸੀ ਜੋ ਅੱਜ ਉਹ ਭੁਗਤ ਰਹੀ ਸੀ। ਮੁਹੱਬਤ ਹੁੰਦੀ ਹੈ, ਕਿਸੇ ਤੇ ਥੋਪੀ ਨਹੀਂ ਜਾਂਦੀ ਤੇ ਨਾ ਹੀ ਕੋਈ ਕਬਜ਼ਾ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਆਪਣੀ ਮੁਹੱਬਤ ਨੂੰ ਦੂਰੋਂ ਚਹਿਕਦੇ ਹੋਏ ਦੇਖਣਾ ਮੁਹੱਬਤ ਹੈ। ਬਿਲਕੁਲ ਫੁੱਲਾਂ ਵਾਂਗ ਖਲੋ ਕੇ ਉਸ ਦੀ ਖੁਸ਼ਬੂ ਨੂੰ ਨਿਹਾਰਨਾ ਸਿਰਫ ਜਿਸਮ ਪਾਰ ਕਰਨੇ ਮੁਹੱਬਤ ਤਾਂ ਨਹੀਂ, ਤੇ ਜਿਸ ਨੂੰ ਆਦਤ ਹੀ ਸਿਰਫ ਕੱਪੜੇ ਉਤਾਰਨ ਦੀ ਹੋਵੇ ਉਹਨਾਂ ਲਈ ਮੁਹੱਬਤ ਜਿਸਮਾਂ ਦੀ ਗਰਮੀ ਤੋਂ ਵੱਧ ਹੋਰ ਕੁਝ ਨਹੀਂ। ਹਰਬੀਰ ਦੀ ਚਾਹਤ ਸੀ ਬਸੰਤ ਨੂੰ ਪਾਉਣ ਦੀ, ਜਿਸ ਨੂੰ ਪਾਉਣ ਲਈ ਉਹ ਅੱਜ ਸਫਲ ਹੋ ਗਿਆ ਸੀ। ਬਸੰਤ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਸੀ ਜਦੋਂ ਉਸ ਨੂੰ ਪਤਾ ਚੱਲਿਆ ਕਿ ਹਰਬੀਰ ਧੋਖੇ ਨਾਲ ਉਸ ਨੂੰ ਇਸ ਜਗ੍ਹਾ ਤੇ ਲੈ ਆਇਆ ਸੀ। ਪਰ ਹੁਣ ਹੋ ਕੀ ਸਕਦਾ ਸੀ? ਸਾਹਮਣੇ ਬੈਠਾ ਹਰਬੀਰ ਉਸ ਨੂੰ ਕਿਸੇ ਜੰਗਲੀ ਭੇੜੀਏ ਵਰਗਾ ਜਾਪਿਆ ਜੋ ਉਸ ਦੀ ਬੋਟੀ ਕਰਨ ਲਈ ਕਾਲਾ ਸੀ। ਪਰ ਸੁਖਜੀਤ ਕਿੱਥੇ ਹੈ? ਉਸ ਨਾਲ ਕਿਸ ਤਰ੍ਹਾਂ ਰਾਬਤਾ ਹੋ ਸਕਦੀ? ਇੰਨੇ ਘਣੇ ਜੰਗਲਾਂ ਵਿੱਚ ਆਖਰ ਇਹ ਕਿਹੜੀ ਜਗ੍ਹਾ ਸੀ? ਕਿੰਨੀ ਬੇਖਬਰ ਹੋ ਗਈ ਸੀ ਮੈਂ। ਕਿਸੇ ਨੂੰ ਪੁੱਛ ਹੀ ਲੈਂਦੀ। ਬਸੰਤ ਮਨ ਹੀ ਮਨ ਸਵਾਲ ਕਰ ਰਹੀ ਸੀ। ਜ਼ਿਆਦਾ ਨਾ ਸੋਚ, ਇਹ ਲਾਲ ਸੂਟ ਪਾ ਕੇ ਆ। ਮੈਂ ਤੈਨੂੰ ਉਵੇਂ ਹੀ ਦੇਖਣਾ ਚਾਹੁੰਦਾ ਜਿਵੇਂ ਤੂੰ ਪਹਿਲੇ ਦਿਨ ਹਵੇਲੀ 'ਚ ਪੈਰ ਪਾਇਆ ਸੀ। ਤੈਨੂੰ ਪਤਾ ਜਦੋਂ ਰਿਸ਼ਤੇ ਦੀ ਗੱਲ ਚੱਲੀ ਸੀ ਤਾਂ ਸਭ ਤੋਂ ਪਹਿਲਾਂ ਭੂਆ ਨੇ ਤੇਰੀ ਫੋਟੋ ਮੈਨੂੰ ਦਿਖਾਈ ਸੀ। ਬਸ ਉਦੋਂ ਤੋਂ ਹੀ ਇਸ ਜੱਟ ਨੂੰ ਤੇਰੇ ਨਾਲ ਇਸ਼ਕ ਹੋ ਗਿਆ ਸੀ। ਹਰਬੀਰ ਲਾਲ ਸੂਟ ਬਸੰਤ ਦੇ ਮੋਢੇ ਤੇ ਛਾਲ ਵਾਂਗ ਦਿੰਦਾ ਹੈ ਤੇ ਅਜਿਹਾ ਕਰਦੇ ਹੋਏ ਬਸੰਤ ਦੇ ਲੱਕ ਦੁਆਲੇ ਆਪਣਾ ਹੱਥ ਪਾਉਂਦਾ ਏ ਤੇ ਬਸੰਤ ਠੰਬਰ ਜਾਂਦੀ ਹੈ। ਕਿੰਨਾ ਤੜਫਾਇਆ ਏ ਤੂੰ ਮੈਨੂੰ, ਪਰ ਆਪਣੇ ਲਈ ਕਿਸੇ ਨੂੰ ਤੜਫਦੇ ਦੇਖਣਾ ਵਧੀਆ ਵੀ ਤਾਂ ਨਹੀਂ ਲੱਗਦਾ ਏ। ਇੰਨਾ ਕਹਿੰਦੇ ਹੋਏ ਉਹ ਬਸੰਤ ਨੂੰ ਆਪਣੀ ਬੁੱਕਲ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਏ, ਪਰ ਬਸੰਤ ਉਸ ਨੂੰ ਪਰਾਂ ਧੱਕ ਦਿੰਦੀ ਹੈ। ਆਖਰ ਕੁਝ ਤਾਂ ਸ਼ਰਮ ਕਰ, ਤੇਰਾ ਭਰਾ ਦੀ ਇੱਜ਼ਤ ਆਬਰੂ ਹਾਂ ਮੈਂ। ਹਾਂ ਇੱਜ਼ਤ ਆਬਰੂ। ਵੀਰੇ ਦੀ ਬੇਰੁਖੀ ਹੈ ਤੂੰ। ਉਸਨੇ ਤਾਂ ਕਦੇ ਤੈਨੂੰ ਅਪਣਾਇਆ ਹੀ ਨਹੀਂ ਤੇ ਨਾ ਕਦੇ ਤੇਰੇ ਤੇ ਹੱਕ ਜਤਾਇਆ। ਉਹ ਤਾਂ ਆਪ ਉਸ ਕੰਜਰੀ ਕੋਲ ਜਾਂਦਾ ਏ, ਹਕੀਕਤ ਕੋਲ। ਕਮਲ ਭਾਬੀ ਦੇ ਜਾਣ ਮਗਰੋਂ ਵੀਰਾ ਉਹ ਗਾਉਣ ਵਾਲੀ ਕੋਲ ਜਾਣ ਲੱਗ ਪਿਆ। ਇਹ ਗੱਲ ਬਾਪੂ ਜੀ ਨੂੰ ਹਜਮ ਨਹੀਂ ਸੀ, ਤਾਂ ਹੀ ਉਹਨਾਂ ਨੇ ਤੇਰਾ ਰਿਸ਼ਤਾ ਲਿਆ। ਕਿਸੇ ਗਰੀਬ ਘਰ ਦੀ ਕੁੜੀ ਦੀ ਹੀ ਇਸ ਹਵੇਲੀ ਵਿੱਚ ਟਿਕ ਪਾਊਗੀ। ਕੀ? ਬਸੰਤ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ। ਹਾਂ, ਕਿਉਂ ਬੁਰਾ ਲੱਗਿਆ ਸੁਣ ਕੇ ਇਹੀ ਸੱਚ? ਹਵੇਲੀ ਦੀ ਕੱਲੀ ਕੰਧ ਇਸ ਦਾ ਹੁੰਗਾਰਾ ਭਰਦੀ ਹੈ। ਵਿਆਹ ਤੋਂ ਬਾਅਦ ਵੀਰਾ ਸੁਧਰ ਜਾਵੇਗਾ, ਤਾਂ ਹੀ ਤਾਂ ਬਾਪੂ ਜੀ ਤੇ ਭੂਆ ਨੇ ਤੇਰਾ ਰਿਸ਼ਤਾ ਲਿਆ ਸੀ। ਬਸੰਤ ਸਾਹਮਣੇ ਪਏ ਸੋਫੇ ਤੇ ਧੜਮ ਕਰਕੇ ਡਿੱਗ ਪਈ, ਜਿਵੇਂ ਲੱਤਾਂ ਵਿੱਚ ਹੋਰ ਖੜਨ ਦਾ ਬਲ ਨਹੀਂ ਸੀ। ਉਸ ਨੂੰ ਯਾਦ ਆਇਆ ਕਿ ਇੱਕ ਵਾਰੀ ਪਹਿਲਾਂ ਵੀ ਉਹ ਧੋਖੇ ਦਾ ਸ਼ਿਕਾਰ ਹੋ ਚੁੱਕੀ ਹੈ, ਜਦੋਂ ਉਸ ਨੂੰ ਸੁਖਜੀਤ ਦੀ ਪਹਿਲੀ ਘਰਵਾਲੀ ਬਾਰੇ ਪਤਾ ਲੱਗਿਆ ਸੀ। ਤੇ ਹੁਣ ਇਹ ਹਕੀਕਤ, ਇਹ ਕੌਣ ਸੀ? ਅਜੇ ਹੋਰ ਕਿਹੜੇ ਸੱਚ ਤੋਂ ਗੁਜ਼ਰਨਾ ਬਾਕੀ ਹੈ। ਬਸੰਤ ਅੰਦਰ ਹੀ ਅੰਦਰ ਧੱਸਦੀ ਜਾ ਰਹੀ ਸੀ, ਜਿਵੇਂ ਬਹੁਤ ਡੂੰਘੇ ਪਾਣੀਆਂ 'ਚ ਉਤਰ ਗਈ ਹੋਵੇ। ਉਸਨੇ ਆਪਣੀਆਂ ਸਿੱਲੀਆਂ ਅੱਖਾਂ ਬੰਦ ਕਰ ਲਈਆਂ, ਜਿਵੇਂ ਉਸ ਦਾ ਸਾਹ ਘੁੱਟ ਰਿਹਾ ਹੋਵੇ ਤੇ ਡੂੰਘੇ ਪਾਣੀਆਂ 'ਚ ਉਹ ਬਹੁਤ ਉੱਚੀ ਆਵਾਜ਼ ਦੇ ਰਹੀ ਹੋਵੇ, ਪਰ ਕੋਈ ਉਸ ਦੀ ਆਵਾਜ਼ ਨਹੀਂ ਸੁਣ ਰਿਹਾ। ਉਹ ਇੱਕਦਮ ਬੇਵਸ ਤੇ ਚੁੱਪ ਜਿਹੀ ਹੋ ਗਈ। ਇੱਕਦਮ ਸ਼ਰਾਬ ਦੀ ਹਵਾੜ ਆਈ ਤੇ ਉਸਨੇ ਦੇਖਿਆ ਕਿ ਹਰਬੀਰ ਕਦੋਂ ਉਸ ਦੇ ਕੋਲ ਆ ਕੇ ਬੈਠ ਗਿਆ। ਉਹ ਇਸ ਗੱਲ ਤੋਂ ਬਿਲਕੁਲ ਗੈਰ ਹਾਜ਼ਰ ਸੀ। ਲਾਲ ਸੂਟ ਬਸੰਤ ਦੇ ਮੋਢਿਆਂ ਤੋਂ ਖਿਸਕ ਕੇ ਭੁੰਜੇ ਡਿੱਗਿਆ ਪਿਆ ਸੀ। ਹਰਬੀਰ ਦੇ ਸ਼ਰਾਬ ਦੀ ਹਵਾੜ ਵਾਲੇ ਸਾਹ ਬਸੰਤ ਦੇ ਬਹੁਤ ਕਰੀਬ ਹੋ ਗਏ ਸੀ। ਹਰਬੀਰ ਨੇ ਆਪਣੇ ਹੋਠ ਬਸੰਤ ਦੇ ਹੋਠ ਤੇ ਰੱਖ ਦਿੱਤੇ, ਜਿਵੇਂ ਚਿਰਾਂ ਦੀ ਤੇਹ ਲੱਗੀ ਹੋਵੇ
ਪਰ ਪਿਆਸ ਕਿਵੇਂ ਦੀ ਸੀ, ਬੁਝਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਅਜੀਬ ਲੱਗਿਆ ਹਰਬੀਰ ਨੂੰ। ਬਸੰਤ ਨੇ ਕੋਈ ਹਰਕਤ ਨਹੀਂ ਕੀਤੀ, ਬਸ ਉਸ ਦੀਆਂ ਅੱਖਾਂ ਦੀ ਸਿਲ ਹਰਬੀਰ ਦੀਆਂ ਗੱਲਾਂ ਨੂੰ ਛੂ ਰਹੀ ਸੀ, ਪਰ ਅਜੇ ਤਾਂ ਜਿਸਮ ਪਾਰ ਕਰਨੇ ਸੀ। ਇਹ ਗੱਲ ਸੋਚਦਿਆਂ ਹਰਬੀਰ ਦੇ ਦਿਲ ਵਿੱਚ ਇੱਕ ਤਿਤਲੀ ਜਿਹੀ ਉੱਡ ਰਹੀ ਸੀ। ਮੈਂ ਤੈਨੂੰ ਬਹੁਤ ਮੁਹੱਬਤ ਕਰਦਾ ਸੁਖਜੀਤ, ਤੋਂ ਵੀ ਵੱਧ ਕੇ। ਇੱਕ ਖਾਮੋਸ਼ੀ। ਤੂੰ ਚੁੱਪ ਕਿਉਂ ਐ? ਪਲੀਜ਼ ਕੁਝ ਤਾਂ ਬੋਲ। ਬਸੰਤ ਚੁੱਪ ਹੋ ਗਈ ਸੀ। ਇੱਕ ਬੇਵਸੀ ਭਰੀ ਚੁੱਪ ਜਿਹੜੀ ਮਰਦਾਵੀ ਤਾਕਤ ਮੋਰੇ ਗੋਡੇ ਟੇਕ ਗਈ ਸੀ। ਅਚਾਨਕ ਕਿਸੇ ਦੇ ਪੈਰਾਂ ਦਾ ਖੜਾਕ ਹੁੰਦਾ ਤਾਂ ਸਾਹਮਣੇ ਹਵੇਲੀ ਦੇ ਸਰਦਾਰ ਠਾਕਰ ਸਿੰਘ ਖੜੇ ਸੀ। ਹਰਬੀਰ ਬਾਪੂ ਜੀ ਨੂੰ ਦੇਖ ਕੇ ਘਬਰਾ ਜਾਂਦਾ ਹੈ ਤੇ ਬਸੰਤ ਭੱਜ ਕੇ ਜਾ ਕੇ ਪਿੱਛੇ ਖੜੋ ਜਾਂਦੀ ਹੈ। ਉਸ ਦੇ ਹੋਕਿਆਂ ਦੀ ਆਵਾਜ਼ ਸਹਿਜੇ ਹੀ ਸੁਣੀ ਜਾ ਸਕਦੀ ਸੀ। ਮੇਰੀ ਹੀ ਪਰਵਰਿਸ਼ 'ਚ ਕਮੀ ਰਹਿ ਗਈ, ਤਾਂ ਹੀ ਤੇਰੀ ਹਿੰਮਤ ਇੱਥੇ ਤੱਕ ਪਹੁੰਚ ਗਈ ਕਿ ਅੱਜ ਤੂੰ ਘਰ ਦੀ ਇੱਜ਼ਤ ਨੂੰ ਹੀ ਹੱਥ ਪਾ ਲਿਆ। ਤੂੰ ਕੀ ਸਮਝਿਆ ਮੇਰੀਆਂ ਅੱਖਾਂ ਬੰਦ ਨੇ? ਮੈਨੂੰ ਕੁਝ ਨਹੀਂ ਪਤਾ ਲੱਗਦਾ। ਮੈਂ ਤੈਨੂੰ ਗੱਡੀ ਸਟਾਰਟ ਕਰਦੇ ਨੂੰ ਦੇਖ ਲਿਆ ਸੀ। ਫਿਰ ਜਦੋਂ ਤੂੰ ਬਸੰਤ ਨੂੰ ਬਿਠਾਇਆ ਮੈਨੂੰ ਤੇਰੇ ਤੇ ਸ਼ੱਕ ਹੋ ਗਿਆ, ਇਸ ਕਰਕੇ ਮੈਂ ਤੇਰਾ ਪਿੱਛਾ ਕਰਵਾਇਆ। ਚੱਲ ਧੀਏ ਘਰ ਚੱਲ। ਗਿੜਗੜਾਉਂਦੀ ਹੋਈ ਬਸੰਤ ਠਾਕਰ ਸਿੰਘ ਦੇ ਪੈਰਾਂ ਵਿੱਚ ਡਿੱਗ ਪਈ। ਨਹੀਂ ਬਾਪੂ ਜੀ, ਮੇਰਾ ਕੋਈ ਘਰ ਨਹੀਂ, ਮੈਨੂੰ ਮੇਰੇ ਪਿੰਡ ਛੱਡ ਆਓ। ਨਹੀਂ ਧੀਏ, ਸੁਖਜੀਤ ਤੇਰੀ ਉਡੀਕ ਕਰ ਰਿਹਾ। ਤੂੰ ਹਰਬੀਰ ਦੀ ਫਿਕਰ ਨਾ ਕਰ, ਮੈਂ ਖੁਦ ਉਸ ਨੂੰ ਸਜ਼ਾ ਦੇਵਾਂਗਾ। ਬਸੰਤ ਨੂੰ ਦੇਖਦਿਆਂ ਹੀ ਸੁਖਜੀਤ ਵਿੱਚ ਜਾਨ ਪੈ ਗਈ ਸੀ। ਸੁਖਜੀਤ ਦਾ ਰੋਮ ਰੋਮ ਆਪਣੇ ਬਾਪ ਦਾ ਕਰਜ਼ਦਾਰ ਸੀ। ਹੁਣ ਉਹ ਬਸੰਤ ਦਾ ਵੀ ਕਸੂਰਵਾਰ ਸੀ। ਉਸ ਦੀ ਆਪਣੀ ਨਜ਼ਰਅੰਦਾਜ਼ੀ ਕਰਕੇ ਬਸੰਤ ਨੂੰ ਕੀ ਕੁਝ ਭੁਗਤਣਾ ਪਿਆ ਸੀ, ਪਰ ਹੁਣ ਉਹ ਆਪਣੀ ਗਲਤੀ ਸੁਧਾਰਨਾ ਚਾਹੁੰਦਾ ਸੀ। ਮੇਰੇ ਖਿਆਲ ਵਿੱਚ ਜਿਸ ਦੇ ਨਾਲ ਮੁਹੱਬਤ ਹੋਵੇ ਉੱਥੇ ਦੱਸਣ ਪੁੱਛਣ ਨੂੰ ਕੁਝ ਨਹੀਂ ਰਹਿ ਜਾਂਦਾ। ਕੁਝ ਵੀ ਦੱਸਣ ਲਈ ਅੱਖਾਂ ਹੀ ਕਾਫੀ ਨੇ। ਜੇ ਮਹਿਬੂਬ ਦੀਆਂ ਅੱਖਾਂ 'ਚ ਤੈਰਦੇ ਹੋਏ ਰਾਜ ਨਹੀਂ ਪੜ ਸਕੇ, ਫਿਰ ਮੁਹੱਬਤ ਦਾ ਕੀ ਫਾਇਦਾ? ਜ਼ਿੰਦਗੀ ਡਿੱਗਦੀ ਢਹਿੰਦੀ ਆਪਣੇ ਰਾਹੇ ਪੈ ਚੁੱਕੀ ਸੀ। ਕਈ ਵਰੇ ਬੀਤ ਗਏ। ਹਰਬੀਰ ਉਸ ਦਿਨ ਤੋਂ ਬਾਅਦ ਕਦੇ ਘਰ ਨਹੀਂ ਪਰਤਿਆ। ਬਸੰਤ ਤੇ ਸੁਖਜੀਤ ਦਾ ਰਿਸ਼ਤਾ ਸਹਿਜ ਹੋ ਚੁੱਕਿਆ ਸੀ। ਹਵੇਲੀ ਵਿੱਚ ਇੱਕ ਨੰਨੇ ਸਰਦਾਰ ਦੀ ਆਮਦ ਹੋਈ ਸੀ, ਜਿਸ ਨੇ ਬਸੰਤ ਨੂੰ ਆਪਣੀ ਮਾਂ ਚੁਣਿਆ ਸੀ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇੱਕ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਸਾਡੀਆਂ ਕਹਾਣੀਆਂ ਤੁਹਾਡੇ ਤੱਕ ਜਲਦ ਪਹੁੰਚ ਸਕਣ। ਤੁਹਾਡਾ ਬਹੁਤ ਧੰਨਵਾਦ।